ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਬੰਦ ਕਰ ਦੇਣ ਜੀ। ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀ ਪਲੀਜ਼ ਹੁਣ ਨਾ ਆਪਣੇ ਮਾਈਕ ਬੰਦ ਕਰ ਦਿਓ। ਆਪਾਂ ਜਿਹੜੀ ਸ੍ਰੀ ਰਾਗ ਦੇ ਵਿੱਚ ਦੋ ਪੌੜੀਆਂ ਰਹਿ ਗਈਆਂ, ਇੱਕ 20ਵੀਂ ਅਤੇ ਇੱਕ 21ਵੀਂ, ਅਤੇ ਬਹੁਤ ਉਚਾਈ ਹੈ ਇਹਨਾਂ ਦੇ ਵਿੱਚ। ਆਖਰੀ ਸੰਕੋਚ ਜਿਹੜਾ ਹੈਗਾ ਪੂਰਾ ਤੇ ਪੂਰੀ ਵਾਰ ਜਿਹੜਾ ਉਹਦਾ ਸਾਰਾਂਸ਼ ਹੁੰਦਾ ਹੈ ਇਹਨਾਂ ਦੇ ਵਿੱਚ। ਆਖਰੀ ਪੌੜੀਆਂ, ਆਖਰੀ ਜਿਹੜੀਆਂ ਪੌੜੀਆਂ ਹੁੰਦੀਆਂ, ਚੌਥੀ ਪਾਤਸ਼ਾਹੀ ਦੀ ਵਾਰ ਹੈਗੀ ਹੈ ਸ੍ਰੀ ਰਾਗ ਦੇ ਵਿੱਚ। ਤੇ ਅੰਗ ਹੈ 91-91। ਸ਼ਲੋਕ ਮਹੱਲਾ ਪਹਿਲਾ। ਕੁਬੁੱਧ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਕੱਟ ਚੂੜੀ ਮੁੱਠੀ ਕ੍ਰੋਧ ਚੰਡਾਲ। ਜੇ ਆਪਾਂ ਪਰਮਾਤਮਾ ਦੇ ਪਰਮਾਰਥ ਰੱਬ ਵਾਲੇ ਰਸਤੇ 'ਤੇ, ਲਿਵ ਵਾਲੇ ਰਸਤੇ 'ਤੇ ਨਹੀਂ ਹੈਗੇ ਆ ਜੀਵਨ ਦੇ ਵਿੱਚ, ਅਤੇ ਆਹ ਚੀਜ਼ਾਂ ਲਾਜ਼ਮੀ ਆ ਆਪਣੇ ਅੰਦਰ ਆਉਣੀਆਂ। ਕੁਬੁੱਧ ਕਸ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਕੱਟ ਚੂੜੀ ਮੁੱਠੀ ਕ੍ਰੋਧ ਚੰਡਾਲ। ਕਹਿੰਦੇ ਤੇਰੇ ਕੋਲ ਜੇ ਤੇਰੇ ਕੋਲ ਗੁਰੂ ਦੀ ਮੱਤ ਨਹੀਂ ਹੈਗੀ, ਬ੍ਰਹਮ ਗਿਆਨ ਨਹੀਂ ਹੈਗਾ ਤੇਰੇ ਕੋਲ, ਇਹ ਲਿਵ ਵਾਲਾ ਰਸਤਾ ਨਹੀਂ ਹੈਗਾ ਤੇਰੇ ਕੋਲ, ਭਗਤੀ ਬੰਦਗੀ ਨਹੀਂ ਹੈਗੀ ਤੇਰੇ ਕੋਲ, ਜੇ ਤੂੰ ਆਪਣੇ ਆਪ ਨੂੰ ਨਹੀਂ ਖੋਜਦਾ, ਤੇ ਪਿਆਰਿਆ ਆਹ ਚੀਜ਼ਾਂ ਤੈਨੂੰ ਆਪਣੇ ਅੰਦਰ ਭਰਪੂਰ ਮਿਲਣਗੀਆਂ। ਇੱਕ ਤੇਰੀ ਭੈੜੀ ਮੱਤ ਹੋਏਗੀ ਤੇਰੇ ਕੋਲ, ਉਹ ਤੈਨੂੰ ਮਾਇਆ ਵੱਲ, ਬਾਹਰ ਆਕਾਰ ਵੱਲ, ਪਦਾਰਥਾਂ ਵੱਲ, ਸਵਾਦ ਵੱਲ, ਸੰਸਾਰ ਵੱਲ ਹੀ ਤੋਰ ਕੇ ਰੱਖੇਗੀ, ਤੈਨੂੰ ਭਗਤੀ ਵੱਲ ਜਾਣ ਨਹੀਂ ਦੇਵੇਗੀ। ਔਰ ਭਾਵਨਾ ਦੇ ਨਾਲ ਰਹੇਗਾ ਤੂੰ, ਮਨ ਦੇ ਨਾਲ ਜਿਹੜਾ ਹੈਗਾ, ਮਨ ਦੇ ਨਾਲ ਜਿਹੜਾ ਹੈਗਾ, ਮਨ ਦੀ ਜਿਹੜੀ ਵੀ ਭਾਵਨਾ ਦਾ ਮਤਲਬ ਜੋ ਵੀ ਮਨ ਦੀ ਇੱਛਾ ਹੈਗੀ ਭਾਈ, ਜੋ ਮਨ ਨੂੰ ਭਾਉਂਦਾ ਹੈ, ਜੋ ਮਨ ਨੂੰ ਚੰਗਾ ਲੱਗਦਾ ਹੈ, ਬਸ ਉਹੀ ਤੇਰੇ ਅੰਦਰ ਜਿਹੜਾ ਹੈਗਾ 24 ਘੰਟੇ ਰਾਤ ਦਿਨ ਤੂੰ ਭਾਵਨਾ ਦੇ ਨਾਲ ਹੀ ਆਪਣੇ ਜੀਵਨ ਨੂੰ ਚਲਾਏਂਗਾ, ਮਨ ਦੇ ਨਾਲ ਆਪਣੇ ਜੀਵਨ ਨੂੰ ਚਲਾਏਂਗਾ। ਔਰ ਜਿਹੜਾ ਕਿ ਬਿਲਕੁਲ ਹੀ ਪਰਮਾਰਥ ਤੋਂ, ਪਰਮਾਤਮਾ ਤੋਂ ਉਲਟ ਹੈਗਾ, ਕਿਉਂਕਿ ਮਨ ਦੇ ਨਾਲ ਜੀਵਨ ਨੂੰ ਚਲਾਉਣਾ, ਅਤੇ ਮਨ ਜਿਹੜਾ ਸੰਸਾਰ ਚਾਹੁੰਦਾ ਹੈ, ਮਨ ਦੀ ਰਚਨਾ ਹੀ ਜਿਹੜੀ ਹੈਗੀ ਆ ਇਹ ਸੰਸਾਰ ਦੇ ਵਿੱਚ ਆਪਣੀ ਗਤੀ ਕਰਨ ਦੇ ਨਾਲ, ਇਹ ਸੰਸਾਰ ਜਿਹੜਾ ਹੈਗਾ, ਇਹ ਪਦਾਰਥ, ਇਹ ਪੰਜਾਂ ਤੱਤਾਂ ਦੀ ਰਚਨਾ, ਇਹਦੇ ਵਿੱਚ ਆਪਣੀ ਗਤੀ ਕਰਨ ਦੇ ਨਾਲ, ਇਹਦੀਆਂ ਇੱਛਾਵਾਂ ਅੰਦਰ ਪੈਦਾ ਰੱਖਣ ਦੇ ਨਾਲ, ਇਹਦੇ ਸਵਾਦਾਂ ਨੂੰ ਜਿਹੜਾ ਹੈਗਾ ਮਾਨਣ ਦੇ ਨਾਲ ਹੀ ਮਨ ਦੀ ਰਚਨਾ ਹੋਈ ਹੈ। ਮਨ ਨਾਮ ਦਾ ਖਿਡਾਰੀ ਜਿਹੜਾ ਹੈਗਾ ਆਪਣੇ ਆਤਮਾ ਦੇ ਉੱਤੇ ਛਾ ਗਿਆ। ਇਹਦੇ ਹੱਥ ਦੇ ਵਿੱਚ ਜਿਹੜਾ ਹੈਗਾ, ਅੱਗੇ ਜਿਹੜੇ ਹੈਗੇ ਆਪਣੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਸਾਰੀਆਂ ਇਹਨੇ ਆਪਣੇ ਕੰਟਰੋਲ 'ਚ ਲੈ ਲਈਆਂ। ਆਪਣੀ ਯਾਤਰਾ ਜਿਹੜੀ, ਆਪਣਾ ਸਰੀਰ ਜਿਹੜਾ ਹੈਗਾ, ਇਹਨੇ ਆਪਣੇ ਕੰਟਰੋਲ 'ਚ ਕੀਤਾ ਹੋਇਆ ਮਨ ਨੇ ਪੂਰਾ ਦਾ ਪੂਰਾ, ਕਿਉਂਕਿ ਇਹ ਸਵਾਦ ਦਿੰਦਾ ਹੈ। ਰਸ ਪਦਾਰਥ ਜੋ ਦੁਨੀਆ ਦੇ ਵਿੱਚ ਪਾਏ ਆ ਉਹ ਆਪਾਂ ਨੂੰ ਚਖਾਉਂਦਾ ਹੈ। ਇਸ ਕਰਕੇ ਇਹਦੇ ਕੋਲ ਸਵਾਦਾਂ ਦੇ ਕਾਰਨ ਆਤਮਾ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਮਜਬੂਰ ਹੋ ਜਾਂਦੀ ਹੈ ਇਹਦੇ ਹੱਥਾਂ 'ਚ ਖੇਡਣ ਤੋਂ। ਉਹ ਭੁੱਲ ਜਾਂਦੀ ਹੈ ਕਿ ਮੈਂ ਜਿਹੜੀ ਹੈਗੀ, ਮੈਂ ਸ਼ੇਰ ਦਾ ਅੰਸ਼ ਹੈ, ਮੈਂ ਪਰਮਾਤਮਾ ਦਾ ਅੰਸ਼ ਹੈਗੀ ਹਾਂ। ਬਸ ਉਹਨੂੰ ਬਣਾ ਦਿੰਦਾ ਹੈ ਜਿਹੜਾ ਮੇਮਣਾ, ਬਸ ਮਗਰ ਇਹਦੇ ਚੱਲਦੀ ਰਹਿੰਦੀ ਹੈ ਯਾਤਰਾ ਜੂਨਾਂ ਦੇ ਵਿੱਚ। ਪਤਾ ਨਹੀਂ ਜਦ ਦੀ ਦੁਨੀਆ ਬਣਾਈ ਹੈ, ਅਤੇ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ ਕਿੰਨੇ ਕੁ ਨੰਗਾਤੇ ਆਪਾਂ ਨੇ। ਕਹਿੰਦੇ ਦੇਖ ਤੈਨੂੰ ਜਿਹੜਾ ਹੈਗਾ, ਜਿਹੜੇ ਹੁਣ ਭਗਤੀ ਕਰਦੇ ਆ, ਔਰ ਭਗਤੀ ਦੇ ਵਿੱਚ ਵੀ ਜਿਹੜਾ ਹੈਗਾ ਫੇਰ ਇਹਨੇ ਜਿਹੜਾ ਹੈਗਾ
ਮਨ ਪਤੰਦਰ ਨੇ ਫਿਰ ਆਪਣਾ ਜਿਹੜਾ ਹੈਗਾ ਇਹਨੇ ਮਨ ਨੇ ਭਗਤੀ ਨਹੀਂ ਕਰਨੀ। ਮਨ ਨੇ ਬਸ ਆਪਾਂ ਨੂੰ ਜਿਹੜਾ ਹੈਗਾ ਉਲਝਾ ਦੇਣਾ ਹੈ। ਜੇ ਭਗਤੀ ਵਾਲਾ ਜਿਹੜਾ ਹੈਗਾ ਜੇ ਅੰਦਰ ਆਪਣੇ ਭਗਤੀ ਦੀ ਵੀ ਇੱਛਾ ਆ ਗਈ ਤੇ ਮਨ ਨੇ ਉਹ ਵੀ ਜਿਹੜੀ ਹੈਗੀ ਆਪਾਂ ਨੂੰ ਇਹ ਬਾਹਰੀ ਰਹਿਤ ਮਰਿਆਦਾ, ਬਾਹਰੀ ਸੁੱਚ ਸੰਜਮ, ਬਾਹਰੀ ਜਿਹੜੇ ਹੈਗੇ ਸਾਰੇ ਕਰਮ ਕਾਂਡ ਉਹਨਾਂ ਦੇ ਵਿੱਚ ਜਿਹੜਾ ਹੈਗਾ ਜੀਭ ਦੇ ਨਾਲ ਕਰ ਲਾ ਭਾਈ, ਕੰਨਾਂ ਦੇ ਨਾਲ ਸੁਣ ਲਾ, ਬਸ ਪੈਰਾਂ ਦੇ ਨਾਲ ਚੱਲ ਪਾ, ਹੱਥਾਂ ਦੇ ਨਾਲ ਸੇਵਾ ਕਰ ਲਾ, ਬਸ ਇਹਨਾਂ ਦੇ ਵਿੱਚ ਜਿਹੜਾ ਹੈਗਾ ਉਲਝਾ ਦੇਣਾ ਉਹਨੇ ਮਨ ਨੇ ਫੇਰ ਨਿਕਲ ਜਾਣਾ ਵਿੱਚੋਂ ਦੀ। ਇਸ ਰਸਤੇ ਤੇ ਭਗਤੀ ਦੇ ਰਸਤੇ ਤੇ ਅੰਗ ਨੰਬਰ ਜੀ 91 ਮਨਦੀਪ ਜੀ, ਅੰਗ ਨੰਬਰ 91 91 ਇਹ ਜਿਹੜਾ ਹੈਗਾ ਮਨ ਨੇ ਫੇਰ ਵਿੱਚੋਂ ਦੀ ਨਿਕਲ ਜਾਣਾ ਹੈ ਔਰ ਗੇਮ ਫਿਰ ਆਪਾਂ ਨੇ ਹਾਰ ਜਾਣੀ ਹੈ। ਫਿਰ ਆਹ ਚੀਜ਼ਾਂ ਫਿਰ ਨਹੀਂ ਆਪਾਂ ਨੂੰ ਲੱਭਣੀਆਂ। ਜੇ ਜਦ ਤੱਕ ਆਪਾਂ ਗੁਰੂ ਦੀ ਮੱਤ ਨਹੀਂ ਲੈਂਦੇ, ਜਦ ਤੱਕ ਆਪਾਂ ਜਿਹੜੇ ਹੈਗੇ ਆ ਇਹ ਤਾਂ ਤੱਕ ਇਹ ਕੁਬੁੱਧੀ ਨਹੀਂ ਜਾਏਗੀ। ਕੁਬੁੱਧੀ ਦਾ ਮਤਲਬ ਹੈ ਮਨ ਦੀ ਮੱਤ। ਕਹਿੰਦੇ ਇਹ ਤਾਂ ਡੂਮਣੀ ਹੈਗੀ। ਡੂਮਣੀ ਦਾ ਮਤਲਬ ਹੁੰਦਾ ਮਰਾਸਣ। ਇਹ ਮਰਾਸਣ ਹੈਗੀ ਆ। ਕੁਦਿਆ ਕਸਾਇਣ, ਇੱਕ ਦਿਨ ਇੱਕ ਦਇਆ ਨਹੀਂ ਹੋਏਗੀ ਤੇਰੇ ਆਪਣੇ ਸਵਾਦਾਂ ਦੇ ਕਾਰਨ ਜਿਹੜਾ ਦੂਸਰੇ ਨੂੰ ਤੂੰ ਜਿਹੜਾ ਹੈਗਾ ਢਾਹ ਕੇ ਮਾਰੇਗਾ। ਦਇਆ ਨਾਮ ਦੀ ਚੀਜ਼ ਤੇਰੇ ਅੰਦਰ ਹੋਏਗੀ ਨਹੀਂ। ਇਹ ਕਸਾਈ ਹੈ, ਤੂੰ ਬਿਲਕੁਲ ਵੱਢ ਦੇਂਗਾ ਕਿਸੇ ਨੂੰ ਵੀ, ਕਿਸੇ ਦਾ ਨੁਕਸਾਨ ਕਰਨ ਵਾਸਤੇ। ਤੇਰਾ ਜੇ 1 ਰੁਪਏ ਦਾ ਫਾਇਦਾ ਹੁੰਦਾ, ਅਗਲੇ ਦਾ ਜਿਹੜਾ ਹੈਗਾ 1000 ਦਾ ਨੁਕਸਾਨ ਹੁੰਦਾ, ਤੂੰ ਅਗਲੇ ਦਾ 1000 ਦਾ ਨੁਕਸਾਨ ਕਰ ਦੇਣਾ 1 ਰੁਪਈਆ ਆਪਣਾ ਕਮਾਉਣ ਦੇ ਖਾਤਰ। ਕੁਬੁੱਧ ਡੂਮਣੀ ਕੁਦਾਇਆ ਕਸਾਇਣ, ਪਰ ਨਿੰਦਾ ਘਟ ਚੋੜੀ। ਗੁਰਕੀ ਸਾਹਿਬ ਆ ਗਏ। ਗੁਰਕੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸ਼ੁਰੂ ਹੀ ਕਰਨ ਲੱਗੇ ਸੀਗੇ। ਤੁਹਾਡਾ ਮਾਈਕ ਦੇਖ ਲਓ ਸਿਸਟਮ। ਹਾਂਜੀ, ਆਵਾਜ਼ ਆ ਰਹੀ ਮੇਰੀ ਨਾ? ਹੁਣ ਆ ਗਈ ਜੀ, ਆ ਗਈ। ਬਸ ਇਹ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਕੇ ਸੰਗਤ ਜੀ, ਫਿਰ ਲੇਟ, ਕੋਈ ਨਹੀਂ। ਅਸੀਂ 91 ਅੰਗ ਤੇ ਆ ਗੁਰਕੀ ਸਾਹਿਬ, ਔਰ 20ਵੀਂ ਜਿਹੜੀ ਵਾਰ ਆ ਉਹਦੇ ਆਖਰੀ ਜਿਹੜੀ ਹੈਗੀਆਂ ਜਿੱਥੇ ਸਮਰਾਈਜ਼ ਕਰਦੇ ਆ ਮਹਾਰਾਜ, ਉਹ ਪੌੜੀਆਂ ਲੈ ਰਹੇ ਆ ਆਪਾਂ। 20ਵੀਂ ਪੌੜੀ 91 ਅੰਗ ਦੇ ਉੱਤੇ। ਹਾਂਜੀ, ਠੀਕ ਹੈ ਜੀ। ਹਾਂ, ਇਹਦੇ ਵਿੱਚ ਪਹਿਲੀ ਪਾਤਸ਼ਾਹੀ ਦਾ ਸ਼ਲੋਕ ਹੈਗਾ ਤੇ ਮਹਾਰਾਜ ਕਹਿੰਦੇ ਜੇ ਤੇਰੇ ਕੋਲ ਜਿਹੜਾ ਹੈਗਾ ਇਹ ਗੁਰੂ ਦੀ ਮੱਤ ਹੈ ਨਹੀਂ, ਗੁਰਮਤ ਹੈ ਨਹੀਂ, ਜੇ ਤੇਰਾ ਕੋਈ ਗੁਰੂ ਨਹੀਂ ਹੈਗਾ, ਜੇ ਤੇਰਾ ਕੋਈ ਗਾਈਡ ਨਹੀਂ ਹੈਗਾ। ਗੁਰੂ ਕੌਣ ਹੁੰਦਾ ਹੈ? ਗੁਰੂ ਜਿਹੜਾ ਹੁੰਦਾ ਹੈ ਜਿਹਨੇ ਸਤਪੁਰਖ ਨੂੰ ਜਾਣਿਆ ਉਹਨੂੰ ਗੁਰੂ ਕਹਿੰਦੀ ਹੈ ਬਾਣੀ। ਸਤਪੁਰਖ ਜਿਹਨੇ ਜਾਣਿਆ ਸਤਿਗੁਰੂ ਤਿਸ ਕਾ ਨਾਮ, ਉਹ ਆ ਗੁਰੂ ਭਾਈ। ਇਹ ਗੁਰੂ ਵਰਡ ਜਿਹੜਾ ਹੈਗਾ ਇਹ ਇਹਨਾਂ ਨੇ ਹਰੇਕ ਦੇ ਉੱਤੇ ਕਢਾ ਕੇ ਜਿਹੜਾ ਹੈਗਾ ਇਹਨੂੰ ਇਸ ਤਰ੍ਹਾਂ ਦਾ ਜਿਹੜਾ ਉਹ ਕਰ ਦਿੱਤਾ। ਬਾਣੀ ਡਿਫਾਈਨ ਕਰਦੀ ਆ ਭਾਈ ਗੁਰੂ ਕੌਣ ਹੋ ਸਕਦਾ, ਕਿਹੜਾ ਗੁਰੂ ਹੈ ਸਪਿਰਚੁਅਲ ਰਸਤੇ ਤੇ। ਕਹਿੰਦੇ ਸਤਪੁਰਖ ਜਿਹਨੇ ਜਾਣਿਆ ਸਤਿਗੁਰ ਤਿਸ ਕਾ ਨਾਮ। ਤੇ ਜੇ ਤੇਰੇ ਕੋਲ ਉਸ ਗੁਰੂ ਦੀ ਮੱਤ ਨਹੀਂ ਹੈਗੀ ਪਿਆਰਿਆ, ਫਿਰ ਜਿਹੜਾ ਹੈਗਾ ਦੇਖ ਤੇਰੇ ਕੋਲ ਆਹ 4 ਚੀਜ਼ਾਂ ਤੇਰੇ ਕੋਲ ਮਿਲਣਗੀਆਂ ਤੇਰੇ ਅੰਦਰ। ਔਰ ਭਾਵੇਂ ਤੂੰ ਜਿਹੜਾ ਹੈਗਾ ਭਗਤੀ ਕਰ ਰਿਹਾ, ਭਾਵੇਂ ਤੂੰ ਲਿਵ ਵਾਲੇ ਰਸਤੇ ਤੇ ਹੈਗਾ ਆ, ਫਿਰ ਵੀ ਜੇ ਤੂੰ ਸਤਪੁਰਖ ਜਿਹੜਾ ਹੈਗਾ, ਜੇ ਉਹ ਗੁਰੂ ਗਾਈਡ ਤੇਰਾ ਸਤਿਗੁਰੂ ਹੈ ਨਹੀਂ ਤੇਰੇ ਜੀਵਨ ਦੇ ਵਿੱਚ ਸਹੀ ਸੇਧ ਨਹੀਂ ਹੈਗੀ ਆ, ਤੇ ਫਿਰ ਤੇਰੇ ਅੰਦਰ ਆਹ ਚੀਜ਼ਾਂ ਲੱਭਣਗੀਆਂ ਤੈਨੂੰ। ਉਹ ਤੈਨੂੰ ਪਤਾ ਵੀ ਨਹੀਂ ਲੱਗਣਾ ਮੇਰੇ ਅੰਦਰ। ਤੇਰਾ ਕੰਟਰੋਲ ਇਹਨਾਂ ਦੇ ਕੋਲ ਹੋਏਗਾ। ਪਹਿਲੀ ਚੀਜ਼ ਕੁਬੁੱਧ ਡੂਮਣੀ, ਤੇਰੀ ਬੁੱਧੀ ਜਿਹੜੀ ਹੈਗੀ ਮਨ ਦੀ ਮੱਤ ਹੋਏਗੀ। ਮਨ ਰਾਜਾ ਸੁਲਤਾਨ ਹੋਏਗਾ ਤੇਰੇ ਅੰਦਰ, ਉਹਦਾ ਕੰਟਰੋਲ ਚੱਲੇਗਾ ਮਨ ਦਾ। ਮਨ ਜਿਹੜਾ ਹੈਗਾ ਇਹਦੀ ਮਨ ਦੀ ਰਚਨਾ ਹੁੰਦੀ ਹੈ। ਮਨ ਪੈਦਾ ਹੁੰਦਾ ਹੈ ਆਪਣੇ ਜਿਹੜੇ ਹੈਗੇ ਮਾਇਆ ਦੇ ਵਿੱਚ, ਸੰਸਾਰ ਦੇ ਵਿੱਚ
ਇਹਦੇ ਵਿੱਚ ਜਿਹੜੇ ਹੈਗੇ ਇਹ ਇੱਛਾਵਾਂ, ਇਹ ਪਦਾਰਥ, ਇਹ ਚੋਗਾ, ਇਹਨੂੰ ਜਿੰਨਾ ਚਖਾਂਗੇ ਓਨਾ ਹੀ ਮਨ ਵੱਡਾ ਸਟਰੋਂਗ ਹੋਈ ਜਾਂਦਾ। ਇਹ ਕੁਬੁੱਧੀ ਜਿਹੜੀ ਹੈਗੀ, ਡੋਮਣੀ ਹੈਗੀ, ਮਰਾਸਣ ਹੈਗੀ ਆ, ਤੇਰੇ ਕੋਲ ਮਰਾਸਣ ਰਹੇਗੀ ਤੇਰੇ ਅੰਦਰ। ਕੁਬੁੱਧੀ, ਕੁਦਇਆ ਕਸਾਇਣ, ਤੇਰੇ ਅੰਦਰ ਦਇਆ ਨਹੀਂ ਰਹੇਗੀ। ਇਹ ਕਸਾਇਣ ਤੇਰੇ ਅੰਦਰ, ਤੂੰ ਕਸਾਈ ਹੋਏਗਾ। ਕਿਸੇ ਦਾ ਜਿਹੜਾ ਨੁਕਸਾਨ ਕਰਨਾ ਹੈ, ਆਪਣਾ 5% ਦਾ ਫਾਇਦਾ ਕਰਨਾ ਹੈ, ਅਗਲੇ ਦਾ ਜਿਹੜਾ ਹੈਗਾ 1000 ਦਾ ਨੁਕਸਾਨ ਕਰ ਦੇਗਾ। ਆਪਣੇ ਫਾਇਦੇ ਵਾਸਤੇ ਸਕੂਲ ਦੇ ਵਿੱਚ ਕਿਤੇ ਜਿਹੜਾ ਹੈਗਾ, ਪਬਲਿਕ ਦੇ ਵਿੱਚ ਜਿਹੜਾ ਹੈਗਾ, ਪਬਲਿਕ ਨੂੰ ਜਿਹੜਾ ਹੈਗਾ ਗਲਤ ਜਿਹੜਾ ਹੈਗਾ ਆਟਾ, ਗਲਤ ਜਿਹੜਾ ਹੈਗਾ ਹੋਰ ਜਿਹੜੇ ਪਦਾਰਥ ਜਿਹੜੇ ਹੈਗੇ ਜਿਨ੍ਹਾਂ ਦੇ ਵਿੱਚ ਜਿਹੜਾ ਹੈਗਾ ਪਤਾ ਨਹੀਂ ਕੀ ਕੁਛ ਪਿਆ ਹੋਇਆ, ਖਿਲਾ ਦੇਗਾ ਇਨਸਾਨ ਸਸਤੇ ਲਿਆ ਕੇ, ਕਿਉਂਕਿ ਉਹਦਾ ਆਪਣਾ ਫਾਇਦਾ ਹੋ ਰਿਹਾ। ਲੋਕੀ ਬਿਮਾਰ ਹੋ ਜਾਣਗੇ, ਕਿੰਨੇ ਲੋਕ। ਦਇਆ ਨਹੀਂ ਹੈਗੀ ਇਨਸਾਨ ਦੇ ਅੰਦਰ। ਕਹਿੰਦੀ ਆ ਤੇਰੇ ਅੰਦਰ ਰਹੇਗਾ। ਪਰ ਨਿੰਦਾ ਘਟ ਚੂੜੀ, ਔਰ ਤੇਰੇ ਅੰਦਰ ਚੂੜੀ ਵੀ ਵਸੇਗੀ, ਇੱਕ ਪਰਾਈ ਨਿੰਦਾ। ਤੈਨੂੰ ਦੂਜੇ ਦੇ ਐਬ ਨਜ਼ਰ ਆਉਣਗੇ, ਆਪਣੇ ਨਹੀਂ ਐਬ ਨਹੀਂ ਨਜ਼ਰ ਆਉਣਗੇ। ਮਨ ਨੇ ਤੈਨੂੰ ਆਪਣੇ ਐਬ ਨਹੀਂ ਦੇਖਣ ਦੇਣੇ, ਉਹਨੇ ਆਪਣੇ ਐਬ ਲੁਕਾ ਕੇ ਰੱਖਣੇ ਆ ਮਨ ਨੇ, ਔਰ ਦੂਜੇ ਦੇ ਐਬ ਹੀ ਚਮਕਾਉਣੇ ਆ ਉਹਨੇ। ਆ ਚੂੜੀ ਹੈ ਤੇਰੇ ਅੰਦਰ, ਮੁੱਠੀ ਕ੍ਰੋਧ ਚੰਡਾਲ, ਔਰ ਤੇਰੇ ਅੰਦਰ ਇੱਕ ਚੰਡਾਲਣੀ ਹੋਰ ਹੈਗੀ ਆ ਜਿਹੜੇ ਲੁੱਟੂਗੀ ਤੈਨੂੰ। ਇਹ ਸਾਰੇ ਦੀਆਂ ਸਾਰੀਆਂ ਚੀਜ਼ਾਂ ਤੈਨੂੰ ਇਹ ਲੁੱਟ ਲੈਂਦੀਆਂ। ਉਹ ਕ੍ਰੋਧ ਹੈਗਾ ਤੇਰੇ ਅੰਦਰ, ਉਹ ਚੰਡਾਲਣੀ ਹੈਗੀ ਆ। ਕਾਰੀ ਕੱਢੀ ਕਿਆ ਥੀ ਜਾਂ ਚਾਰੇ ਬੈਠੀਆਂ ਨਾਲ। ਕਹਿੰਦੇ ਬਾਹਰ ਦੀ ਰਹਿਤ ਮਰਿਆਦਾ, ਆ ਬਾਹਰ ਦਾ ਚੌਕਾ ਸੁੱਚਾ ਕਰਨਾ। ਉਹਦੇ ਅੰਦਰ ਬ੍ਰਾਹਮਣ ਕੀ ਕਰਦੇ ਸੀ? ਕਾਰਾਂ ਕੱਢ ਦਿੰਦੇ ਸੀਗੇ। ਕਾਰ ਕੱਢ ਲਈ ਬਈ, ਆ ਸਾਡੀ ਰਸੋਈ ਆ, ਪਾਕ ਰਸੋਈ, ਇਹਦੇ ਵਿੱਚ ਕੋਈ ਆ ਨਹੀਂ ਸਕਦਾ, ਕੋਈ ਪਿੱਟ ਨਹੀਂ ਸਕਦਾ। ਕਹਿੰਦੇ ਇਹਨਾਂ ਕਾਰਾਂ ਦੇ ਨਾਲ ਕੀ ਹੋ ਜਾਣਾ ਹੈ ਭਾਈ? ਇਹ ਚਾਰੋਂ ਤੇਰੇ ਅੰਦਰ ਬੈਠੀਆਂ ਹੋਈਆਂ। ਆ ਤਾਂ ਨਿਮਨ ਦਰਜੇ ਦੇ ਤੇਰੇ ਅੰਦਰ ਜਿਹੜੀਆਂ ਹੈਗੀਆਂ, ਤੇਰੇ ਅੰਦਰ ਕਸਾਇਣ ਵੀ ਹੈਗੀ, ਤੇਰੇ ਅੰਦਰ ਜਿਹੜੀ ਹੈ ਮਰਾਸਣ ਵੀ ਹੈਗੀ, ਤੇਰੇ ਅੰਦਰ ਚੂੜੀ ਵੀ ਹੈਗੀ, ਤੇਰੇ ਅੰਦਰ ਕਰੋਧਣ ਵੀ, ਆ ਚੰਡਾਲਣ ਵੀ ਬੈਠੀ ਹੋਈ ਹੈ। ਚਾਰੋਂ ਤਾਂ ਤੇਰੇ ਅੰਦਰ ਬੈਠੀਆਂ ਹੋਈਆਂ। ਹੁਣ ਤੂੰ ਜਿਹੜਾ ਹੈਗਾ ਕਿਹੜੇ ਪਾਸਿਓਂ ਪਵਿੱਤਰ ਕਰ ਰਿਹਾ ਭਾਈ? ਇਹ ਤੇਰੇ ਖਾਣੇ ਨੂੰ ਪਵਿੱਤਰ ਕਰਨ ਦੇ ਨਾਲ, ਆ ਘਾਰਾ ਕੱਢਣ ਦੇ ਨਾਲ, ਇਹਦੇ ਨਾਲ ਕੀ ਹੋ ਜਾਣਾ ਭਾਈ? ਇਹ ਭਾਂਡੇ ਮਾਂਜਣ ਦੇ ਨਾਲ, ਕਾਠੀ ਧੋ ਕੇ, ਲੱਕੜੀ ਧੋ ਕੇ ਜਲਾਉਣ ਦੇ ਨਾਲ। ਕਾਰੀ ਕੱਢੀ ਕਿਆ ਥੀ ਜਾਂ ਚਾਰੇ ਬੈਠੀਆਂ ਨਾਲ, ਇਹ ਬ੍ਰਾਹਮਣਾਂ ਦੇ ਵਾਸਤੇ ਥੋੜੀ ਨਾ ਹੈਗੀ ਗੱਲ, ਇਹ ਆਪਣੇ ਵਾਸਤੇ। ਹਰੇਕ ਦੇ ਅੰਦਰ ਆ ਚਾਰੋਂ ਚੀਜ਼ਾਂ ਲੱਭ ਜਾਣਗੀਆਂ। ਆਹੀ ਹੈਗਾ ਸਤਿਗੁਰੂ ਜਿਹਨੇ ਕਿ ਆ ਚਾਰੋਂ ਚੀਜ਼ਾਂ ਲਭਾਉਣੀਆਂ ਆ। ਕਾਰੀ ਕੱਢੀ ਕਿਆ ਥੀ ਜਾਂ ਚਾਰੇ ਬੈਠੀਆਂ ਨਾਲ। ਸੱਚ ਸੰਜਮ ਕਰਨੀ ਕਾਰਾਂ, ਨਾਵਣ ਨਾਉ ਜਪੇਹੀ। ਆ ਲੋ ਕੀ ਕਹਿ ਰਹੇ ਸਤਿਗੁਰੂ, ਕੀ ਕਹਿ ਰਹੇ? ਕਹਿੰਦੇ ਕਿ ਸੱਚ ਤੇਰੇ ਅੰਦਰ ਸੰਜਮ, ਸੱਚ ਦਾ ਸੰਜਮ ਹੋਣਾ ਚਾਹੀਦਾ ਤੇਰੇ ਅੰਦਰ ਭਾਈ। ਤੇਰੇ ਅੰਦਰ ਸੱਚ ਹੋਣਾ ਚਾਹੀਦਾ, ਸੱਚ। ਆ ਸੰਜਮ ਹੋਣਾ ਚਾਹੀਦਾ। ਇਹ ਯੁਕਤੀ ਹੋਣੀ ਚਾਹੀਦੀ ਹੈ ਤੇਰੇ ਕੋਲ ਸੱਚ ਦੀ। ਤੇ ਕਰਨੀ ਕਾਰਾਂ ਤੇਰੀਆਂ ਕੀ ਹੋਣੀਆਂ ਚਾਹੀਦੀਆਂ? ਐਕਸ਼ਨ। ਖਾਲੀ ਜਿਹੜਾ ਹੈਗਾ ਗਿਆਨ ਆ ਗਿਆ ਸੱਚ ਦਾ ਨਾ, ਤੇਰਾ ਐਕਸ਼ਨ ਜਿਹੜੀ ਹੈਗੀ ਆ ਕੀ ਆ, ਉਹ ਤੇਰੀ ਹੁਣ ਪਤਾ ਲੱਗ ਗਿਆ ਵੀ ਆ ਜਿਹੜਾ ਹੈਗਾ ਗਿਆਨ ਲੈ ਲਿਆ ਤੇ ਇਸ ਤੋਂ ਬਾਅਦ ਕਮਾਇਆ ਹੈ ਹੀ ਨਹੀਂ। ਦੀਵਾ ਜਗਾ ਲਿਆ, ਜਾਗ ਗਿਆ ਦੀਵਾ, ਚਾਰੋਂ ਪਾਸੇ ਪਤਾ ਲੱਗ ਗਿਆ ਸੱਚ, ਆ ਰਸਤਾ ਸਹੀ ਰਸਤਾ ਤੇ ਗਲਤ ਰਸਤਾ ਫਿਰ ਤੁਰਿਆ ਹੈ ਹੀ ਨਹੀਂ। ਕਹਿੰਦੇ ਸੱਚ ਸੰਜਮ ਕਰਨੀ ਕਾਰਾਂ, ਨਾਵਣ ਨਾਉ ਜਪੇਹੀ। ਤੇ ਨਹਾਉਣਾ ਕੀ ਆ? ਪਵਿੱਤਰ ਕਿਵੇਂ ਹੋਏਗਾ? ਪਵਿੱਤਰ ਹੋਏਗਾ ਪਿਆਰਿਆ, ਦੇਖੋ ਸੰਜਮ ਵੀ ਚਾਹੀਦਾ ਹੈ ਆਪਣੀ ਇੰਦਰੀਆਂ ਦੇ ਉੱਤੇ, ਆ ਜਿਹੜਾ ਮਨ ਦੇ ਉੱਤੇ ਸੰਜਮ ਔਰ ਐਕਸ਼ਨ ਕਰਨੀ ਚਾਹੀਦੀ ਆ। ਕਰਨੀ ਉੱਚ ਕੋਟੀ ਦੀ ਕਰਨੀ ਹੋਣੀ ਚਾਹੀਦੀ ਆ। ਇਹ ਕਾਰਾਂ ਹੋ ਗਿਆ। ਤੇ ਨਾਵਣ ਜੇ ਪਵਿੱਤਰ ਹੋਣਾ ਹੈ, ਮਨ ਦੀ ਮੈਲ, ਇਹ ਕਾਰਨਸ਼ੀਲ, ਇਹਨਾਂ ਨੂੰ ਜੇ ਦੂਰ ਕਰਨਾ ਹੈ ਤੇ ਭਾਈ ਇਹਦੇ ਵਾਸਤੇ ਧਿਆਨ ਸਿਮਰਨ ਕਰਨਾ ਪਊਗਾ। ਨਾਵਣ ਨਾਉ ਜਪੇਹੀ, ਮਨ ਨੂੰ ਨਲਾਉਣਾ ਪੈਣਾ। ਨਾਨਕ ਅੱਗੇ ਉੱਤਮ ਸਹੀ, ਜੇ ਪਾਪਾਂ ਪੰਧ ਨਾ ਦੇਹੀ। ਤੇ ਜੇ ਉਚਾਈ ਚਾਹੀਦੀ ਆ ਪਰਮਾਤਮਾ ਦੇ ਰਸਤੇ ਤੇ, ਲਿਵ ਵਾਲੇ ਰਸਤੇ ਤੇ ਉਚਾਈ ਚਾਹੀਦੀ ਆ, ਇੱਕ ਗੱਲ ਯਾਦ ਰੱਖੀ ਪਿਆਰਿਆ,
ਵੀ ਆਪਣੇ ਮਨ ਨੂੰ ਜਿਹੜਾ ਹੈਗਾ ਪਤੰਦਰ ਨੂੰ, ਇਹਨੂੰ ਪਾਪਾਂ ਦੀ ਸਿੱਖਿਆ ਨਾ ਦੇਈ। ਪੰਧ ਕਹਿੰਦੇ ਆ ਪਾਂਦਾ ਕਹਿੰਦੇ ਆ ਟੀਚਰ ਨੂੰ, ਪੰਧ ਕਹਿੰਦੇ ਆ ਗਿਆਨ ਸਿੱਖਿਆ। ਇਹਨੂੰ ਇਹ ਜਿਹੜੇ ਪਾਸੇ ਨੂੰ ਤੁਰਿਆ ਹੋਇਆ ਨਾ, ਇਹਨੂੰ ਇਸ ਤੋਂ ਵਰਜੀ, ਇਹ ਪਤੰਦਰ ਨੂੰ, ਇਹਨੂੰ ਪਾਪਾਂ ਵਾਲੀ ਸਿੱਖਿਆ ਨਾ ਦੇਈ ਪਾਏ। ਇਹਨੂੰ ਆਹ ਜਿਹੜਾ ਹੈਗਾ ਇਹ ਗੁਰੂ ਦੀ ਮੱਤ ਆਹ ਦੇਈ, ਇਹਨੂੰ ਅੰਦਰ ਦੀ ਮਨ ਦੀ ਰਹਿਤ ਇਹਦੇ ਉੱਤੇ ਕੰਟਰੋਲ ਕਰੀ, ਇਹਦਾ ਸੰਜਮ ਕਰੀ ਮਨ ਦਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਤੇ ਇਹ ਦੇਖੋ ਸੰਜਮ ਸ਼ਬਦ ਆ, ਉਹਨੂੰ ਸਮਝੋ। ਸੰਜਮ ਦਾ ਮਤਲਬ ਹੁੰਦਾ ਹੈ ਕਿ ਆਮ ਹੀ ਵੇਖੋ ਅਨਾਉਂਸਮੈਂਟ ਹੁੰਦੀ ਹੈ ਨਾ ਕਿ ਯਾਤਰੂ ਸੰਜਮ ਬਣਾ ਕੇ ਰੱਖਣ ਤਾਂ ਜੋ ਕਿਸੇ ਸਮੱਸਿਆ ਨੂੰ, ਜਾਂ ਟ੍ਰੇਨ ਲੇਟ ਆ ਗਈ ਆ ਜਾਂ ਕੁਛ ਏਦਾਂ ਦੀ ਚੀਜ਼ ਹੋ ਗਈ ਆ, ਥੋੜੀ ਡਿਫਰੈਂਟ ਹੋ ਗਿਆ, ਉੱਥੇ ਕਾਹਲੇ ਨਾ ਪਿਆ ਜਾਵੇ। ਸੰਜਮ ਦੇ ਵਿੱਚ ਜੀਵਨ ਬਤੀਤ ਕੀਤਾ ਜਾਵੇ। ਜਿੱਦਾਂ ਦੇ ਹਾਲਾਤ ਹੈਗੇ ਆ ਉਹਨਾਂ ਨੂੰ ਦੇਖ ਕੇ, ਉਹਨਾਂ ਨੂੰ ਪਰਖ ਕੇ, ਆਪਣੀ ਬੁੱਧੀ ਦੀ ਵਰਤੋਂ ਕਰਕੇ ਜੋ ਸਹੀ ਫੈਸਲਾ ਕੀਤਾ ਜਾਵੇ। ਸੰਜਮ ਦਾ ਮਤਲਬ ਬਿਲਕੁਲ ਹੀ ਸੋਚ ਸਮਝ ਕੇ, ਵਿਚਾਰ ਕੇ ਉਹ ਜੀਵਨ ਬਤੀਤ ਕਰਨਾ। ਠੀਕ ਹੈ ਜੀ। ਹਾਂਜੀ ਸਰ, ਪਹਿਲੇ ਤੋਂ ਬੋਲੋ ਆਪ। ਕੁਬੁੱਧ ਡੂਮਣੀ, ਡੂਮਣੀ ਕਹਿੰਦੇ ਆ ਮਰਾਸਣ, ਕਹਿੰਦੇ ਕੁਬੁੱਧੀ ਆਇਆ ਚੀਜ਼ਾਂ ਇਹ ਹੈਗੀ। ਦੇਖੋ ਅੰਦਰ ਜਿਹੜਾ ਹੈਗਾ ਇਹ ਆਪਣੇ ਅੰਦਰ ਜਿਹੜਾ ਹੈਗਾ ਆਹ ਝਾੜੂ ਲੱਗਣਾ ਇੱਥੇ ਇਸ ਜਗ੍ਹਾ ਤੇ, ਆਹ ਗੰਦਗੀ ਪਈ ਹੋਈ ਹੈ। ਹਾਂਜੀ ਵੀਰ ਜੀ। ਕੁਬੁੱਧ ਡੂਮਣੀ ਕੁਦਇਆ ਕਸਾਇਣ, ਕੁਦਇਆ ਕਹਿੰਦੇ ਆ ਬਈ ਦਇਆ ਹੀ ਹੈ ਨਹੀਂ, ਤਰਸ ਹੀ ਹੈ ਨਹੀਂ, ਇਹ ਕਸਾਈ ਹੈਗਾ, ਕਸਾਇਣ ਹੈਗੀ ਤੇਰੇ ਅੰਦਰ। ਪਰ ਨਿੰਦਾ ਘਟ ਚੂੜੀ, ਪਰਾਈ ਨਿੰਦਾ ਜਿਹੜੀ ਹੈ ਚੂੜੀ ਹੈਗੀ ਤੇਰੇ ਅੰਦਰ। ਤੇ ਮੁੱਠੀ ਕ੍ਰੋਧ ਚੰਡਾਲ, ਚੰਡਾਲਣੀ ਵੀ ਹੈਗੀ ਭਾਈ, ਜਿਹਦੇ ਨਾਲ ਇਹਨਾਂ ਨਾਲ ਠੱਗਿਆ ਜਾ ਰਿਹਾ, ਤੂੰ ਲੁੱਟਿਆ ਜਾ ਰਿਹਾ। ਇਹ ਕ੍ਰੋਧ ਜਿਹੜਾ ਤੇਰਾ ਲੁੱਟ ਲੈਂਦਾ। ਹਾਂਜੀ ਵੀਰ ਜੀ। ਹਾਂਜੀ ਉਹ ਕਹਿ ਰਹੇ ਨੇ ਤਿੰਨ ਚੀਜ਼ਾਂ, ਚਾਰ ਚੀਜ਼ਾਂ ਤੁਹਾਡੇ ਅੰਦਰ ਵੇਖੋ ਹੈ, ਚਾਰ ਚੀਜ਼ਾਂ ਹੈ ਜਾਂ ਨਹੀਂ ਹੈ। ਇੱਕ ਕੁਬੁੱਧੀ ਕਹਿੰਦੇ ਆ, ਅਵਿਦਿਆ, ਅਗਿਆਨ, ਸੱਚ ਨੂੰ ਝੂਠ ਸਮਝਣਾ, ਝੂਠ ਨੂੰ ਸੱਚ ਸਮਝਣਾ। ਠੀਕ ਹੈ ਜੀ। ਬਿਲਕੁਲ। ਡੂਮਣੀ ਕੁਦਾਇਨ, ਕੁਦਾਇਨ ਦਾ ਮਤਲਬ ਇੱਕ ਦਇਆ ਹੁੰਦੀ ਆ, ਇੱਕ ਅੱਕੇ ਉਂਗੜਾ ਪਹਿਲਾਂ ਲਾਇਆ ਵਾ ਜਿੱਚ ਦਇਆ ਨਾ ਹੋਵੇ। ਹਾਂ ਇਹ ਕਸਾਇਣ ਹੈਗੀ, ਜਿੱਚ ਰਹਿਮ ਨਾ ਹੋਵੇ। ਕਸਾਇਣ ਦਾ ਮਤਲਬ ਹੁੰਦਾ ਜਿੱਦਾਂ ਹਲਾਲ ਕਰ ਦਿੰਦੇ ਆ ਨਾ, ਬਸ ਵੱਢ ਦਿੰਦਾ ਕਸਾਈ। ਠੀਕ ਹੈ। ਕਸਾਈ ਜਿਹੜਾ ਬੁੱਚੜ ਕਹਿ ਲਓ, ਅੰਗਰੇਜ਼ੀ ਚ ਬੁੱਚੜ। ਬਿਲਕੁਲ ਬਿਲਕੁਲ। ਉਹ ਕਹਿੰਦੇ ਕਿ ਜੇ ਤੇ ਦਇਆ ਨਹੀਂ ਹੈਗੀ, ਤੂੰ ਕੇਵਲ ਆਪਣਾ ਹੀ ਟੋਕਾ ਚਲਾਈ ਜਾਂਦਾ। ਤੇ ਜੇ ਤੇਰੇ ਅੰਦਰ ਏਦਾਂ ਦੀ ਫਿਤਰਤ ਆ ਤੇ ਸਮਝ ਲੈ ਕਿ ਤੇਰੇ ਅੰਦਰ ਕੋਈ ਚੰਗੀ ਚੀਜ਼ ਨਹੀਂ ਹੈਗੀ, ਕੋਈ ਮਾੜੀ ਚੀਜ਼ ਹੈਗੀ। ਠੀਕ ਹੈ ਜੀ। ਐਸੇ ਲੋਕ ਹੈ ਨੇ, ਤੁਸੀਂ ਦੇਖੋਗੇ। ਠੀਕ ਹੈ। ਕਸਾਇਣ, ਪਰਨਿੰਦਾ, ਪਰਨਿੰਦਿਆ ਮਤਲਬ ਨਿੰਦਿਆ, ਨਿੰਦਿਆ ਮਤਲਬ ਬਿਨਾਂ ਮਤਲਬ ਤੋਂ। ਔਰ ਕਈਆਂ ਨੂੰ ਆਦਤ ਹੁੰਦੀ ਨਿੰਦਿਆ ਕਰਕੇ ਉਹਨਾਂ ਨੂੰ ਚੈਨ ਬੜਾ ਮਿਲਦਾ। ਔਰ ਜੇਕਰ ਤੁਹਾਡੇ ਅੰਦਰ ਇਹ ਹੈਗੀ ਹੈ, ਇੱਕ ਔਗਣ ਹੈ, ਮਾੜੀ ਬ੍ਰਿਤੀ ਹੈ, ਇਹ ਚਿੱਤ ਦੀ ਵ੍ਰਿਤੀ ਹੈ ਤੁਹਾਡੇ ਮਨ ਦੀ। ਜੇ ਉਹ ਚਾਹੁੰਦਾ ਹੈ ਪਰਾਈ ਨਿੰਦਿਆ ਕਰਨੀ, ਉਹਨੂੰ ਚੰਗਾ ਲੱਗਦਾ ਹੈ, ਫੋਨ ਤੇ ਗੱਲਾਂ ਕਰਦਾ ਹੈ, ਇਹਦਾ ਮਤਲਬ ਕਿ ਸੰਸਕਾਰ ਹੈਗੇ ਤੁਹਾਡੇ ਚਿੱਤ ਦੇ ਵਿੱਚ, ਜਿਹਦੇ ਕਰਕੇ ਮਨ ਏਦਾਂ ਦੇ ਮਾੜੇ ਕਰਮ ਕਰਦਾ ਹੈ। ਦੁਰਕਰਮ ਕਹਿੰਦੇ ਇਹਨੂੰ ਗ੍ਰੰਥਾਂ ਦੇ ਵਿੱਚ, ਮਾੜਾ ਕਰਮ ਹੈ ਜੀ। ਜੇਕਰ ਏਦਾਂ ਦੀ ਹੈਗੀ ਹੈ ਤੇ ਵੈਸੇ ਕੋਈ ਪ੍ਰੋਬਲਮ ਨਹੀਂ ਹੁੰਦੀ, ਸਾਰਿਆਂ 'ਚ ਹੀ ਹੁੰਦੀਆਂ ਹੈ। ਉਹ ਭਗਤੀ ਕੀਤੇ ਆਪਣੇ ਆਪ ਹੀ ਦੂਰ ਹੋ ਜਾਂਦੀ ਹੈ। ਪਰ ਜੇਕਰ ਅਜੇ ਵੀ ਹੈਗੀ ਹੈ ਤੇ ਇਹਦਾ ਮਤਲਬ ਚੀਜ਼ ਅੰਦਰ ਹੈਗੀ ਹੈ। ਠੀਕ ਹੈ ਜੀ। ਤੇ ਫਿਰ ਕਹਿੰਦੇ ਘੱਟ ਚੂੜੀ ਮੁੱਠੀ ਕ੍ਰੋਧ ਚੰਡਾਲ, ਕ੍ਰੋਧ ਚੰਡਾਲਣ ਹੈ, ਕ੍ਰੋਧ ਹੈ ਤੇ ਮਿਰਚ ਵੀ ਹੈਗਾ। ਇਹ ਕਹਿੰਦੇ ਜੇ ਕ੍ਰੋਧ ਹੈਗਾ ਤੇ ਕਹਿੰਦੇ ਇਹ ਲੁੱਟਿਆ ਜਾ ਰਿਹਾ। ਫਿਰ ਮੁੱਠੀ ਦਾ ਮਤਲਬ ਲੁੱਟਿਆ ਜਾਣਾ, ਇਹ ਲੁੱਟ ਲੈਂਦਾ। ਹਾਂ ਇਹ ਮੇਰੇ ਚ ਵੀ ਹੈਗਾ ਥੋੜਾ ਬਹੁਤਾ। ਕਹਿਣ ਤੋਂ ਭਾਵ ਹੈ ਕ੍ਰੋਧ ਦਾ ਮਤਲਬ ਇਹ ਹੁੰਦਾ ਹੈ ਕਿ ਦੇਖੋ ਕ੍ਰੋਧ ਤੇ ਇੱਕ ਰੋਸ ਬੜਾ ਫਰਕ ਹੁੰਦਾ ਹੈ। ਇਹ ਚ ਨੂੰ ਸਮਝੋ। ਜਦੋਂ ਅਗਲਾ ਗੱਲ ਨੂੰ ਨਹੀਂ ਸਮਝ ਰਿਹਾ, ਆਪਾਂ ਰੋਸ ਦੇ ਵਿੱਚ ਆ ਕੇ ਉਹਨੂੰ ਸਮਝਾਉਂਦੇ ਆ, ਯਾਰ ਤੈਨੂੰ ਪਤਾ ਨਹੀਂ ਲੱਗਣ ਦਿਆ ਚੀਜ਼, ਇੰਨੀ ਵਾਰ ਏਦਾਂ ਕੀਤਾ। ਹੁਣ ਅੱਜ ਇੱਕ ਮੈਡਮ ਦਾ ਮੈਨੂੰ ਫੋਨ ਆਇਆ ਤੇ ਉਹ ਮੈਨੂੰ ਕਹਿੰਦੇ ਨੇ ਕਿ ਕੁੜੀ ਡਾਕਟਰ ਆ ਤੇ ਉਮਰ ਵਾਵਾ ਹੀ ਹੋ ਗਈ ਹੈ, 32 ਸਾਲ ਉਮਰ, 35 ਸਾਲ ਉਮਰ, ਵੱਡੀ ਡਾਕਟਰ ਲੱਗੀ, ਗੌਰਮੈਂਟ ਜੌਬ ਹੈ। ਤੇ ਮੁੰਡਾ ਨੀ ਲੱਭ ਰਿਹਾ, ਅਰਦਾਸ ਕਰੋ। ਮੈਂ ਕਿਹਾ ਤੁਸੀਂ ਵਿਆਹ ਇੰਨਾ ਲੇਟ ਕਿਉਂ ਕੀਤਾ? ਕਹਿੰਦੇ ਪਹਿਲਾਂ ਕੁੜੀ ਕਹਿੰਦੀ ਸੀ ਮਤਲਬ ਮੈਂ ਪੜ੍ਹਨਾ,
ਮੈਂ ਨਾਰਮਲੀ ਕੁੜੀ ਦੀ ਏਜ ਹੁੰਦੀ ਹੈ, ਮੈਂ ਕਥਾ 'ਚ ਵੀ ਕਹੂੰਗਾ, ਮੈਂ ਨਾਰਮਲੀ ਕੁੜੀ ਦੀ ਜਿਹਦੇ ਸਿਆਣੇ ਮਾਂ ਬਾਪ ਦੇ 20-22 ਸਾਲ 'ਚ ਮੁੰਡਾ ਲੱਭਣਾ ਸ਼ੁਰੂ ਕਰ ਦਿੰਦੇ ਆ। ਇਹੋ ਹੀ ਤਰੀਕਾ ਵਾ ਕਿ 20-25 ਸਾਲ 'ਚ 26 ਸਾਲ 'ਚ 3-4 ਸਾਲ ਲੱਗਦੇ ਚੰਗਾ ਮੁੰਡਾ ਲੱਭਣ ਲਈ। ਜਿੱਦਾਂ ਦੀ ਕੁੜੀ ਦੀ ਯੋਗਤਾ ਹੈ ਉਦਾਂ ਦਾ ਮੁੰਡਾ ਲੱਭਣਾ, ਫਿਰ ਉਹਦਾ ਵਿਆਹ ਕਰ ਦੇਣਾ ਚਾਹੀਦਾ। ਪਰ ਤੁਸੀਂ ਇੰਨਾ ਸਾਲ ਤੇ ਮੈਂ ਕੁੜੀ ਕੀ ਕਹਿੰਦੀ ਹੈ, ਅਸੀਂ ਕਹਿੰਦੇ ਹਾਂ ਕੁੜੀ ਨੂੰ ਕਰ ਲਓ ਵਿਆਹ, ਪਰ ਹੁਣ ਉਹ ਕਹਿੰਦੀ ਹੈ ਨਹੀਂ ਤੁਸੀਂ ਨਹੀਂ ਲੱਭਿਆ। ਨਿੱਜਰ ਸਾਹਿਬ ਤੁਸੀਂ ਪਹਿਲਾਂ ਲੱਭਣਾ। ਮੈਂ ਇੱਥੇ ਮਾੜਾ ਮੈਂ ਪਾਸਪੋਰਟ ਬਣਾਉਣ ਗਿਆ ਹਾਂ ਤੇ ਉੱਥੇ ਅਗਲੇ ਕਹਿੰਦੇ ਕਿ ਇੱਥੇ ਪਾਸਪੋਰਟ ਦੀ ਐਪਲੀਕੇਸ਼ਨ ਦੇ 3-4 ਮਹੀਨੇ ਦੀ ਵੇਟਿੰਗ ਆ, ਫਿਰ ਤੇਰਾ ਨੰਬਰ ਲੱਗੂਗਾ, ਉਹ ਵੀ ਤੇਰੇ ਸਾਰੇ ਕਾਗਜ਼ ਚੈੱਕ ਕਰਾਂਗੇ, ਫਿਰ ਤੇਰਾ ਪਾਸਪੋਰਟ ਬਣੂਗਾ। ਇਹਦਾ ਮਤਲਬ ਕਿ ਮੈਨੂੰ 3 ਮਹੀਨੇ ਪਹਿਲਾਂ ਹੀ ਸ਼ੁਰੂਆਤ ਕਰ ਦੇਣੀ ਚਾਹੀਦੀ। ਇਹ ਨਿਜਰ ਸਾਹਿਬ ਦੇਖੋ, ਕੁਦਰਤ ਇਹਦੇ ਵਿੱਚ ਕੁਦਰਤ ਦਾ ਬਹੁਤਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਬਿਲਕੁਲ। ਕਿਸੇ ਚੀਜ਼ ਨੂੰ ਆਪਾਂ ਜਦੋਂ ਪੋਸਟਪੋਨ ਕਰੀ ਜਾਂਦੇ ਆ ਹੁਣ ਦੇਖੋ 3-4 ਚੀਜ਼ਾਂ ਇਕੱਠੀਆਂ ਨਹੀਂ ਮਿਲਦੀਆਂ। ਵੈਸੇ ਵੀ ਆਪ ਜਿੰਨੇ ਵੀ ਬੰਦੇ ਜੋ 83 ਬੰਦੇ ਜੋ ਆਪ ਚਾਹੇ ਮੇਲ ਫੀਮੇਲ ਸਾਰੇ ਜੋ ਇਹ ਕਥਾ ਹਰ ਇੱਕ ਬੰਦੇ ਕੋਲ ਪਹੁੰਚਣੀ ਹੈ। ਪੜ੍ਹਾਈ ਇੱਕ ਆਪਣੀ ਜ਼ਿੰਦਗੀ ਦੀ ਇੱਕ ਅਲੱਗ ਚੀਜ਼ ਆ। ਤੁਹਾਡੀ ਜ਼ਿੰਦਗੀ 'ਚ ਇਕੱਲੀ ਪੜ੍ਹਾਈ ਨਹੀਂ ਹੈਗੀ, ਉੱਥੇ ਬੜਾ ਕੁਝ ਹੈਗਾ। ਤੁਹਾਡੀ ਫੈਮਿਲੀ, ਤੁਹਾਡਾ ਜੀਵਨ ਸਾਥੀ, ਤੁਹਾਡੇ ਬੱਚੇ, ਇਹ ਪੈਸਾ ਪੂਸਾ ਇੱਕ ਅਲੱਗ ਚੀਜ਼ ਹੈ, ਇਹ ਵੀ ਜ਼ਰੂਰਤ ਹੈਗੀ ਆ, ਪਰ ਇਹ ਕੁਝ ਪਰਸੈਂਟ ਆ। ਨਿਜਰ ਸਾਹਿਬ ਸਹੀ ਹੈ? ਬਿਲਕੁਲ। ਤੁਸੀਂ ਇਹਨੂੰ ਇਹ ਕਿਸੇ ਨੂੰ ਵੱਧ ਘੱਟ ਨਹੀਂ ਕਰ ਸਕਦੇ। ਜੇ ਤੁਸੀਂ ਵੱਧ ਘੱਟ ਕਰੋਗੇ ਤੁਹਾਡੀ ਲਾਈਫ ਬੜੀ ਔਖੀ ਹੋ ਜਾਣੀ। ਮੁੜ ਕੇ ਉਹਨੂੰ ਤੁਸੀਂ ਫਿਕਸ ਨਹੀਂ ਕਰ ਸਕਦੇ। ਔਰ ਐਸੀ ਚੀਜ਼ ਹੈ, ਇਹ ਕੋਈ ਗੰਢੇ ਨਹੀਂ ਆ, ਆਲੂ ਗੰਢੇ ਨਹੀਂ ਹੈ। ਤੁਸੀਂ ਬਾਜ਼ਾਰ ਗਏ 2 ਮਿੰਟ 'ਚ ਗਏ ਤੇ ਖਰੀਦ ਕੇ ਲੈ ਆਂਦੇ। ਇੱਕ ਮਤਲਬ ਜੀਵਨ ਸਾਥੀ ਲੱਭਣਾ ਹੈ, ਗੇਮ ਆ। ਲੱਭ ਜਿੱਤੇ ਅੱਜ ਸਾਡੇ ਲਾਗੇ ਗੁਆਂਢੀ ਹੈਗੇ ਸੀ, ਉਹਨਾਂ ਦੇ ਘਰ 3-4 ਕੁੜੀਆਂ ਸੀ, ਸੰਜੋਗ ਬਣੇ ਤੇ ਸਾਰੀਆਂ ਦੇ ਨਿੱਜਰ ਸਾਹਿਬ 1 ਸਾਲ 'ਚ ਹੀ ਵਿਆਹ ਹੋ ਗਏ। ਮੈਂ ਕੱਲ ਗਿਆ ਤੇ ਉਹਨਾਂ ਦਾ ਘਰ ਖਾਲੀ ਪਿਆ ਸੀ, ਸਾਰੇ ਵਿਆਹ ਗਏ। ਇਹ ਕਈ ਵਾਰੀ ਹੁੰਦਾ, ਪਰ ਕਈ ਵਾਰੀ ਅਸੀਂ ਟਾਲ ਮਟੋਲ ਕਰੀ ਜਾਂਦੇ ਹਾਂ। ਅੱਜ ਕਰਦੇ ਹਾਂ, ਕੱਲ ਕਰਦੇ ਹਾਂ, ਓਦਾਂ ਨਹੀਂ ਤੇ ਪਰਸੋਂ ਕਰਾਂਗੇ, ਉਹ ਨਹੀਂ ਫਲਾਨਾ। ਮੈਨੂੰ ਮੁੰਡਾ ਸੋਹਣਾ ਚਾਹੀਦਾ। ਹੁਣ ਮੁੰਡਾ ਸੋਹਣਾ ਇੱਕ ਚੰਗੇ ਖਾਨਦਾਨ ਦਾ ਹੋਵੇ, ਇੱਕ ਉਸ ਤੋਂ ਬਾਅਦ ਉਹਦੇ ਕੋਲ ਵੱਡੀ ਨੌਕਰੀ ਹੋਵੇ, ਇੱਕ ਉਹਦੇ ਕੋਲ ਜ਼ਮੀਨ ਇੰਨੀ ਹੋਵੇ। ਇਹ ਸਾਰਾ ਕੁਝ ਨਿੱਜਰ ਸਾਹਿਬ ਇਕੱਠਾ ਕਿੱਥੋਂ ਮਿਲੂਗਾ ਨਾ। ਇਹ ਤਾਂ ਮਤਲਬ ਇਹ ਆ ਕਿ ਤੁਸੀਂ 50 ਸਾਲ ਦੇ ਕਿ 70 ਸਾਲ ਦੇ ਵੀ ਹੋ ਜਾਓਗੇ ਤਾਂ ਵੀ ਨਹੀਂ ਇਹੋ ਜਿਹਾ ਬੰਦਾ ਲੱਭਣਾ। ਜਿੱਥੇ ਮੁੰਡਾ ਸੋਹਣਾ ਮਿਲਿਆ ਉੱਥੇ ਉਹਦੀ ਨੌਕਰੀ ਘੱਟ ਹੋਊਗੀ, ਤੇ ਜਿੱਥੇ ਨੌਕਰੀ ਵਧੀਆ ਉੱਥੇ ਮੁੰਡਾ ਠੀਕ ਠਾਕ ਜਿਹਾ ਮਿਲਣਾ ਵਾ। ਫਿਰ ਇਹ ਪੈਸੇ ਔਰ ਜ਼ਮੀਨਾਂ ਜਾਇਦਾਦਾਂ ਇਹ ਸਾਰਾ ਕੁਝ ਜੇ ਇਕੱਠਾ ਕਰਕੇ ਤੁਰੇ ਜਾਓਗੇ, ਏਦਾਂ ਦਾ ਬੰਦਾ ਲੱਭਣਾ ਬੜਾ ਔਖਾ। ਔਰ ਬਹੁਤ ਸਾਰੇ ਲੋਕ ਆਪਣੀਆਂ ਧੀਆਂ ਦਾ ਵਿਆਹ ਇਸੇ ਕਰਕੇ ਨਹੀਂ ਕਰਦੇ ਕਿਉਂਕਿ ਉਹਨਾਂ ਦੀ ਐਕਸਪੈਕਟੇਸ਼ਨ ਬਹੁਤ ਜ਼ਿਆਦਾ ਹਾਈ ਹੁੰਦੀ ਹੈ। ਔਰ ਫਿਰ ਜਦੋਂ ਕਿਸੇ ਕੁੜੀ ਦੀ ਉਮਰ 30 ਤੋਂ ਅਬੋਵ ਹੋ ਜਾਂਦੀ ਆ, ਫਿਰ ਉਹਨੂੰ ਵਿਆਹੁਣਾ ਬੜਾ ਔਖਾ। ਮੈਂ ਬੱਬੀ ਸ਼ਹੀਦੀ ਵੇਖਦਾ ਵਾਂ, ਕਈਆਂ ਵਿਚਾਰੀਆਂ ਨੇ ਕਿੰਨੀਆਂ ਉਮਰਾਂ ਹੋ ਗਈਆਂ ਨੇ, ਚੂੜੇ ਪਾਏ ਉਹਨਾਂ ਨੇ ਹੱਥਾਂ 'ਚ। ਕਿੰਨੀ ਮੁਸ਼ਕਿਲ ਹੁੰਦੀ ਨਿੱਜਰ ਸਾਹਿਬ। ਬਿਲਕੁਲ ਗੌਰਖ ਸਾਹਿਬ। ਔਰ ਇੱਕ ਚੀਜ਼ ਹੋਰ ਮੈਂ ਦੇਖੀ ਆ, ਉਹ ਜਿਹੜੀ ਆ ਕਹਿੰਦੇ ਜੀ ਬਸ ਕੁੜੀ ਜਿਹੜੀ ਹੈਗੀ 5 ਫੁੱਟ 7 ਇੰਚ ਹੈ ਤੇ ਮੁੰਡਾ ਜਿਹੜਾ ਹੈਗਾ ਉਹ ਜਿਹੜਾ ਹੈ 8, 9, 10, 11 ਹੋਣਾ ਚਾਹੀਦਾ। ਭਾਈ ਬਰਾਬਰ ਦਾ ਵੀ ਨਹੀਂ ਹੋਣਾ ਚਾਹੀਦਾ ਵੀ ਮਾੜਾ ਜਿਹਾ 1 ਇੰਚ ਉੱਚਾ ਹੈ ਤਾਂ ਵੀ ਨਹੀਂ ਕਹਿੰਦੇ ਨਹੀਂ। ਬਸ ਉਹ ਇੱਥੇ ਵੀ ਫਸ ਜਾਂਦਾ ਫਿਰ ਵਿੱਚ। ਹੁਣ ਸਾਡਾ ਇੱਕ ਮਾਮੇ ਦਾ ਮੁੰਡਾ ਵਾ, ਮਾਮਾ ਸ਼ਾਇਦ ਕਥਾ ਹੀ ਸੁਣਦਾ ਹੋਵੇ। ਮਾਮਾ ਕੱਲ ਮੈਨੂੰ ਫੋਨ ਕਰੂਗਾ ਹੁਣ ਚੇਤਾ। ਉਹ ਮਾਮੇ ਦਾ ਮੁੰਡਾ ਰਹਿੰਦਾ ਵਾ ਇੱਥੇ ਨਿਊਜ਼ੀਲੈਂਡ, 30 ਸਾਲ ਉਮਰ ਹੋ ਗਈ ਹੈ। ਚਲੋ ਪਹਿਲਾਂ ਕਹਿੰਦੇ ਕੁੜੀ ਚਾਹੀਦੀ ਹੈ, ਚਲੋ ਅਸੀਂ ਕਿ ਕੁੜੀ ਲੱਭੋ ਚ ਲੱਭ ਗਈ। ਹੁਣ ਉਹ ਮੁੰਡੇ ਨੇ ਇੱਕ ਡਿਮਾਂਡ ਰੱਖੀ, ਕੁੜੀ ਨੇ ਅੰਮ੍ਰਿਤ ਛਕਿਆ ਹੋਵੇ। ਨਿੱਜਰ ਸਾਹਿਬ ਨੰਬਰ ਚਲੋ ਅੰਮ੍ਰਿਤ ਰਾਈ ਲੱਭ ਗਈ। ਫਿਰ ਕਹਿੰਦਾ ਨਹੀਂ ਨਰਸ ਚਾਹੀਦੀ ਹੈ, ਨਾਲ ਨਰਸ ਵੀ ਹੋਵੇ। ਚਲੋ ਨਰਸ ਵੀ ਲੱਭ ਗਈ। ਫਿਰ ਕਹਿੰਦਾ ਨਹੀਂ ਉਹ ਇੱਕ ਹੋਰ ਡਿਮਾਂਡ ਆ ਗਈ, ਕਹਿੰਦਾ ਇਹਨੇ ਦਮਾਲਾ ਸਜਾਇਆ ਹੋਵੇ। ਨਿੱਜਰ ਸਾਹਿਬ ਦਮਾਲਾ ਤੇ ਮਾਮਾ ਕਹਿੰਦਾ ਏਦਾਂ ਕਰਕੇ ਪੁੱਤ ਤੂੰ ਉੱਥੇ ਹੀ ਲੱਭ ਲੈ। ਫਿਰ ਮਤਲਬ ਇਹ ਸਾਰਾ ਕੁਛ ਨਹੀਂ ਮਿਲਣਾ। ਆਪ ਸਮਝਦੇ ਨਾ, ਕਈ ਵਾਰੀ ਨਾ ਆਪਾਂ ਪਤਾ ਕਿਉਂ ਮਤਲਬ ਤੁਹਾਡੇ ਕੀ ਕਹਿੰਦੇ ਗੰਨਿਆਂ ਦੇ ਖੇਤ ਚੋਂ ਉਹ ਗੰਨਾ ਹੀ ਨਹੀਂ ਪਸੰਦ ਆਉਂਦਾ ਨਾ, ਉਹ ਬੰਦਾ ਖੇਤ ਚੋਂ ਬਾਹਰ ਆ ਜਾਂਦਾ। ਬਿਲਕੁਲ। ਤੁਸੀਂ ਕਿਤੇ ਵੇਖੋ ਸੇਬਾਂ ਦੀ ਰੇਟ ਤੇ ਚੱਲ ਜਾਓ, ਤੁਹਾਨੂੰ ਸੇਬ ਨਹੀਂ ਪਸੰਦ ਆਉਣਾ। ਲੈਣੇ ਕਿਲੋ ਆ, ਉੱਥੇ 2 ਕੁਇੰਟਲ ਸੇਬ ਪਏ ਆ ਤੇ ਉਹ ਮਤਲਬ ਕੋਈ ਕਈ ਵਾਰੀ ਚੀਜ਼ ਨਹੀਂ ਪਸੰਦ ਆਉਂਦੀ। ਸੋ ਇਸੇ ਕਰਕੇ ਮੈਂ ਮਜ਼ਾਕ ਨਹੀਂ ਕਰ ਰਿਹਾ। ਕੁਝ ਚੀਜ਼ਾਂ ਵੇਖੋ, ਸਭ ਤੋਂ ਪਹਿਲਾਂ ਵੇਖੋ ਬੰਦਾ ਚੰਗਾ ਵਾ, ਉਹ ਬੰਦਾ ਉਹ ਮਤਲਬ ਇੱਕ ਚੰਗਾ ਇਨਸਾਨ ਆ। ਜੇ ਉਹਦੇ ਕੋਲ ਪੜ੍ਹਾਈ ਹੈਗੀ ਆ,
ਚਲੋ ਅੱਜ ਨਹੀਂ ਤੇ ਕੱਲ ਨੂੰ ਉਹਨੇ ਨੌਕਰੀ ਮਿਲ ਹੀ ਜਾਣੀ ਆ। ਇਹਨਾਂ ਨੂੰ ਮੇਰੇ ਹਿਸਾਬ ਨਾਲ ਇਹਨਾਂ ਨੂੰ ਗਵਰਨਮੈਂਟ ਨੌਕਰੀ ਵਾਲਾ ਬੰਦਾ ਚਾਹੀਦਾ ਵਾ। ਉਸ ਤੋਂ ਬਾਅਦ ਜਿਹੜਾ ਬੰਦਾ ਵੀ ਚਾਹੀਦਾ ਹੋਊਗਾ ਉਹ ਵੀ ਉਸ ਤੋਂ ਵੱਡੀ ਜੌਬ ਵਾਲਾ। ਇਹ ਬੜੇ ਪ੍ਰੋਬਲਮ ਆ। ਇਹ ਬੰਬੇ ਬੜੀਆਂ ਕੁੜੀਆਂ ਏਦਾਂ ਬੈਠੀਆਂ ਨੇ, ਲੋੜ ਤੋਂ ਜ਼ਿਆਦਾ ਐਕਸਪੈਕਟੇਸ਼ਨ। ਤੇ ਹੁਣ ਜਿੱਦਾਂ ਇਹ ਲੋਕਾਂ ਨੂੰ ਰਿਜੈਕਟ ਕਰੀ ਜਾਂਦੇ ਆ, ਇਹ ਕਈ ਵਾਰੀ ਬੰਦੇ ਵੀ ਰਿਜੈਕਟ ਕਰੀ ਜਾਂਦੇ ਆ। ਪੰਗਾ ਤੇ ਆ ਇੱਕ ਗੱਲ। ਸੋ ਇਹ ਗੱਲ ਵੈਸੇ ਵੀ ਜੁੜੀ ਸੀ। ਚਲੋ ਜਿਹਨੂੰ ਲੋੜ ਹੋਵੇ ਉਹ ਗਿਆਨ ਲੈ ਲੇ। ਵੈਸੇ ਜਿਹਦੇ ਘਰ ਕੁੜੀ ਆ, ਪਲੀਜ਼ 20-22 ਸਾਲ ਤੋਂ ਸ਼ੁਰੂ ਕਰੋ। 23-24 ਸਾਲ 25 ਸਾਲ ਚ ਵਿਆਹ ਕਰਕੇ ਉਹਨੂੰ ਧੀ ਨੂੰ ਆਪਣੇ ਘਰ ਭੇਜੋ। ਉਹਨੂੰ ਕਹੇ ਪੁੱਤ ਪੜ੍ਹਨਾ ਤੇ ਆਪਣੇ ਘਰ ਪੜ੍ਹ। ਜੇ ਤਾਂ ਫਿਰ ਬੱਚਾ ਤੇ ਉਮਰ ਹੋ ਜਾਂਦੀ ਵੱਡੀ, ਫਿਰ ਮਾਂ ਪੀੜੀ ਦੀ ਬਹੁਤ ਵੱਡੀ ਟੈਨਸ਼ਨ ਹੋ ਜਾਂਦੀ। ਬਸ ਕਰ ਕਥਾ ਤੇ ਆ ਜਾ। ਹਾਂ ਨਹੀਂ ਕਥਾ ਤੇ ਕਾਰੀ ਤੇ ਮਾਤਾ ਕਥਾ, ਇਹ ਵੀ ਕਥਾ ਹੀ ਹੈ। ਇਹ ਵੀ ਲੋਕਾਂ ਦੇ ਬੜੇ ਮਸਲੇ ਤੇ ਤੁਹਾਨੂੰ ਤੇ ਆਉਂਦਾ ਨੀ, ਮੈਨੂੰ ਕਈ ਫੋਨ ਆਉਂਦੇ। ਹਾਂਜੀ ਠੀਕ ਹੈ ਜੀ ਨਿੱਜਰ ਸਾਹਿਬ। ਫਿਰ ਉਹ ਆ ਬੁੱਧੀ ਆ, ਕੁਬੁੱਧੀ ਤੇ ਬੁੱਧੀ। ਬੁੱਧੀ ਦਾ ਮਤਲਬ ਜਿਹੜੀ ਸਹੀ ਫੈਸਲਾ ਕਰਦੀ ਆ, ਜਿਹੜੀ ਚੀਜ਼ ਨੂੰ ਸਮਝਦੀ ਹੈ ਔਰ ਆਪਾਂ ਨੂੰ ਸਹੀ ਮਾਰਗ ਦਿਖਾਉਂਦੀ ਹੈ। ਕੁਬੁੱਧੀ ਦਾ ਮਤਲਬ ਜਿਹੜੀ ਸਾਨੂੰ ਮਾਰਗ ਤੋਂ ਭਟਕਾਉਂਦੀ ਆ। ਭਟਕਣਾ ਕਾਹਦਾ ਵਾ? ਤੁਹਾਡੀ ਜ਼ਿੰਦਗੀ 'ਚ ਮੁਸ਼ਕਲਾਂ ਕਾਹਦੀਆਂ ਨੇ? ਜਿਹੜੇ ਫੈਸਲੇ ਤੁਸੀਂ ਲੈਣੇ ਸੀ ਨਹੀਂ ਲੈ ਨਿੱਜਰ ਸਾਹਿਬ, ਔਰ ਫਿਰ ਉਹ ਫੈਸਲੇ ਤੇ ਉੱਥੇ ਖਲੋਤੇ ਔਰ ਮੁੜ ਕੇ ਉਹਨਾਂ ਝਾਕਣਾ ਆਉਣ ਵਾਲੇ ਸਮੇਂ 'ਚ ਤੁਹਾਡੇ ਸਾਹਮਣੇ ਪ੍ਰਗਟ ਹੋਣੀ ਹੈ। ਫਿਰ ਮਨ ਅਸ਼ਾਂਤ ਹੁੰਦਾ ਕਿਉਂਕਿ ਜ਼ਿੰਦਗੀ ਦੇ ਵਿੱਚ ਇਹ ਬੜੇ ਹੁੰਦੇ ਨੇ, ਕਾਰਨ ਹੁੰਦੇ ਨੇ। ਇਸ ਕਰਕੇ ਕੁਬੁੱਧੀ ਜਿਹੜੀ ਹੈ ਗੋਰਖੀ ਸਾਹਿਬ, ਇਹ ਨਾ ਆਪਾਂ ਨੂੰ ਸੱਚ ਔਰ ਝੂਠ ਦੀ ਪਰਖ ਕਰਨ ਦੀ ਆਪਣੇ ਕੋਲ ਛਮਤਾ ਨਹੀਂ ਹੁੰਦੀ, ਉਹਨੂੰ ਕੁਬੁੱਧੀ ਕਹਿੰਦੇ। ਹਾਂਜੀ ਵੀਰ ਜੀ। ਹਾਂ ਨਿੱਜਰ ਸਾਹਿਬ ਦੇਖ ਨਹੀਂ ਨਾ ਪਾਉਂਦਾ ਬੰਦਾ ਸੱਚਾਈ ਨੂੰ। ਹਾਂ ਜਿਹੜਾ ਮਾਨਸਿਕ ਆਪਾਂ ਇੱਕ ਭਰਮ ਦੇ ਵਿੱਚ ਬੈਠੇ ਹੁੰਦੇ ਆ ਨਾ, ਸੱਚ ਨੂੰ ਵੇਖਦੇ ਨਹੀਂ ਆਪਾਂ। ਆਪਾਂ ਇੱਕ ਕਲਪਨਿਕ ਜੀਵਨ ਬਤੀਤ ਕਰਦੇ ਹਾਂ। ਰਿਐਲਿਟੀ 'ਚ ਉਹ ਚੀਜ਼ਾਂ ਬਹੁਤ ਘੱਟ ਹੁੰਦੀਆਂ ਨੇ। ਇਹ ਵੀ ਨਿੱਜਰ ਸਾਹਿਬ ਕੁਬੁੱਧੀ ਹੁੰਦੀ ਹੈ। ਲੋੜ ਤੋਂ ਜ਼ਿਆਦਾ ਐਕਸਪੈਕਟੇਸ਼ਨ। ਬਿਲਕੁਲ। ਇਹ ਵੈਸੇ ਕੋਈ ਪ੍ਰੋਬਲਮ ਨਹੀਂ ਆ, ਟਰਾਈ ਕਰਨ 'ਚ ਕੀ ਜਾਂਦਾ ਹੈ, ਪਰ ਤੁਹਾਨੂੰ ਪਤਾ ਹੀ ਹੈ ਲੋੜ ਤੋਂ ਜਿਹੜੀ ਚੀਜ਼ ਜ਼ਿਆਦਾ ਆਪਾਂ ਐਕਸਪੈਕਟ ਕਰਦੇ ਹਾਂ ਉਹ ਚੀਜ਼ਾਂ ਤੇ ਇਹ ਕਹਿੰਦੇ ਇਸ ਸੰਸਾਰ 'ਚ ਕਿਸੇ ਨੂੰ ਮੁਕੰਮਲ ਜਹਾਨ ਨਹੀਂ ਮਿਲਦਾ। ਇਹ ਗਰੰਟੀ ਹੈ। ਤੁਹਾਨੂੰ ਥੋੜੀ ਬਹੁਤੀ ਐਡਜਸਟਮੈਂਟ ਕਰਨੀ ਪਊਗੀ। ਤੁਸੀਂ ਕੋਈ ਵੀ ਚੀਜ਼ ਖਰੀਦਣ ਜਾਂਦੇ ਜੋ ਨਾ, 100% ਤੁਹਾਡੀ ਮਰਜ਼ੀ ਦੀ ਮਿਲਣੀ ਨਹੀਂ ਆ। ਥੋੜੀ ਬਹੁਤੀ ਤੁਹਾਨੂੰ ਐਡਜਸਟਮੈਂਟ ਕਰਨੀ ਚਾਹੀਦੀ। ਉਹੀ ਸਿਆਣਪ ਹੈ। ਠੀਕ ਹੈ ਜੀ। ਅੱਗੇ ਚਲੀ ਨਿੱਜਰ ਸਾਹਿਬ। ਅੱਗੇ ਦਇਆ ਦੀ ਗੱਲ ਕਰ ਰਹੇ। ਬਈ ਦਇਆ ਆਪਣੇ ਅੰਦਰ, ਇਹ ਦਇਆ ਜ਼ਰੂਰੀ ਚਾਹੀਦੀ ਹੈ। ਬਈ ਦਇਆ ਨਹੀਂ ਹੈ ਤੇ ਧਰਮ ਨਹੀਂ ਆਏਗਾ। ਧੌਲ ਧਰਮ ਦਇਆ ਕਾ ਪੂਤ। ਧਰਮ ਨਾਮ ਦੀ ਚੀਜ਼ ਜਿਹੜੀ ਹੈਗੀ ਉਹ ਦਇਆ ਤੋਂ ਪੈਦਾ ਹੋਣੀ ਹੈ। ਤੇ ਹਾਂਜੀ ਦਇਆ ਦਾ ਮਤਲਬ ਇਹ ਸਾਧ ਸੰਗਤ ਜੀ ਜਿੱਥੇ ਲੋੜ ਆ, ਹੁਣ ਤੁਹਾਨੂੰ ਪਤਾ ਲੱਗਦਾ ਕਿ ਅਗਲੇ ਬੰਦੇ ਵਿਚਾਰੇ ਕੋਲ ਨਹੀਂ, ਇਹ ਸਮਰੱਥਾ ਨਹੀਂ ਹੈਗੀ। ਤੇ ਸਾਨੂੰ ਰੱਬ ਨੇ ਬੁੱਧੀ ਤੇ ਇਸ ਲਈ ਦਿੱਤੀ ਹੈ ਨਾ ਕਿ ਤੂੰ ਦੇਖੀ ਮੌਕਾ ਵੇਖ, ਤੇ ਜਿੱਥੇ ਵੀ ਤੈਨੂੰ ਲੱਗਦਾ ਕਿ ਨਹੀਂ ਹੋਰ ਕੋ ਪੂਰੀ ਹੋ ਰਹੀ ਹੈ ਤੂੰ ਉਹਦੀ ਮਦਦ ਕਰ ਯਾਰ। ਦਇਆ ਦੇ ਨਾਲ ਮਤਲਬ ਇਹ ਨਾ ਤੂੰ ਸੋਚੇ ਕਿ ਸਾਰਿਆਂ ਨੂੰ ਇੱਕ ਹੀ ਮੋਰੀ ਥੱਲੇ ਕੱਢੇਗਾ, ਤੇ ਉਹ ਨਹੀਂ ਗੱਲ ਬਣਨੀ। ਇਸ ਲਈ ਤੈਨੂੰ ਰੱਬ ਨੇ ਬੁੱਧੀ ਦਿੱਤੀ, ਤੈਨੂੰ ਅੱਖਾਂ ਦਿੱਤੀਆਂ, ਤੈਨੂੰ ਕੰਨ ਦਿੱਤੇ, ਤੇ ਜੇ ਕੋਈ ਲੋੜਵੰਦ ਆਉਂਦਾ ਪਿਆ ਵਾ ਉਹ ਕੋਲ ਨਹੀਂ ਹੈਗਾ, ਹੁਣ ਡਾਕਾ ਮਾਰਨ ਹੋ ਰਿਹਾ ਨਿੱਜਰ ਸਾਹਿਬ, ਤੇ ਉੱਥੇ ਤੂੰ ਆਪਣੀ ਬੁੱਧੀ ਤੇ ਇਸਤੇਮਾਲ ਕਰ। ਦਇਆ ਦੇ ਨਾਲ ਕੀ ਕਰ ਕਿ ਜੋ ਸਹੀ ਆ ਉਸ ਟਾਈਮ ਤੇ ਉਹਨੂੰ ਐਡਜਸਟ ਕਰ। ਪਰ ਕਾਫੀ ਔਖਾ ਹੈ। ਬੰਦਾ ਦਇਆ ਨਹੀਂ ਬੰਦੇ 'ਚ ਹੁੰਦੀ। ਬੰਦਾ ਕਿੱਥੇ ਬਖਸ਼ਦਾ? ਬੰਦਾ ਕਹਿੰਦਾ ਮੌਕਾ ਮਿਲੇ ਸਹੀ ਮੈਨੂੰ। ਹਾਂਜੀ ਇਸੇ ਕਰਕੇ ਬਾਣੀ 'ਚ ਕਿਹਾ ਉਹਨਾਂ ਨੇ ਔਖੀ ਚੀਜ਼ ਹੈ। ਹਾਂਜੀ ਪਰ ਨਿੰਦਾ ਘਟ ਚੂੜੀ ਕਹਿੰਦੇ, ਜੇ ਪਰਾਈ ਨਿੰਦਾ ਹੈ ਭਾਈ, ਫਿਰ ਤੂੰ ਜਿਹੜਾ ਹੈਗਾ, ਫਿਰ ਤੂੰ ਚੂੜਾ ਹੈਗਾ ਭਾਈ। ਤੇਰੇ ਅੰਦਰ ਚੂੜੀ ਬੈਠੀ ਹੋਈ। ਤੇਰੇ ਜਿੰਦੇ ਅਮਲ ਜਿਹੜੇ ਹੈਗੇ ਚੰਗੇ ਨਹੀਂ ਹੈਗੇ। ਤੇਰਾ ਜਿਹੜਾ ਰਹਿਣ ਸਹਿਣ ਜਿਹੜਾ ਹੈ ਤੇਰਾ, ਜੋ ਤੂੰ ਜੀਵਨ ਗੁਜ਼ਾਰ ਰਿਹਾ ਹੈ, ਜੇ ਤੂੰ ਨਿੰਦਾ ਕਰ ਰਿਹਾ ਪਿਆਰਿਆ, ਤੇਰੇ ਅੰਦਰ ਖੁਸ਼ੀ ਨਹੀਂ ਆਏਗੀ। ਤੇਰੇ ਅੰਦਰ ਦੁੱਖ ਤਕਲੀਫਾਂ ਵਧੀਆਂ ਰਹਿਣਗੀਆਂ ਤੇਰੇ ਅੰਦਰ, ਔਰ ਜੀਵਨ ਨਿਮਾਣ ਨੂੰ ਜਾਏਗਾ, ਉਚਾਈ ਵੱਲ ਨੂੰ ਨਹੀਂ ਜਾਏਗਾ। ਹਾਂਜੀ ਵੀਰ। ਹਾਂ ਤੇ ਪਰ ਨਿੰਦਿਆ ਦਾ ਮਤਲਬ ਇਹੋ ਹੈ ਕਿ ਜੇਕਰ ਤੁਸੀਂ ਬੈਠੇ ਜੋ ਤੇ ਤੁਸੀਂ ਹਮੇਸ਼ਾ ਦੂਜੇ ਨਾਲ ਈਰਖਾ ਕਰਦੇ ਰਹਿੰਦੇ ਜੋ, ਦੂਜੇ ਦੀਆਂ ਗੱਲਾਂ ਦੂਜਿਆਂ ਨਾਲ ਕਰਦੇ ਜੋ, ਤੇ ਇਹ ਔਗਣ ਹੈ, ਕਾਫੀ ਮਾੜਾ ਔਗਣ ਹੈ। ਕਿਉਂਕਿ ਲੋੜ ਹੀ ਨਹੀਂ ਸਾਡਾ ਕਿਸੇ ਪ੍ਰਤੀ ਬੋਲਣ ਦਾ, ਔਰ ਇਹ ਵੇਸਟ ਆਫ ਐਨਰਜੀ ਹੈ। ਔਰ ਉਹ ਫਿਰ ਭਾਵੇਂ ਤੁਸੀਂ ਆਪਣੇ ਬਰਤਨ 'ਚ ਗੰਦਾ ਪਾਣੀ ਪਾਓ 2 ਮਿੰਟ ਲਈ, ਤੇ ਨਿੱਜਾ ਸਾਹਿਬ ਉਹਨੇ ਤੁਹਾਡਾ ਬਰਤਨ ਗੰਦਾ ਕਰ ਜਾਣਾ। ਇਸੇ ਕਰਕੇ ਮਨਾ ਕਰਦੇ ਨੇ। ਬਿਲਕੁਲ ਕਰ ਜਾਣਾ ਗੋਰਖੀ ਸਾਹਿਬ। ਔਰ ਪਰਾਈ ਨਿੰਦਾ ਦੇਖੋ, ਕੋਈ ਵੀ ਦੁਨੀਆ ਦੇ ਜਿੰਨੇ ਵੀ ਜੀਵ ਹੈਗੇ, ਜਿੰਨੇ ਵੀ ਇਨਸਾਨ ਹੈਗੇ ਆ, ਉਹਨਾਂ ਦੇ ਅੰਦਰ ਗੁਣ ਵੀ ਹੈਗੇ ਤੇ ਅਵਗੁਣ ਵੀ ਹੈਗੇ। ਇਹ ਰੇਸ਼ੋ ਕੰਬੀਨੇਸ਼ਨ ਜਿਹੜਾ ਹੈਗਾ, ਇਹ ਇਸੇ ਤਰ੍ਹਾਂ ਸਾਰੀ ਦੁਨੀਆ ਬਣੀ ਹੋਈ ਆ, ਗੁਣਾਂ ਦੇ ਨਾਲ ਤੇ ਅਵਗੁਣਾਂ ਦੇ ਨਾਲ। ਹੁਣ ਆਪਾਂ ਜੇ ਆਪਣੀ ਨਜ਼ਰ ਜਿਹੜੀ ਹੈਗੀ ਆ ਉਹਨੇ ਅਵਗੁਣ ਹੀ ਦੇਖਣੇ ਆ, ਤੇ ਫਿਰ ਤਾਂ ਭਾਈ ਜਿਹੜਾ ਹੈਗਾ ਆਪਾਂ ਗਾਹਕ ਹੀ ਜਿਹੜੇ ਹੈਗੇ
ਗਲਤ ਗਾਹਕ ਹੋ ਗਏ ਨਾ, ਕੋਈ ਆਪਾਂ ਨੂੰ ਗਲਤ ਚੀਜ਼ ਪਸੰਦ ਆ ਰਹੀ ਹੈ। ਔਗਣ ਜਿਹੜੇ ਆ ਕੰਡੇ ਹੈਗੇ ਆ ਅਗਲੇ ਦੇ, ਉਹ ਕੰਡੇ ਆਪਾਂ ਆਪਣੇ ਲਾ ਲੈਂਦੇ ਆ। ਪਰ ਆਪਾਂ ਉਹਨਾਂ ਕੰਡਿਆਂ ਦੇ ਨਾਲ ਜਿਹੜਾ ਹੈਗਾ ਆਪਣਾ ਮਨ ਅੰਦਰ ਜਿਹੜਾ ਹੈਗਾ ਆਪਣੀ ਸੋਚ ਸਾਰੀ ਦੀ ਸਾਰੀ ਕੰਡਿਆਲੀ ਹੋ ਜਾਂਦੀ ਹੈ। ਬਸ ਆਹ ਪ੍ਰੋਬਲਮ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਨਿਜਰ ਸਾਹਿਬ, ਅੱਗੇ ਚੱਲੀਏ। ਮੁੱਠੀ ਕ੍ਰੋਧ ਚੰਡਾਲ, ਆਹ ਚੰਡਾਲਣੀ ਵੀ ਹੈਗੀ ਭਾਈ। ਕ੍ਰੋਧ ਆ ਗਿਆ ਅੰਦਰ, ਜੇ ਕ੍ਰੋਧ ਆ ਗਿਆ ਤੇ ਮਾੜੀ ਮੋਟੀ ਜਿਹੜੀ ਬੁੱਧੀ ਹੈ ਉਹ ਵੀ ਗਾਇਬ ਹੋ ਜਾਣੀ ਹੈ। ਕ੍ਰੋਧ ਹੈਗਾ ਭਾਵਨਾ ਪ੍ਰਧਾਨ, ਭਾਵਨਾ ਦੇ ਨਾਲ ਕ੍ਰੋਧ ਆਉਂਦਾ ਹੈ। ਜੋ ਭਾਵਨਾ, ਜਿਸ ਤਰ੍ਹਾਂ ਭਾਵਨਾ ਕੀ ਹੈ, ਵਿਚਾਰ ਜਿਸ ਤਰ੍ਹਾਂ ਦਾ ਮਨ ਦੇ ਵਿੱਚ ਆ ਗਿਆ, ਉਹਨੇ ਉਸੇ ਟਾਈਮ ਜਿਹੜਾ ਹੈਗਾ ਇਨਸਾਨ ਨੇ ਜਿਹੜਾ ਹੈਗਾ ਭਾਵਨਾ ਦੇ ਉਹਦੇ ਤੇ ਐਕਸ਼ਨ ਚੱਕ ਦੇਣੀ ਆ ਉਹਨੇ। ਕਹਿੰਦੇ ਬਾਅਦ ਇਹ ਵੀ ਜ਼ਬਰਦਸਤ ਨੁਕਸਾਨ ਕਰਦਾ ਹੈ ਜੀਵਨ ਦੇ ਵਿੱਚ। ਹਾਂਜੀ ਮੈਂ ਦੱਸਦਾ ਨਿਜਰ ਸਾਹਿਬ ਕ੍ਰੋਧ ਬਾਰੇ ਥੋੜਾ ਜਿਹਾ। ਸਾਧ ਸੰਗਤ ਜੀ, ਕ੍ਰੋਧ ਦਾ ਮਤਲਬ ਇਹ ਹੁੰਦਾ ਕਿ ਕੋਈ ਚੀਜ਼ਾਂ ਤੁਹਾਨੂੰ ਪਸੰਦ ਨਹੀਂ ਹੁੰਦੀਆਂ ਤੇ ਉਹ ਖਾਸ ਕਰਕੇ ਉਹ ਤੁਹਾਡੇ ਸਾਹਮਣੇ ਉਹ ਬੰਦਾ ਕਰਨਾ ਸ਼ੁਰੂ ਕਰ ਦੇ ਉਹ ਚੀਜ਼ਾਂ, ਔਰ ਤੁਹਾਡੇ ਅੰਦਰ ਨਾ ਉਸ ਚੀਜ਼ ਦੇ ਲਈ ਇੱਕ ਨਾ ਤੁਹਾਡੇ ਅੰਦਰ ਛੋਟੀ ਜਿਹੀ ਤਰੰਗ ਪੈਦਾ ਹੁੰਦੀ ਹੈ। ਹੁਣ ਤੁਸੀਂ ਉਹਨੂੰ ਕਹਿ ਤੇ ਸਕਦੇ ਨਹੀਂ, ਪਰ ਉਹ ਚੀਜ਼ ਤੁਹਾਡੇ ਸਾਹਮਣੇ ਹੋ ਰਹੀ ਆ। ਜਾਂ ਤੁਸੀਂ ਏਦਾਂ ਕਰੋ ਕਿ ਤੁਸੀਂ ਗੱਲਾਂ ਬਾਤਾਂ ਕਰ ਰਹੇ ਜੋ, ਤੁਸੀਂ ਆਪਣੀ ਘਰ ਦੀ ਨੂੰ ਕਿਹਾ ਚੁੱਪ ਹੋ ਜਾਓ, ਜਾਂ ਘਰ ਦੀ ਨੇ ਕਿਹਾ ਤੁਹਾਨੂੰ ਤੁਸੀਂ ਚੁੱਪ ਹੋ ਜਾਓ, ਤੇ ਉਸ ਟਾਈਮ ਤੇ ਅਗਲਾ ਬੰਦਾ ਨਹੀਂ ਚੁੱਪ ਹੁੰਦਾ। ਤੁਹਾਡੇ ਅੰਦਰ ਸੂਖਮ ਹਉਮੈ ਆ, ਉਹਨੂੰ ਠੇਸ ਵੱਜਦੀ ਆ ਕਿ ਹਾਂ ਨਾ, ਜਾਂ ਮੈਂ ਘਰ ਦਾ ਮੈਨ ਆ, ਮੈਂ ਹੈਡ ਆਫ ਫੈਮਿਲੀ ਆ, ਤੇ ਮੈਂ ਜੋ ਗੱਲ ਕਹੀ ਆ ਗੱਲ ਹੋਈ ਕਿਉਂ ਨਹੀਂ। ਸੋ ਮੋਸਟਲੀ ਜਿਹੜਾ ਕ੍ਰੋਧ ਆ ਉਹ ਤੁਹਾਡੀ ਹਉਮੈ ਦੇ ਨਾਲ ਰਿਲੇਟਡ ਆ। ਕ੍ਰੋਧ ਦਾ ਮਤਲਬ ਇਹ ਆ ਕਿ ਤੁਸੀਂ ਅਸਲੀਅਤ ਤੋਂ ਬਹੁਤ ਅਣਜਾਣ ਜੋ, ਅਸਲੀਅਤ ਨਹੀਂ ਸਮਝਣਾ ਚਾਹੁੰਦੇ। ਤੁਸੀਂ ਆਪਣੇ ਆਪ ਨੂੰ ਹੈਡ ਸਮਝ ਕੇ, ਔਰ ਜੋ ਤੁਸੀਂ ਸੋਚਦੇ ਜੋ ਤੁਸੀਂ ਕਰਦੇ ਜੋ ਤੁਸੀਂ ਬੋਲਦੇ ਜੋ ਤੁਸੀਂ ਵੇਖਦੇ ਜੋ ਤੁਸੀਂ ਸੋਚਦੇ ਜੋ, ਇਹੋ ਸਹੀ ਆ। ਬਿਲਕੁਲ ਆਹੀ ਪ੍ਰੋਬਲਮ ਹੈ, ਇੱਥੇ ਹੀ ਪ੍ਰੋਬਲਮ ਹੈ। ਔਰ ਉੱਥੇ ਮੇਰੇ ਵਰਗਾ ਨਹੀਂ ਬੇਟਾ ਪੈਂਦਾ, ਤੁਸੀਂ ਕਹਿੰਦੇ ਗਲਤ ਆ, ਮੇਰੇ ਤੇ ਗੁੱਸਾ ਕਰੋਗੇ ਬਈ ਇਹਨੂੰ ਅਕਲ ਨਹੀਂ ਹੈਗੀ। ਪਰ ਦੇਖੋ ਜੋ ਮੈਂ ਸੋਚਿਆ ਵਾ, ਦੇਖੋ ਹਰ ਇੱਕ ਬੰਦੇ ਦੀ ਸਮਰੱਥਾ ਵਾ, ਉਹ ਉਸ ਤੋਂ ਵੱਧ ਨਹੀਂ ਜ਼ਿਆਦਾ ਸੋਚ ਸਕਦਾ। ਨਿਜਰ ਸਾਹਿਬ ਇਹ ਬੜਾ ਪੰਗਾ ਵਾ, ਕਿਉਂਕਿ ਆਪਾਂ ਲੋੜ ਤੋਂ ਜ਼ਿਆਦਾ ਐਕਸਪੈਕਟ ਕਰਦੇ ਹਾਂ। ਹੁਣ ਘਰਾਂ 'ਚ ਜਦੋਂ ਨੌਂ ਆਉਂਦੀ ਆ, ਉਹਨੂੰ ਨਵੀਂ ਕੁੜੀ ਆਈ ਆ, ਉਹ ਨੈਚੁਰਲੀ ਆ, ਉਹ ਮਾਂ ਬਾਪ ਨੇ ਉਹ ਕਿੱਦਾਂ ਦੇ ਸੰਸਕਾਰ ਦਿੱਤੇ ਨੇ, ਕਿੱਦਾਂ ਦੇ ਉਹਨੂੰ ਮਤਲਬ ਸਿੱਖਿਆ ਦਿੱਤੀ ਆ, ਨੈਚੁਰਲੀ ਉਹਦੇ ਸਿਰ ਉਹ ਇੱਕ ਦਿਨ 'ਚ ਸਿੱਖਿਆ। ਹੁਣ ਮੇਰੇ ਵਰਗਾ ਉੱਥੇ 2 ਮਿੰਟ 'ਚ ਬਹਿ ਕਹਿ ਦੇ ਕਿ ਬਈ ਆਹ ਕੰਮ ਕਰਨੇ ਆ ਤੇ ਆਹ ਨਹੀਂ ਕਰਨੇ ਆ, ਤੇ ਨਿਜਾ ਸਾਹਿਬ ਉਹਦਾ ਕੋਈ ਅਸਰ ਤੇ ਨਹੀਂ ਨਾ ਹੋਣਾ ਕਿ ਹੋ ਜਾਊਗਾ ਨਹੀਂ। ਉੱਥੇ ਵਾਵਾ ਟਾਈਮ ਦੀ ਉਹਨਾਂ ਗਰੋ ਕੀਤੀ ਕੁੜੀ। ਹੁਣ ਬਸ 20-22 ਸਾਲ 25 ਸਾਲ ਦੀ ਕੁੜੀ ਨੂੰ ਵੱਡਾ ਕਰ ਰਹੇ। ਛੋਟੇ ਹੁੰਦੇ ਜੇਕਰ ਉਹਨੂੰ ਕੋਈ ਮਾਂ ਨੇ ਅਕਲ ਨਹੀਂ ਦਿੱਤੀ ਤੇ ਨੈਚੁਰਲੀ ਉਹ 'ਚ ਨਹੀਂ ਹੈਗੀ ਉਹ। ਹੁਣ ਅਗਲੇ ਬੰਨੇ ਅਗਲੇ ਹੁਣ ਸਾਰੇ ਮੇਰੇ ਅੱਗੇ ਬੈਠੇ ਹੁੰਦੇ, ਉਹ ਕਹੇ ਕਿ ਇਹ ਕੁੜੀ ਬੜੀ ਹੋਵੇ, ਮਤਲਬ ਇੱਥੇ ਸਾਰੇ ਗੁਣ ਹੋਣ, ਤੇ ਜੀ ਮਾਂ ਬਾਪ ਨੇ ਉਹਨੂੰ ਦਿੱਤੇ ਹੀ ਨਹੀਂ। ਮਾਂ ਬਾਪ ਨੇ ਇਕੱਲਾ ਪੈਸਾ ਕਮਾਇਆ, ਨੌਕਰੀਆਂ ਕਰਕੇ ਉਹਨੂੰ ਵੱਡੇ ਵੱਡੇ ਕਾਲਜਾਂ 'ਚ ਭੇਜਤਾ। ਉਹ ਕਾਲਜਾਂ ਕੁਲਜਾਂ 'ਚ ਤੇ ਸੰਸਕਾਰ ਹੈ ਨਹੀਂ, ਉਹ ਤੇ ਮਾਂ ਬਾਪ ਨੇ ਆਪ ਦੇਣੇ ਹੁੰਦੇ ਆ। ਔਰ ਸੰਸਕਾਰ ਵੀ ਕਿੱਥੋਂ ਦੇਣੇ ਆ, ਉਹ ਕਹਿ ਕੇ ਨਹੀਂ ਦੇਣੇ। ਮਾਂ ਨੂੰ ਉਹ ਕੰਮ ਕਰਨਾ ਪੈਣਾ ਵਾ, ਇਹ ਸੰਸਕਾਰ ਧੀ ਨੇ ਲੈਣੇ ਆ। ਇਹ ਵੀ ਨਾ ਕਿਤੇ ਕਿਤਾਬਾਂ ਪੜ੍ਹ ਕੇ ਸੁਣਾਉਣ ਡੈ ਪਿਓ, ਏਦਾਂ ਕੋਈ ਨਹੀਂ ਮੰਨਦਾ। ਜੇ ਏਦਾਂ ਕਿਤਾਬਾਂ 'ਚ ਪੜ੍ਹਿਆ ਲੋਕੀ ਸਿਆਣੇ ਹੁੰਦੇ ਤੇ ਯੂਨੀਵਰਸਿਟੀਆਂ 'ਚ ਸਾਰੇ ਬੰਦੇ ਬੜੇ ਸੱਚੇ ਹੋ ਜਾਣੇ ਸੀ। ਉਹ ਫਿਰ ਕ੍ਰਿਮੀਨਲ ਨਾ ਬਣ, ਉਹ ਮਾੜੇ ਇਨਸਾਨ ਨਾ ਬਣ। ਇਹ ਸੰਸਕਾਰ ਤੁਹਾਨੂੰ ਉਸ ਜੀਵਨ ਨੂੰ ਉਹਨਾਂ ਦੇ ਸਾਹਮਣੇ ਬਤੀਤ ਕਰਨਾ ਪਊਗਾ, ਕਿਉਂਕਿ ਤੁਸੀਂ ਉਹਨਾਂ ਦੇ ਰੋਲ ਮਾਡਲ ਜੋ। ਹੁਣ ਤੁਸੀਂ ਹਸਬੈਂਡ ਵਾਈਫ ਲੜਾਈਆਂ ਕਰੀ ਜਾਂਦੇ ਜੋ, ਸੋਚਦੇ ਕਿ ਬੱਚਾ ਸਾਡਾ ਜੀ ਨਿੱਜਰ ਸਾਹਿਬ ਉਹ ਬਣ ਜੇ ਸਰਵਣ, ਉਹ ਕਿੱਥੋਂ ਬਣ ਜੂ? ਉਹ ਕਹਿੰਦੇ ਨਾਰਮਲ ਆ। ਪਾਪਾ ਤੇ ਵੇਖਣ ਨੇ ਛੋਟੇ ਹੁੰਦਾ ਲੜੀ ਜਾਂਦਾ ਸੀ, ਇਹ ਵੇਲੇ ਵੇਲੇ ਮਾਂ ਦੇ ਮੋਰਾਂ ਤੇ 2 ਡਾਂਗਾ ਵੀ ਮਾਰ ਦਿੰਦਾ ਸੀ ਨਿੱਜਰ ਸਾਹਿਬ। ਬਿਲਕੁਲ ਸਹੀ ਗੱਲ ਆ। ਔਰ ਕਿ ਕੋਈ ਦਿਨ ਦੇਖਿਆ ਨਹੀਂ ਜਿੱਦਣ ਇਹ ਦਾਰੂ ਨਾ ਪੀਂਦਾ ਹੋਏ, ਕੋਈ ਦਿਨ ਗੁਜ਼ਰਿਆ ਨਹੀਂ। ਇਹ ਤੇ ਆਮ ਹੀ ਉਹ ਕਹਿੰਦਾ ਬੜੀ ਵਧੀਆ ਗੱਲ ਆ, ਤੇ ਮੈਂ ਵੀ ਤੇ ਇਹੋ ਕਰੂੰਗਾ। ਉਹ ਵੱਖਰੀ ਗੱਲ ਹੈ, 1-2% ਨਹੀਂ ਵੀ ਕਰਨ, ਪਰ ਮੈਜੋਰਟੀ ਆ ਉਹ ਕਰਦੇ ਆ, ਕਿਉਂਕਿ ਵੇਂਦਾ ਰਿਹਾ ਵਾ। ਪਿਓ ਮੇਰੇ ਨੇ ਤੇ ਮੈਨੂੰ ਸਿੱਖਿਆ ਦਿੱਤੀ, ਹਰ ਦਿਨ ਤੇ ਰਾਤ ਨੂੰ ਆਉਂਦਾ ਸੀ 12-1 ਵਜੇ, ਬੂਹਾ ਖੜਕਾਉਂਦਾ ਸੀ, ਡਾਂਗਾ ਫੇਰਦਾ ਸੀ ਤੇ ਮਾਂ ਨੂੰ ਉਠਾ ਲੈਂਦਾ ਸੀ, ਲਿਆਓ ਰੋਟੀ। ਹੁਣ ਉਹ ਕਹਿੰਦਾ ਇਹ ਤੇ ਨਾਰਮਲ ਹੀ ਆ। ਉਤੋਂ ਰੌਲਾ ਪਾਉਂਦਾ ਹੈ, ਗੱਲਾਂ ਤੇ ਫਾਲਤੂ ਗੱਲਾਂ ਕਰਦਾ। ਫਿਰ ਉਹ ਰੋਲ ਮਾਡਲ ਜਿਹੋ ਜਿਹਾ ਸੀ, ਉਹ ਬੱਚੇ ਨੇ ਛੋਟੇ ਹੁੰਦੇ ਨੇ ਉਹਨੂੰ ਗ੍ਰਹਿਣ ਕਰ ਲਿਆ। ਤੁਸੀਂ ਚਾਹੁੰਦੇ ਕਿ ਤੁਹਾਡੇ ਬੱਚੇ ਚੰਗੀ ਤਰ੍ਹਾਂ ਜੁੱਤੀ ਰੱਖਣ, ਤੁਹਾਨੂੰ ਵੀ ਉਹ ਚੰਗੀ ਤਰ੍ਹਾਂ ਰੱਖਣੀ ਪੈਣੀ ਆ। ਹੁਣ ਤੁਸੀਂ ਕਹੋ ਬੱਚੇ ਨੂੰ ਤੁਸੀਂ ਮੋਬਾਇਲ ਨਾ ਯੂਜ਼ ਕਰੋ, ਤੇ ਆਪ 3 ਵਜੇ ਤੱਕ 2 ਵਜੇ ਤੱਕ ਮੋਬਾਇਲ ਦੇ ਗਾੜੀ ਬੈਠੇ ਰਹੋ। ਨਿੱਜਾ ਸਾਹਿਬ ਬਿਲਕੁਲ। ਇਹ ਤੇ ਹੁਣ ਜਿਹੜੀ
ਜਿਹੜੀ ਚੀਜ਼ ਮੈਂ ਕਰ ਰਿਹਾ ਔਰ ਮੈਂ ਦੂਜੇ ਨੂੰ ਮਨਾ ਕਰ ਰਿਹਾ, ਉਹ ਚੀਜ਼ ਕਿੱਥੋਂ ਬਣੂਗੀ? ਸੋ ਇਹ ਇੱਕ ਕਾਈਂਡ ਆਫ ਬੜਾ ਬਰੀਕ ਮੈਟਰ ਆ ਇਹ, ਖਾਸ ਕਰਕੇ ਜਦੋਂ ਤੁਹਾਡੇ ਘਰ ਬੱਚਾ ਪੈਦਾ ਹੁੰਦਾ ਹੈ। ਚਲੋ ਸਾਡੇ ਹੁਣ ਮੈਂ ਤੇ ਘਰੇ ਬੈਠਾ, ਮੈਂ 7-8 ਮਹੀਨੇ ਇਹੋ ਚੀਜ਼ ਤੇ ਵੇਖਣ, ਕਿੱਥੇ ਕਮੀ ਕਿੱਥੇ ਐਡਜਸਟਮੈਂਟ ਕਰਨੀ, ਕਿਉਂਕਿ ਇੱਕ ਬੰਦੇ ਨੇ ਜੋ ਗਾਈਡ ਕਰਨਾ ਹੈ ਬੱਚੇ ਨੂੰ, ਮਾਂ ਨੇ ਉਹਨੂੰ ਭਾਵਨਾਤਮਕ ਜੀਵਨ ਦੱਸਣਾ ਹੈ ਤੇ ਪਿਓ ਨੇ ਉਹਨੂੰ ਸੰਸਾਰ ਦਾ ਜੀਵਨ ਦੱਸਣਾ ਹੈ ਕਿ ਤੂੰ ਸੰਸਾਰ 'ਚ ਕਿੱਦਾਂ ਸਰਵਾਈਵ ਕਰਨਾ ਹੈ। ਦੇਖੋ ਛੋਟੀ ਮੋਟੀ ਟ੍ਰੇਨਿੰਗ ਤੇ ਦੇਣੀ ਪੈਂਦੀ ਹੈ ਨਾ। ਕੋਈ ਟੀਚਰ ਨੂੰ ਅੱਖਰਾਂ ਦਾ ਗਿਆਨ ਦਿੰਦੇ ਆ, ਪਿਓ ਉਹਦੇ ਕਾਰ ਵਿਹਾਰ ਵਹਿੰਦਾ ਹੈ ਕਿ ਕਿੱਦਾਂ ਬੋਲਦਾ ਹੈ, ਕਿੱਦਾਂ ਖਲੋਂਦਾ ਹੈ, ਕਿੱਦਾਂ ਬਹਿੰਦਾ ਹੈ, ਕਿੱਦਾਂ ਜੁੱਤੀ ਲਾਉਂਦਾ ਹੈ, ਕਿੱਦਾਂ ਕੱਪੜੇ ਪਾਉਂਦਾ ਹੈ, ਕਿੱਦਾਂ ਪੱਗ ਬੰਨਦਾ ਹੈ। ਸੋ ਉਹ ਇੱਕ ਅਲੱਗ ਕਿਸਮ ਦੀ ਨਜ਼ਰ ਹੁੰਦੀ ਹੈ, ਉਹ ਵੈਸੇ ਬਾਈ ਪ੍ਰੋਡਕਟ ਹੀ ਹੁੰਦੀ ਹੈ। ਪਿਓ ਆਪਣੇ ਬੱਚੇ ਨੂੰ ਉਹ ਚੀਜ਼ਾਂ ਸਿਖਾਉਂਦਾ ਹੈ। ਮਾਂ ਜਿਹੜੀ ਹੁੰਦੀ ਆ ਉਹ ਆਪਣੀ ਧੀ ਨੂੰ ਕਾਫੀ ਸੰਸਕਾਰ ਦਿੰਦੀ ਹੈ ਕਿ ਕਿੱਦਾਂ ਪੁੱਤ ਤੂੰ ਕੱਲ ਨੂੰ ਇੱਕ ਵਾਈਫ ਬਣਨਾ ਹੈ, ਫਿਰ ਤੂੰ ਮਾਂ ਬਣਨਾ ਹੈ। ਸੋ ਇਹ ਟ੍ਰੇਨਿੰਗ ਹੁੰਦੀ ਆ। ਔਰ ਤੁਸੀਂ ਕਹੋ ਕਿ 2-4 ਮਿੰਟ 'ਚ ਕਿਹਨੂੰ ਟ੍ਰੇਨਿੰਗ ਦੇ ਦਿਓ, ਫਿਰ ਅਗਲੇ ਬੰਦੇ ਉਹ ਹੁਣ ਜਿੱਦਾਂ ਕਿ ਇਹਨੂੰ ਜੋਬ ਬਣਾਉਂਦੀ ਹੋਵੇ ਤੇ ਸਡਨਲੀ ਤੁਸੀਂ ਨੂੰ ਜੋਬ ਤੇ ਦੇ ਦਿਓ ਤੇ ਉਹ ਵਿਚਾਰੇ ਕੋ ਜੋਬ ਹੈਂਡਲ ਹੀ ਨਹੀਂ ਹੋਣੀ। ਉਹ ਤੇ ਤਾਈਓ ਤੇ ਟ੍ਰੇਨਿੰਗ ਹੁੰਦੀ ਹੈ। ਤੁਹਾਡੇ ਵੇਖੋ ਜਦੋਂ ITI ਕਰਦੇ ਇਲੈਕਟ੍ਰੀਕਲ 'ਚ, ਫਿਰ ਉਹਨੂੰ ਅਪ੍ਰੈਂਟਿਸਸ਼ਿਪ ਤੇ ਭੇਜਦੇ ਵੀ ਇੱਥੇ 3-4 ਮਹੀਨੇ ਸਾਲ ਟ੍ਰੇਨਿੰਗ ਕਰ, ਪ੍ਰੈਕਟੀਕਲ ਕਰਕੇ ਆ, ਫਿਰ ਤੂੰ ਨੌਕਰੀ ਤੇ ਜਾਈਂ। ਕਿਉਂਕਿ ਦੇਖੋ ਪਤਾ ਕੀ ਹੈ ਕਿ ਆਪਾਂ ਰੋਲ ਮਾਡਲ ਬਣਨ ਨੂੰ ਤਿਆਰ ਹੀ ਨਹੀਂ ਹੈ। ਬਾਣੀ ਇਹ ਚੀਜ਼ ਨੂੰ ਸਾਨੂੰ ਇਹੋ ਹੀ ਸਮਝਾ ਰਹੀ ਹੈ ਕਿ ਤੁਸੀਂ ਦੇਖੋ ਪਲੀਜ਼ ਜੋ ਵੀ ਕਰ ਰਹੇ ਜੋ, ਤੁਸੀਂ ਵੇਖੋ ਕ੍ਰੋਧ ਦੀ ਗੱਲ ਕਰਦੇ ਜੋ, ਕ੍ਰੋਧ ਤੁਸੀਂ ਆਪ ਤੇ ਨਹੀਂ ਕਿਤੇ ਕਰਦੇ। ਹੁਣ ਜੇ ਮੈਂ ਕਰ ਰਿਹਾ ਔਰ ਮੈਂ ਫਿਰ ਚਾਹੁੰਦਾ ਕਿ ਮੇਰੇ ਬੱਚੇ ਵੀ ਕ੍ਰੋਧ ਤੋਂ ਬਿਨਾਂ ਪੈਦਾ ਹੋ ਜਾਣ, ਜਦ ਕਿ ਉਹਨਾਂ ਮੈਨੂੰ ਵੇਖਿਆ ਕਿ ਪਾਪਾ ਬਿਨਾਂ ਮਤਲਬ ਦੇ ਵੀ ਕ੍ਰੋਧ ਕਰਦੇ ਆ। ਕਈ ਵਾਰੀ ਤੇ ਵੈਲਿਡ ਪੁਆਇੰਟ ਵੀ ਨਹੀਂ ਹੁੰਦਾ, ਜਾਣ ਕੇ ਬਾਹਰੋਂ ਸੜਿਆ ਆਇਆ ਵਾ ਤੇ ਘਰੇ ਵੀ ਆ ਕੇ ਸਾੜ ਘੋਲਣਾ ਸ਼ੁਰੂ ਕਰਤਾ। ਨਿੱਜਰ ਸਾਹਿਬ ਅਕਸਰ ਏਦਾਂ ਘਰਾਂ ਦੀਆਂ ਸਟੋਰੀਆਂ ਹੈਗੀਆਂ ਨੇ। ਸਹੀ ਹੈ ਕਿ ਨਹੀਂ? ਬਿਲਕੁਲ ਸਹੀ ਗੱਲ ਆ। ਇਨਸਾਨ ਦੇ ਆਪਣੇ ਅੰਦਰ ਜਿਹੜਾ ਹੈਗਾ, ਇਨਸਾਨ ਦੇ ਆਪਣੇ ਅੰਦਰ ਐਬ ਹੈਗੇ, ਆਪਣੇ ਅੰਦਰ ਜਿਹੜਾ ਹੈਗਾ ਉਹਦਾ ਜੀਵਨ ਸਹੀ ਨਹੀਂ ਹੈਗਾ। ਘਰ ਦੇ ਵਿੱਚ ਜਿਹੜੇ ਹੈਗੇ, ਜਿੰਨੇ ਵੀ ਘਰ ਦੇ ਵਿੱਚ ਹੋਏ, ਚਾਹੇ ਦਫ਼ਤਰ ਦੇ ਵਿੱਚ ਹੋਏ, ਜਾਂ ਜਿੱਥੇ ਵੀ ਉਹ ਜਾਂਦਾ ਹੈ, ਉੱਥੇ ਜਿਹੜਾ ਹੈਗਾ ਉਹਨੇ ਉਹ ਜ਼ਹਿਰ ਘੋਲਣਾ ਸ਼ੁਰੂ ਕਰ ਦੇਣਾ, ਉੱਥੇ ਵਾਤਾਵਰਨ ਦੂਸ਼ਿਤ ਕਰ ਦੇਣਾ। ਅਗਲੇ ਇੱਕਦਮ ਸੋਚਦੇ ਆ ਵੀ ਬੰਦਾ ਕਿੱਥੋਂ ਆ ਗਿਆ ਹੈ, ਇਸ ਤਰ੍ਹਾਂ ਦਾ ਹੋ ਜਾਂਦਾ। ਨਿੱਜਾ ਸਾਹਿਬ ਇੱਥੋਂ ਤੱਕ ਕਰੋਧੀ ਬੰਦੇ ਤੋਂ ਜਾਨਵਰ ਨਹੀਂ ਬਚਦੇ ਤੇ ਬਨਸਪਤੀ ਵੀ ਨਹੀਂ ਬਚਦੀ। ਬਿਲਕੁਲ ਤੁਸੀਂ ਐਸੇ ਬੰਦੇ ਵੇਖੋਗੇ ਉਹ ਬਨਸਪਤੀ ਨੂੰ ਵੱਢਣਾ ਸ਼ੁਰੂ ਕਰ ਦਿੰਦੇ, ਰੁੱਖ ਵੱਢ ਦਿੰਦੇ। ਐਸੇ ਬੰਦੇ ਹੈ ਤੇ ਬਨਸਪਤੀ ਜਾਨਵਰ ਨੂੰ, ਕੁੱਤਿਆਂ ਨੂੰ ਕੁੱਟਣ ਡੈ ਪੈਂਦੇ ਆ, ਹੋਰ ਜਾਨਵਰ ਨੂੰ ਕੁੱਟਣ ਡੈ ਪੈਂਦੇ ਆ ਜੇ ਘਰ 'ਚ ਹੋਵੇ ਤੇ। ਸੋ ਇਹ ਚੀਜ਼ਾਂ ਹੈਗੀਆਂ, ਇਹ ਮਾੜੀ ਚੀਜ਼ ਹੈ। ਕਰੋਧੀ ਦਾ ਮਤਲਬ ਉਹ ਉਸ ਇਨਸਾਨ ਦੀ ਇੱਕ ਸੋਚ ਹੈ, ਉਹਦਾ ਹੈਬਿਟ ਬ੍ਰੇਨ ਇੱਕ ਡਿਵੈਲਪ ਹੋ ਚੁੱਕਿਆ। ਉਹਨੂੰ ਕਹਿ ਲਓ ਕਿ ਉਹਨੂੰ ਪਤਾ ਨਹੀਂ ਲੱਗਦਾ ਔਰ ਨਾ ਉਹ ਪਤਾ ਲਾਉਣਾ ਚਾਹੁੰਦਾ। ਇਸ ਬੰਦੇ ਦੇ ਨਾਲ ਰਹਿਣਾ ਇੱਕ ਬਹੁਤ ਵੱਡੀ ਪ੍ਰੋਬਲਮ ਦੀ ਗੱਲ ਹੈ, ਕਿਉਂਕਿ ਉਹਦੇ ਮਾਂ-ਬਾਪ ਨੇ ਉਹਨੂੰ ਸ਼ੁਰੂ ਤੋਂ ਰੋਕਿਆ ਹੀ ਨਹੀਂ। ਇਹ ਬੜੇ ਡੀਪ, ਇਹ ਛੋਟੇ ਬਚਪਨ 'ਚ ਸਾਰੀਆਂ ਗੱਲਾਂ ਜੁੜੀਆਂ ਹੁੰਦੀਆਂ ਨੇ। ਲੋਕੀ ਐਵੇਂ ਬਾਅਦ 'ਚ ਕਹੀ ਜਾਂਦੇ ਬਦਲ ਜਾਓ। ਉਹ ਕਿੱਥੋਂ ਬਦਲ ਜਾਣਾ ਵਾ? ਐਡਾ ਵੱਡਾ ਡਾਣਾ ਮੁੜ ਕੇ ਮੁੜਦਾ, ਉਹ ਤੇ ਭਗਤੀ ਨਾਲ ਮੁੜ ਸਕਦਾ। ਜਦੋਂ ਛੋਟਾ ਬੱਚਾ ਹੈ ਉਹ ਜਦੋਂ ਕੰਮ ਕਰਦਾ, ਹੁਣ ਉਦੋਂ ਦੀ ਗੱਲ ਆ, ਸਾਡੇ ਘਰ ਨਾਲ ਨਿੱਜਾ ਸਾਹਿਬ ਦੋ ਬੱਚੇ ਮੇਰੇ ਆ ਤੇ ਮੇਰੇ ਭਰਾ ਦੇ 3 ਬੱਚੇ ਆ। ਹਾਂਜੀ। ਤੇ ਛੋਟੇ ਬੱਚੇ ਨੇ ਕੁਛ ਗਲਤ ਕੰਮ ਕੀਤਾ, ਮੈਨੂੰ ਪਤਾ ਨਹੀਂ ਕੀ ਕੀਤਾ ਉਹਨੇ ਕੁਛ ਕੀਤਾ ਤੇ ਮੇਰੇ ਮੁੰਡੇ ਨੇ ਉਹਨੂੰ ਉਸੇ ਟਾਈਮ ਹੀ ਰੋਕਤਾ, ਓਏ ਆ ਕਰਨਾ। ਤੇ ਮੈਂ ਜਸਟ ਆਬਜ਼ਰਵ ਕਰ ਰਿਹਾ ਸੀ ਕਿ ਹੋਇਆ ਕੀ। ਫਿਰ ਉਸ ਤੋਂ ਬਾਅਦ ਉਹ ਜਿਹੜਾ ਬੱਚਾ ਹੈ ਨਾ ਨਿੱਜਰ ਸਾਹਿਬ, ਉਹਨੇ ਉਹ ਨਹੀਂ ਮੁੜ ਕੇ ਦੁਬਾਰਾ ਕੰਮ ਕੀਤਾ। ਜਿਹੜੀ ਪਹਿਲਾਂ ਗਲਤੀ ਕੀਤੀ ਨਾ ਉਹ ਰਿਪੀਟ ਨਹੀਂ ਕੀਤੀ ਉਹਨੇ। ਕਿਉਂ? ਉਹਨੂੰ ਪਤਾ ਲੱਗ ਗਿਆ ਕਿ ਮੈਂ ਕੁਛ ਏਦਾਂ ਦਾ ਕਰਤਾ ਵਾ ਕਿ ਵੱਡੇ ਭਰਾ ਨੂੰ ਪਸੰਦ ਨਹੀਂ ਆ ਔਰ ਚੀਜ਼ ਸਹੀ ਨਹੀਂ ਆ। ਤੇ ਜਦੋਂ ਆਪਾਂ ਨਹੀਂ ਰੋਕਦੇ, ਉਹ ਸੋਚਦਾ ਨੋਰਮਲ ਹੈ। ਉਹ ਫਾਰ ਗਰੰਟੀ ਲੈ ਲੈਂਦਾ ਨਾ ਕਿ ਮੇਰਾ ਮਾਂ ਬੈਠੀ ਆ, ਮੇਰਾ ਪਿਓ ਬੈਠਾ, ਮੇਰੇ ਭਰਾ ਭਰੂ ਬੈਠੇ ਆ, ਇਹਨਾਂ ਨੂੰ ਤਾਂ ਕੋਈ ਓਬਜੈਕਸ਼ਨ ਨਹੀਂ ਹੈ, ਇਹਦਾ ਮਤਲਬ ਇੱਕ ਨੋਰਮਲ ਚੀਜ਼ ਹੈ। ਤੇ ਉਹ ਫਿਰ ਉਹ ਜਿਹੜੀ ਨੋਰਮਲ ਚੀਜ਼ ਆ, ਫਿਰ ਇੱਕ ਹੌਲੀ ਹੌਲੀ ਕਰਕੇ ਸਾਡਾ ਸੁਭਾਅ ਬਣ ਜਾਂਦੀ ਹੈ। ਔਰ ਫਿਰ ਸੁਭਾਅ ਬਣ ਜਾਂਦੀ ਹੈ, ਫਿਰ ਤੁਹਾਨੂੰ ਪਤਾ ਹੈ ਸੁਭਾਅ ਨੂੰ ਬਦਲਣਾ ਬੜਾ ਔਖਾ। ਔਰ ਕਈ ਬੰਦੇ ਐਸੇ ਹੁੰਦੇ ਨੇ, ਉਹ ਸਾਰੀ ਜ਼ਿੰਦਗੀ ਉਸੇ ਸੁਭਾਅ ਦੇ ਨਾਲ ਆਪਣਾ ਜੀਵਨ ਬਤੀਤ ਕਰਦੇ ਨੇ, ਛੋਟੇ ਛੋਟੇ ਬੱਚਿਆਂ ਵਾਂਗੂ। ਨਿੱਕੀ ਨਿੱਕੀ ਗੱਲ ਤੇ ਕੱਪੜਿਆਂ ਤੋਂ ਬਾਹਰ ਆ ਜਾਣਾ, ਨਹੀਂ ਵਿਚਾਰ ਕਰਨੀ, ਨਹੀਂ ਸੋਚ ਕਰਨੀ। ਇਸੇ ਲਈ ਬਾਣੀ ਕਹਿੰਦੇ ਬੁੱਧੀ ਨਹੀਂ ਲੈਣੀ, ਆਪਾਂ ਬੁੱਧੀ ਲੈਣੀ ਆ। ਜਿਹੜਾ ਕੰਮ ਆਪਾਂ ਬਾਰ-ਬਾਰ ਕਰਦੇ ਹਾਂ ਸਾਧ ਸੰਗਤ ਜੀ, ਉਸ ਨੂੰ ਆਪਾਂ ਸਟਾਪ ਕਰਨਾ ਹੈ। ਹਾਂਜੀ ਠੀਕ ਹੈ ਜੀ। ਅੱਗੇ ਮਹਾਰਾਜ ਕਹਿੰਦੇ ਕਿ ਤੂੰ ਸਟਾਪ ਕਰਨ ਵਾਸਤੇ ਕੀ ਕਰ ਰਿਹਾ? ਕਹਿੰਦੇ ਜਿਹੜਾ ਹੈਗਾ ਫਿਰ ਕਰਮ ਕਾਂਡ ਕਰੀ ਜਾ ਰਿਹਾ ਤੇ
ਸੰਜਮ ਲਿਆਉਣਾ ਹੈ ਤੂੰ, ਜਿਹੜਾ ਮਨ ਦਾ ਸੰਜਮ ਹੈਗਾ ਤੇਰਾ, ਅਤੇ ਮਨ ਨੂੰ ਸੱਚ ਦੇ ਨਾਲ ਜਿਹੜਾ ਹੈਗਾ ਸੱਚੇ ਆਚਰਣ ਬਣਾਉਣਾ ਸੀਗਾ ਤੂੰ, ਉਹਦੀ ਜਗ੍ਹਾ 'ਤੇ ਤੂੰ ਬਾਹਰ ਜਿਹੜਾ ਹੈਗਾ ਇਹ ਜਿਹੜਾ ਹੈਗਾ ਕਾਰਾਂ ਕੱਢਣ ਲੱਗ ਗਿਆ। ਬਾਹਰ ਚੌਕਾ ਪਵਿੱਤਰ ਜੀ ਆ ਖਾਣਾ ਪਵਿੱਤਰ ਹੋਣਾ ਚਾਹੀਦਾ, ਕਾਠੀਆਂ ਵੀ ਲੱਕੜੀਆਂ ਵੀ ਧੋ ਕੇ ਜਲਾਉਣੀਆਂ, ਸਾਰਾ ਜਿਹੜਾ ਹੈਗਾ ਹਰ ਕਿਸੇ ਨੂੰ ਆਉਣ ਨਹੀਂ ਦੇਣਾ, ਕਿਸੇ ਨੂੰ ਹੱਥ ਨਹੀਂ ਲਾਉਣ ਦੇਣਾ। ਕਹਿੰਦੇ ਇਹਨਾਂ ਦੇ ਨਾਲ ਕੀ ਹੋ ਜਾਣਾ ਹੈ, ਤੂੰ 4 ਚੀਜ਼ਾਂ ਤੇਰੇ ਅੰਦਰ ਜਿਹੜੀਆਂ ਬੈਠੀਆਂ ਹੋਈਆਂ ਆ, ਇਹ ਮੰਦੀਆਂ ਚੀਜ਼ਾਂ, ਇਹਨਾਂ ਦੇ ਉੱਤੇ ਤੂੰ ਵਰਕਆਊਟ ਹੀ ਨਹੀਂ ਕਰ ਰਿਹਾ। ਇਹ ਤਾਂ ਤੇਰੇ ਜਿਹੜੇ ਹੈਗੇ ਤੇਰੇ ਜੀਵਨ ਦਾ ਹਿੱਸਾ ਬਣ ਗਏ ਆ ਭਾਈ, ਇਹ ਤੈਨੂੰ ਕੰਟਰੋਲ ਕਰ ਰਹੇ ਆ। ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ। ਹਾਂਜੀ ਗੁਰਕੀ ਸਾਹਿਬ। ਹਾਂ, ਉਹ ਮੇਰੇ ਵਰਗਾ ਫਿਰ ਏਦਾਂ ਜਾ ਕੇ ਗੁਰਦੁਆਰੇ ਉੱਥੇ ਸੇਵਾ ਕਰੀ ਜਾਂਦਾ ਹੈ, ਬੜਾ ਬੰਦਾ ਜੀ ਧਾਰਮਿਕ ਹੈ ਜੀ, ਇੱਥੇ ਇੰਨੇ ਪਾਠ ਕਰਦਾ ਹੈ, ਤੇ ਪ੍ਰੈਕਟੀਕਲ ਮੇਰਾ ਜੀਵਨ ਜੇ ਤੁਸੀਂ ਜਾਣਨਾ ਹੈ ਤੇ ਮੇਰੇ ਪਰਿਵਾਰ ਨੂੰ ਪੁੱਛ ਲਓ ਕਿ ਕਿੰਨਾ ਕੁ ਬੰਦਾ ਉੱਚਾ ਬੋਲਦਾ ਹੈ, ਕਿੰਨੀਆਂ ਕੁ ਗਾਲਾਂ ਕੱਢਦਾ ਹੈ, ਇਹ ਕਿੰਨੀ ਕੁ ਲੋਕਾਂ ਦੀ ਨਿੰਦਿਆ ਕਰਦਾ ਹੈ, ਇਹ ਕਿੰਨਾ ਕੁ ਕਰੋਧ ਕਰਦਾ ਹੈ। ਉੱਥੇ ਬੰਦਾ ਫੇਲ ਹੋ ਰਿਹਾ, ਬਾਹਰ ਸਮਾਜ 'ਚ ਬੰਦਾ ਪੂਰਾ ਓਕੇ ਰਿਪੋਰਟ ਆ, ਔਰ ਅਸਲ 'ਚ ਸਰਟੀਫਿਕੇਟ ਦੇ ਵਿੱਚ ਸਭ ਘਰੋਂ ਮਿਲਣਾ। ਬਿਲਕੁਲ। ਪਰ ਬੰਦਾ ਘਰ ਦੀ ਤੇ ਪਰਵਾਹ ਨਹੀਂ ਕਰਦਾ, ਘਰਦਿਆਂ ਨੂੰ ਤਾਂ ਕਹਿੰਦਾ ਛੱਡੋ ਖੜਾ, ਇਹ ਕੌਣ ਹੈ ਇਹ ਕੌਣ ਹੈ। ਮਤਲਬ ਅਸਲ ਦੇ ਵਿੱਚ ਸਾਡਾ ਕਿਰਦਾਰ ਕੀ ਹੈ। ਬਾਣੀ ਇਹ ਕਹਿੰਦੀ ਆ ਕਿ ਤੂੰ ਜੋ ਕਰਮ ਕਰ ਰਿਹਾ ਨਾ, ਫੋਕਟ ਕਰਮ ਕਰ ਰਿਹਾ, ਉਹ ਇੱਕ ਅਲੱਗ ਚੀਜ਼ ਆ, ਪਰ ਸੱਚੀ ਤੂੰ ਏਦਾਂ ਦਾ ਬੰਦਾ ਹੈ ਕਿ ਜੇ ਤੂੰ ਘਰ ਜਾਂਦਾ ਤੇਰੇ ਘਰ ਦੇ ਬੜੇ ਖੁਸ਼ ਹੁੰਦੇ ਆ ਕਿ ਸਾਡਾ ਪਾਪਾ ਮੰਮੀ ਜਾਂ ਭੈਣ ਭਰਾ ਸਵੇਰ ਦੇ ਕੰਮ ਕਰਕੇ ਹੁਣ ਵਾਪਸ ਪਰਤਿਆ, ਅਸੀਂ ਵੇਟ ਕਰ ਰਹੇ ਹਾਂ, ਉਹ ਤੁਹਾਨੂੰ ਫੋਨ ਕਰਦੇ ਨੇ ਕਿ ਪਾਪਾ ਲੇਟ ਕਿਉਂ ਹੋ ਗਏ, ਤੁਸੀਂ ਕਿਉਂ ਨਹੀਂ ਆਏ, ਤੇ ਜਾਂ ਇਹ ਕਹਿੰਦੇ ਸ਼ੁਕਰ ਹੀ ਘਰੋਂ ਗਿਆ। ਇਹ ਵੀ ਹੈ, ਘਰੇ ਆ ਜਾਊਗਾ ਤੇ ਕਹਿੰਦੇ ਸਾਰੇ ਆਪਣੇ ਆਪਣੇ ਕਮਰਿਆਂ 'ਚ ਭੱਜ ਜਾਓ। ਇੱਕ ਉਹ ਤਰੀਕਾ ਹੈ। ਦੇਖੋ ਇਹ ਚੀਜ਼ਾਂ ਮੋਸਟਲੀ ਸਾਡੇ ਨਾਲ ਜੀਵਨ ਨਾਲ ਹੀ ਰਿਲੇਟਡ ਆ। ਇਹ ਤੇ ਬਾਣੀ ਜਿੱਥੇ ਮਰਜੀ ਆਪ ਚਲੇ ਜਾਓ, ਬਾਣੀ 'ਚ ਇਹੋ ਕਿਹਾ ਵਾ ਕਿ ਜੇ ਤੇਰੀ ਚੰਗੀ ਜ਼ਿੰਦਗੀ ਦਾ, ਜੇ ਤੇਰੇ ਆਲੇ ਦੁਆਲੇ ਰਹਿਣ ਵਾਲੇ ਨੇ ਨਾ ਸੁੱਖ ਮਾਣ ਸਕੇ, ਤੇ ਦੂਜੇ ਨੇ ਨਿੱਜੇ ਸਭ ਕਿੱਥੋਂ ਮੰਨਣਾ ਹੈ। ਆਪ ਜੀ ਮੰਨਦੇ ਮੇਰੀ ਨਾਲ ਐਗਰੀ ਜੋ ਕਿ ਨਹੀਂ ਕਰਦੇ? 100%। ਜੇ ਆਪਾਂ ਘਰੇ ਹੀ ਨਹੀਂ ਆਪਾਂ ਕਾਮਯਾਬ ਹੋ ਰਹੇ, ਘਰੇ ਫੇਲ ਹੋ ਰਹੇ ਹਾਂ, ਬਾਰ ਹੋ ਰਹੇ ਹਾਂ, ਹਰ ਦਿਨ ਹੋ ਰਹੇ ਹਾਂ, ਤੇ ਨੈਚੁਰਲੀ ਆ ਕਿ ਕੁਛ ਤੇ ਗੜਬੜ ਹੈ ਨਾ। ਬਾਣੀ ਉਹ ਕਹਿੰਦੀ ਆ ਉਹ ਚੀਜ਼ ਵਾਚ ਕਰੋ, ਬਸ ਇਹਦਾ ਮਤਲਬ ਕਿ ਵਰਕ ਕਰੋ, ਥੋੜੀ ਬਹੁਤੀ ਮਿਹਨਤ ਜ਼ਿਆਦਾ ਕਰਨੀ ਪਊਗੀ, ਥੋੜੀ ਗੜਬੜ ਜ਼ਿਆਦਾ ਹੈ, ਜਦੋਂ ਗੱਡੀ ਜ਼ਿਆਦਾ ਖਰਾਬ ਹੋ ਜਾਏ ਤੇ ਮੇਜਰ ਸਰਵਿਸ ਕਰ ਲਓ ਇਹਦੀ। ਥੋੜਾ ਮਿਹਨਤ ਕਰੋਗੇ, ਘਾਲਣਾ ਕਰੋਗੇ ਤਾਂ ਹੀ ਭਗਤੀ ਕਰੋ, ਨਾਲ ਪ੍ਰਮਾਤਮਾ ਦੇ ਗੜੀ ਅਰਦਾਸ ਕਰੋ ਕਿ ਮੇਰੇ ਪਿਤਾ ਇਹ ਥੋੜਾ ਨੁਕਸ ਪੈ ਗਿਆ ਮੇਰੇ ਤੋਂ, ਮੈਨੂੰ ਸਮਝ ਨਹੀਂ ਆਉਂਦੀ, ਮੇਰੀ ਮਦਦ ਕਰੇ, ਮੈਨੂੰ ਇਹ ਔਗਣ ਤੋਂ ਮੈਨੂੰ ਛੁਡਾ ਦੇ। ਹੁਣ ਪਹਿਲਾਂ ਮੰਨੋ ਫੇਰ ਤੇ ਛਡਾਓ, ਹੁਣ ਤੁਸੀਂ ਮੰਨਦੇ ਨਹੀਂ ਆ ਤੇ ਛਡਾਓ ਕਿੱਥੋਂ? ਇਹ ਪੂਰੀ ਜਿਹੜੀ ਗੋਰਖੀ ਸਾਹਿਬ ਆ ਪੌੜੀ ਜਿਹੜੀ ਆਪਾਂ ਲਵਾਂਗੇ, ਇਹਦੇ ਵਿੱਚ ਆ ਸਾਰਾ ਕੁਝ ਜਿਹੜਾ ਹੈਗਾ ਇਹੀ ਗੱਲਾਂ ਪੌੜੀ ਪੂਰੀ ਦੱਸੂਗੀ ਚੰਗੀ ਤਰ੍ਹਾਂ। ਹਾਂਜੀ ਠੀਕ ਹੈ ਜੀ, ਠੀਕ ਹੈ ਜੀ। ਇਹ ਸਾਰਾ ਪੂਰਾ ਜਿਹੜਾ ਹੈਗਾ ਆ ਔਗਣ ਦੱਸਿਆ ਮਹਾਰਾਜ ਨੇ, ਤੇ ਕਿਵੇਂ ਦੂਰ ਹੋਣੇ ਆ ਇਹ ਵੀ ਆਪਾਂ ਨੂੰ ਦੱਸਣਗੇ, ਗਿਆਨ ਦੇਣਗੇ ਆਪਾਂ ਨੂੰ। ਹਾਂਜੀ। ਤੇ ਅੱਗੇ ਕਹਿੰਦੇ ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇਹੀ। ਕਹਿੰਦੇ ਸੱਚ ਦਾ ਸੰਜਮ ਚਾਹੀਦਾ ਸੀ ਭਾਈ, ਸੱਚ ਹੋਣਾ ਚਾਹੀਦਾ ਸੀ ਤੇਰੇ ਅੰਦਰ, ਸੱਚਾ ਆਚਰਣ ਹੋਣਾ ਚਾਹੀਦਾ ਸੀ। ਸੱਚ ਸੰਜਮ ਕਰਨੀ ਕਾਰਾਂ, ਆ ਤੇਰੀ ਕਾਰਾਂ ਆ ਹੋਣੀ ਚਾਹੀਦੀਆਂ ਸੀ, ਅੰਦਰ ਦੀ ਪਵਿੱਤਰਤਾ ਹੋਣੀ ਚਾਹੀਦੀ ਸੀ, ਮਨ ਦਾ ਸੰਜਮ ਹੋਣਾ ਚਾਹੀਦਾ ਸੀ। ਤੇਰੀਆਂ ਗਿਆਨ ਇੰਦਰੀਆਂ ਜਿਹੜੀਆਂ ਹੈਗੀਆਂ, ਇਹਨਾਂ 'ਤੇ ਤੇਰਾ ਮਨ ਜਿਹੜਾ ਹੈਗਾ ਕੀ ਕਰ ਰਿਹਾ ਹੈ, ਇਹਨਾਂ ਦੇ ਨਾਲ ਕਿਸ ਤਰ੍ਹਾਂ ਮਨ ਜਿਹੜਾ ਗਲਤ ਪਾਸੇ ਜਾ ਰਿਹਾ, ਇਹ ਤੇਰੇ ਅੰਦਰ ਜਿਹੜਾ ਹੈਗਾ ਆ ਸੱਚ ਦਾ ਸੰਜਮ। ਨਾਵਣ ਨਾਉ ਜਪੇਹੀ, ਔਰ ਜਿਹੜਾ ਹੈਗਾ ਨਹਾਉਣਾ ਕਾਹਦੇ ਨਾਲ ਸੀਗਾ? ਤੂੰ ਮਨ ਨੂੰ ਨਲਾਉਣਾ ਸੀਗਾ, ਤੂੰ ਬਾਹਰ ਜਿਹੜਾ ਹੈਗਾ ਜਾ ਕੇ ਨਲਾ ਰਿਹਾ ਇੱਧਰ ਉੱਧਰ ਜਿਹੜਾ ਹੈਗਾ। ਕਹਿੰਦੇ ਨਹਾਉਣਾ ਤਾਂ ਸੀਗਾ, ਨਾਉ ਜਪੇਹੀ, ਧਿਆਨ ਸਿਮਰਨ ਕਰਨਾ ਸੀਗਾ, ਉਹਦੇ ਨਾਲ ਮਨ ਦੀ ਪਾਵਰ ਆਉਂਦੀ, ਤੇ ਮਨ ਜਿਹੜਾ ਹੈ ਇਹਨਾਂ ਨੂੰ ਆਹ ਚੀਜ਼ਾਂ ਨੂੰ ਦੇਖਣ ਯੋਗ ਸਮਰੱਥ ਹੁੰਦਾ, ਔਰ ਇਹਨਾਂ ਤੋਂ ਛੁਟਕਾਰਾ ਲੈ ਸਕਦਾ ਸੀਗਾ। ਨਾਨਕ ਅੱਗੇ ਉੱਤਮ ਸਈ, ਜੇ ਪਾਪਾਂ ਪੰਧ ਨਾ ਦੇਹੀ। ਕਹਿੰਦੇ ਅੱਗੇ ਉੱਤਮ ਜਿਹੜੇ ਹੈਗੇ, ਜੇ ਅੱਗੇ ਜਿਹੜੇ ਹੈਗੇ ਜੇ ਸੋਭਾ ਚਾਹੁੰਦਾ ਆ ਸਮਾਜ ਦੇ ਵਿੱਚ ਵੀ ਤੇ ਸੰਸਾਰ ਦੇ ਵਿੱਚ ਵੀ, ਤੇ ਅੱਗੇ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਅੱਗੇ ਉਹਦੀ ਨਜ਼ਰਾਂ 'ਚ ਵੀ ਜੇ ਜਿਹੜਾ ਹੈਗਾ ਉੱਤਮ ਹੋਣਾ ਚਾਹੁੰਦਾ ਹੈ ਪਿਆਰਿਆ, ਤੇ ਉਹੀ ਉੱਤਮ ਹੋ ਸਕਦੇ ਆ ਜਿਹੜੇ ਆਪਣੇ ਮਨ ਨੂੰ ਦੂਜਿਆਂ ਨੂੰ ਸਿੱਖਿਆ ਕੀ ਦੇਣੀ ਆ? ਪਾਪਾਂ ਪੰਧ ਨਾ ਦੇਹੀ, ਜੇ ਪਾਪਾਂ ਪੰਧ ਨਾ ਦੇਹੀ,
ਵੀ ਜਿਹੜਾ ਅੰਦਰ ਜਿਹਦੇ ਅੰਦਰ ਆਪ ਹੀ ਪਾਪ ਕਰ ਰਿਹਾ ਇਨਸਾਨ, ਆਪ ਹੀ ਆ ਚਾਰੋਂ ਚੀਜ਼ਾਂ ਬੈਠੀਆਂ ਹੋਈਆਂ, ਉਹਨੇ ਦੂਜਿਆਂ ਨੂੰ ਕਿਹੜੀ ਸਿੱਖਿਆ, ਚੰਗੀ ਸਿੱਖਿਆ ਦੇ ਦੇਣੀ ਆ ਭਾਈ ਵੀ ਆਹ ਨਾ ਕਰੋ ਜੀ, ਆਹ ਪਾਪ ਨਾ ਕਰੋ, ਆਹ ਇਸ ਤਰ੍ਹਾਂ ਨਾ ਕਰੋ। ਉਹ ਤਾਂ ਆਪ ਹੀ ਉੱਥੇ ਬੈਠਾ ਹੋਇਆ। ਕਹਿੰਦੇ ਅੱਗੇ ਉੱਤਮ ਉਹੀ ਹੋਊਗਾ ਭਾਈ ਜਿਹੜਾ ਜੇ ਆਪਣੇ ਮਨ ਨੂੰ ਜਿਹੜਾ ਹੈਗਾ ਇਹ ਗਲਤ ਪਾਸਿਓਂ ਜਾਣੋ ਰੋਕੂਗਾ, ਇਹ ਪਾਪਾਂ ਵਾਲੀ ਸਿੱਖਿਆ ਤੋਂ ਮਨ ਨੂੰ ਜਿਹੜਾ ਹੈਗਾ ਨਹੀਂ ਦਊਗਾ, ਮਨ ਨੂੰ ਪਾਪਾਂ ਵਾਲੀ ਸਿੱਖਿਆ ਇਸ ਪਾਸਿਓਂ ਵਰਜੂਗਾ, ਮਨ ਨੂੰ ਚੌਕਸ ਮਨ 'ਤੇ ਜਿਹੜਾ ਹੈਗਾ ਇਹ ਮਨ ਨੂੰ ਜਿਹੜਾ ਹੈਗਾ ਇਸ ਪਾਸਿਓਂ ਵਰਜਿਤ ਕਰੂਗਾ। ਨਾਨਕ ਅੱਗੇ ਉਤਮ ਸਹੀ ਜੇ ਪਾਪਾਂ ਪੰਧ ਨਾ ਦੇਹੀ। ਹੁਣ ਜਿਹੜਾ ਹੈਗਾ ਇਸ ਤੋਂ ਅੱਗੇ ਪਹਿਲੀ ਪਾਤਸ਼ਾਹੀ ਦਾ ਫਿਰ ਸ਼ਲੋਕ ਆ ਗਿਆ। ਮਹਾਰਾਜ ਨੇ ਦੱਸ ਦਿੱਤਾ ਵੀ ਆਪਾਂ ਕਿੱਥੋਂ ਯਾਤਰਾ, ਇਨਸਾਨ ਨੇ ਕਿੱਥੋਂ ਯਾਤਰਾ ਸ਼ੁਰੂ ਕਰਨੀ ਹੈ, ਔਰ ਇਸ ਤਰ੍ਹਾਂ ਕਿ ਆਹ ਚਾਰ ਚੀਜ਼ਾਂ, ਆਹ ਐਬ ਆਪਣੇ ਅੰਦਰ ਹੈਗੇ, ਔਰ ਆਪਾਂ ਆਪਣੇ ਐਬ ਜਿਹੜੇ ਹੈਗੇ ਆਪਣੇ ਵੱਲ ਦੇਖਦੇ ਨਹੀਂ ਹੈ। ਬਾਣੀ ਜਿਹੜੀ ਗਿਆਨ ਜਿਹੜਾ ਹੈਗਾ ਇਹ ਆਪਾਂ ਨੂੰ ਆਪਣੇ ਅੰਦਰ ਜਿਹੜਾ ਹੈਗਾ ਦੇਖਣ ਨੂੰ ਕਹਿੰਦਾ ਹੈ। ਆਪਨੜੇ ਗਿਰੀਵਾਨ ਮੇ ਸਿਰ ਨੀਵਾਂ ਕਰ ਦੇਖ, ਆਪਣੇ ਅੰਦਰ ਦੇਖਣੇ ਹੈ। ਹੁਣ ਅੱਗੇ ਮਹਾਰਾਜ ਕਹਿੰਦੇ ਆ ਦੇਖ ਪਿਆਰਿਆ, ਤੇਰੇ ਅੰਦਰ ਐਬ ਹੈਗੇ ਆ ਤੇ ਤੂੰ ਇੱਥੋਂ ਜੀਵਨ ਜਿਹੜਾ ਹੈਗਾ ਹੁਣ ਇੱਥੋਂ ਭਗਤੀ ਕਰਕੇ ਇਹ ਆਪਣੇ ਜੀਵਨ ਨੂੰ ਜਿਹੜਾ ਉੱਚਾ ਕਰਨਾ ਹੈ। ਤੇ ਉਹ ਕਿਸ ਤਰ੍ਹਾਂ ਹੋ ਸਕਦਾ ਹੈ? ਮਹੱਲਾ ਪਹਿਲਾ, ਕਿਆ ਹੰਸ ਕਿਆ ਬਗਲਾ ਜਾਕੋ ਨਜ਼ਰ ਕਰੇ, ਜੋ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਮਹਾਰਾਜ ਪਹਿਲੀ ਪਾਤਸ਼ਾਹ ਕਹਿੰਦੀ ਕਿੰਨੇ ਮਰਜ਼ੀ ਤੇਰੇ ਅੰਦਰ ਐਬ ਹੋਣ, ਭਾਵੇਂ ਤੂੰ ਜਿਹੜਾ ਹੈਗਾ ਹੰਸ ਤੇ ਬਗਲਾ ਕੀ ਹੈਗਾ ਭਾਈ, ਹੰਸ ਬਣਨਾ ਆ ਤੇ ਤੂੰ ਬਗਲਾ ਹੈਗਾ, ਬਗਲਾ ਛੱਡ। ਜੇ ਤੂੰ ਕਾਂ ਹੈਗਾ ਨਾ, ਤੇਰੇ ਅੰਦਰ ਬਿਲਕੁਲ ਗੰਦਗੀ ਹੈਗੀ ਆ। ਜੋ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਕਹਿੰਦੇ ਉਹ ਮਾਲਕ ਪਰਮਾਤਮਾ ਨੂੰ ਪਾ ਗਿਆ, ਮਾਲਕ ਨੇ ਕਾਂ ਨੂੰ ਵੀ ਹੰਸ ਕਰ ਦੇਣਾ। ਭੈੜੇ ਸੰਸਕਾਰ, ਭੈੜੇ ਅਮਲ ਜਿੰਨੇ ਮਰਜ਼ੀ ਹੋਣ, ਮਾਲਕ ਪਰਮਾਤਮਾ ਨੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਸਹੀ ਕਰ ਦੇਣਾ। ਹੁਣ ਕਿਸ ਤਰ੍ਹਾਂ ਕਰਨਾ ਹੈ ਮਾਲਕ ਪਰਮਾਤਮਾ ਨੇ, ਇਹ ਅੱਗੇ ਜਿਹੜੇ ਹੈਗੇ ਉਹਦੇ ਵਿੱਚ ਮਹਾਰਾਜ ਦੱਸਣਗੇ। ਹਾਂਜੀ ਗੁਰਕੀ ਸਾਹਿਬ, ਇਹਦੇ 'ਚ ਕੁਛ ਤੁਸੀਂ ਕਹਿਣਾ ਤੇ ਦੇਖੋ। ਹਾਂ ਠੀਕ ਹੈ ਨਜਰ ਸਾਹਿਬ, ਬਿਲਕੁਲ ਸਹੀ ਹੈ, ਉਹਦੇ 'ਚ ਕੁਛ ਵੀ ਨਹੀਂ ਕਹਿਣ ਦੀ ਲੋੜ, ਆਪਨੇ ਸਮਝਾ ਦਿੱਤਾ। ਹਾਂਜੀ ਕਿ ਮੈਟਰ ਨਹੀਂ ਕਰਦਾ ਤੁਸੀਂ ਕਿੱਦਾਂ ਦੇ ਹੈਗੇ ਜੋ, ਪਰ ਮੈਟਰ ਕਰਦਾ ਤੁਸੀਂ ਭਗਤੀ ਜੇਕਰ ਕਰਨੀ ਸ਼ੁਰੂ ਕਰੋਗੇ ਤਾਂ ਹੀ ਇਹ ਲਾਈਨਾਂ ਤੁਹਾਡੇ ਤੇ ਟੁਕਣਗੀਆਂ। ਜੇ ਤੁਸੀਂ ਨਹੀਂ ਕਰਦੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਹਾਂਜੀ ਬਿਲਕੁਲ। ਜੇ ਤੁਹਾਨੂੰ ਆਪਣੇ ਅੰਦਰ ਜਿਹੜਾ ਹੈਗਾ ਇਹ ਗੰਦਗੀ ਨਜ਼ਰ ਆ ਰਹੀ ਆ, ਇਹ ਮਨ ਜਿਹੜਾ ਹੈਗਾ ਨਹੀਂ ਛੱਡ ਰਿਹਾ ਐਬ, ਤੇ ਤੁਸੀਂ ਜਿਹੜੇ ਹੈਗੇ ਛੱਡਣਾ ਚਾਹੁੰਦੇ ਹੈਗੇ ਹੋ, ਤੇ ਤਾਂ ਜਿਹੜਾ ਹੈਗਾ ਇਹ ਬਾਣੀ ਜਾਂ ਗੁਰੂ ਜਾਂ ਗਿਆਨ ਕੋਈ ਸਮੱਸਿਆ ਜਾਂ ਆਪਾਂ ਨੂੰ ਆਪਣੀ ਮਦਦ ਕਰ ਸਕਦਾ ਹੈ। ਜੇ ਆਪਾਂ ਛੱਡਣਾ ਚਾਹੁੰਦੇ ਹੈਗੇ ਆ ਤਾਂ ਬਸ। ਹਾਂਜੀ ਠੀਕ ਹੈ ਜੀ, ਅੱਗੇ ਚੱਲੋ ਜੀ। ਔਰ ਇੱਕ ਜਿਹੜੇ ਆਪਾਂ ਨੂੰ ਪਤਾ ਹੋਣ ਵੀ ਮੇਰੇ ਅੰਦਰ ਐਬ ਹੈਗੇ ਆ, ਇਹ ਐਕਸੈਪਟ ਕਰੀਏ ਔਰ ਆਪਾਂ ਛੱਡਣਾ ਚਾਹੁੰਦੇ ਹੈਗੇ ਆ, ਤੇ ਅੱਗੇ ਚੱਲਦੇ ਆ ਪੌੜੀ ਦੇ ਉੱਤੇ। ਪੌੜੀ, ਕੀਤਾ ਲੋੜੀਏ ਕੰਮ ਸੋ ਹਰ ਪੇ ਆਖੀਏ। ਕਹਿੰਦੇ ਜਿਹੜੀ ਚੀਜ਼ ਚਾਹੁੰਦਾ ਹੈ, ਹੁਣ ਕਿਹੜਾ ਐਪ ਛੱਡਣਾ ਚਾਹੁੰਦਾ ਹੈ, ਕਿਹੜੀ ਉਚਾਈ ਫੜਨਾ ਚਾਹੁੰਦਾ ਹੈ, ਪਰਮਾਤਮਾ ਦੇ ਕੋਲ ਅਰਦਾਸ ਕਰ ਵੀ ਮਾਲਕਾ ਮੈਂ ਆਹ ਚੀਜ਼ ਚਾਹੁੰਦਾ ਹਾਂ, ਮੈਂ ਆਹ ਕੰਮ ਕਰਨਾ ਚਾਹੁੰਦਾ ਹਾਂ। ਅਰਦਾਸ ਕਰ ਮਾਲਕ ਪਰਮਾਤਮਾ ਦੇ ਅੱਗੇ, ਬੋਲ ਉਹਦੇ ਅੱਗੇ, ਪਰਮਾਤਮਾ ਨੂੰ ਕਹਿ ਕੀਤਾ ਲੋੜੀ, ਆਹ ਕੰਮ ਮੈਂ ਕੀਤਾ ਲੋੜਦਾ ਹਾਂ ਮਾਲਕਾ, ਆਹ ਮੇਰੀ ਡਿਮਾਂਡ ਹੈਗੀ ਆ, ਮੈਨੂੰ ਆਹ ਚੀਜ਼ ਚਾਹੀਦੀ ਹੈਗੀ, ਮੇਰੀ ਆਹ ਜਿਹੜੀ ਹੈਗੀ ਮੇਰੀ ਆਹ ਇੱਛਾ ਹੈਗੀ ਆ। ਕੀਤਾ ਲੋੜੀਏ ਕੰਮ, ਜਿਹੜਾ ਕੰਮ ਤੂੰ ਚਾਹੁੰਦਾ ਹੈ। ਦੇਖੋ ਕਿੰਨੀ ਬਾਣੀ ਕਹਿ ਰਹੀ ਹੈ ਬਈ ਤੈਨੂੰ ਕਿਹੜਾ ਕੰਮ ਚਾਹੀਦਾ, ਤੇ ਅਰਦਾਸ ਕਰ ਮਾਲਕ ਪਰਮਾਤਮਾ ਦੇ ਅੱਗੇ। ਜੇ ਤੇਰੇ ਭਲਾਈ ਦਾ ਹੋਊਗਾ ਮਾਲਕ ਪੂਰਾ ਕਰ ਦੇਗਾ। ਕੀਤਾ ਲੋੜੀਏ ਕੰਮ ਸੋ ਹਰ ਪੇ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਕਹਿੰਦੇ ਤੇਰੇ ਕਾਰਜ ਸਵਾਰ ਦੇਗਾ, ਤੇਰਾ ਕੰਮ ਕਰ ਦੇਗਾ ਮਾਲਕ ਪਰਮਾਤਮਾ, ਤੇਰੀ ਮਦਦ ਕਰ ਦੇਗਾ। ਸਤਿਗੁਰੂ ਦੀ ਸੱਚੀ ਸਿੱਖਿਆ ਹੈਗੀ ਭਾਈ, ਸਤਿਗੁਰੂ ਸੱਚ ਸਾਖੀਏ। ਸਤਿਗੁਰੂ ਸੱਚੀ ਸਿੱਖਿਆ ਦੇ ਰਿਹਾ, ਗੁਰੂ ਦਾ ਗਿਆਨ ਲੈ, ਗੁਰੂ ਦੀ ਮੱਤ ਲੈ, ਉਹਨੂੰ ਆਪਣੇ ਜੀਵਨ ਦੇ ਵਿੱਚ ਰੱਖ, ਗੁਰੂ ਦੀ ਸਾਖੀ ਨੂੰ, ਗੁਰੂ ਦੀ ਸਿੱਖਿਆ ਨੂੰ। ਗੁਰੂ ਕਹਿ ਰਿਹਾ ਜਦ ਵੀ ਮਾਲਕ ਪਰਮਾਤਮਾ ਦੇ ਕੋਲ ਅਰਦਾਸ ਕਰ ਔਰ ਉਹ ਤੇਰੇ ਕਾਰਜ ਸਵਾਰ ਦੇਗਾ। ਤੀਸਰਾ, ਸੰਤਾਂ ਸੰਗ ਨਿਧਾਨ
ਅੰਮ੍ਰਿਤ ਚਾਖੀਏ। ਕਹਿੰਦੇ ਸਾਧ ਸੰਗਤ ਦੇ ਵਿੱਚ ਹੀ ਖਜ਼ਾਨਾ ਹੈਗਾ ਭਾਈ ਨਿਧਾਨ। ਅੰਮ੍ਰਿਤ ਚਖਣਾ ਹੈਗਾ ਅਤੇ ਸੰਸਾਰ ਸਮੁੰਦਰ ਤੋਂ ਬਾਹਰ ਆਉਣਾ ਹੈ ਔਰ ਮਨ ਨੂੰ ਪੂਰਾ ਜਿਹੜਾ ਹੈਗਾ ਇਹਨੂੰ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਇਹਨੂੰ ਆਪਣਾ ਮੂਲ ਆਤਮਾ ਦੇ ਵਿੱਚ ਲੈ ਕੇ ਜਾਣਾ ਹੈ। ਇਹ ਕਾਰਨਸ਼ੀਲ ਇਹ ਮਨ ਨੂੰ ਜਿਹੜਾ ਹੈਗਾ ਸਾਈਡ ਕਰਨਾ ਹੈ, ਇਹ ਬਿਲਕੁਲ ਜਿਹੜਾ ਹੈਗਾ ਕਲੀਨ ਕਰਨਾ ਹੈ ਅਤੇ ਸੰਤਾਂ ਦੀ ਸੰਗਤ ਸਾਧ ਸੰਗਤ ਕਰ, ਸੰਤਾਂ ਸੰਗ ਨਿਧਾਨ। ਇਹ ਖਜ਼ਾਨਾ ਹੈਗਾ ਭਾਈ, ਇਹਦੇ ਨਾਲ ਲਭਾਉਣਾ ਹੈ। ਅੰਮ੍ਰਿਤ ਚਾਖੀਏ, ਅੰਮ੍ਰਿਤ ਚੱਖ ਲਏਗਾ। ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਏ। ਹੇ ਮਾਲਕਾ, ਤੂੰ ਮੇਰੇ ਸਾਰੇ ਦੁੱਖ ਦੂਰ ਕਰਨ ਵਾਲਾ ਆ ਔਰ ਤੂੰ ਮਿਹਰਬਾਨ ਆ। ਮੈਂ ਤੇਰਾ ਦਾਸ ਆ ਮਾਲਕਾ, ਮੇਰੇ ਕੋਲੋਂ ਕੁਛ ਨਹੀਂ ਹੁੰਦਾ, ਮੈਂ ਤੇਰੇ ਅੱਗੇ ਫਲੈਟ ਹੈਗਾ। ਮੇਰੀ ਰੱਖ, ਮੇਰੀ ਇੱਜ਼ਤ ਰੱਖ ਔਰ ਮੇਰਾ ਜਿਹੜਾ ਹੈਗਾ ਆਹ ਕੰਮ ਕਰ। ਫਿਰ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਏ। ਕਹਿੰਦੇ ਇੱਥੇ ਤੱਕ ਚਲੇ ਜਾਏਗਾ ਜੇ ਧਿਆਨ ਸਿਮਰਨ ਕਰੀ ਜਾਏਗਾ, ਜੇ ਸਹੀ ਰਸਤੇ 'ਤੇ ਤੁਰੇਗਾ ਪਿਆਰਿਆ। ਇਹ ਪ੍ਰੇਮਾ ਭਗਤੀ ਦੇ ਨਾਲ ਉਹ ਜਿਹੜਾ ਪਰਮਾਤਮਾ, ਜਿਹੜੀ ਆਤਮਾ ਤੇਰੇ ਅੰਦਰ ਨਹੀਂ ਲੱਗੀ ਜਾਂਦੀ, ਤੈਨੂੰ ਪਤਾ ਨਹੀਂ ਹੈ ਤੂੰ ਕੌਣ ਹੈਗਾ, ਉਸ ਅਲਖ ਨੂੰ, ਉਸ ਪ੍ਰਭੂ ਨੂੰ ਲੱਖ ਲਏਗਾ, ਉਹ ਵੀ ਤੇਰੇ ਅੰਦਰ ਪ੍ਰਗਟ ਹੋ ਜਾਏਗਾ। ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਏ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉੱਪਰ ਕਿਹਾ ਸੀ ਉਹਨਾਂ ਨੇ ਕਿ ਅਵਰ ਉਪਦੇਸ਼ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ। ਜਨਮੇ ਮਰੇ। ਜਿਹੜੇ ਬੰਦੇ ਲੋਕਾਂ ਨੂੰ ਉਪਦੇਸ਼ ਕਰਦੇ ਆ ਖੁਦ ਨਹੀਂ ਕਰਦੇ, ਉਹ ਕਹਿੰਦੇ ਆ ਕਿ ਉਹ ਚੰਗੀ ਚੀਜ਼ ਨਹੀਂ। ਇਸੇ ਤਰ੍ਹਾਂ ਹੀ ਆਪਾਂ ਕਹਿੰਦੇ ਆ ਲੋਕੀ ਸੱਚ ਬੋਲਣ, ਪਰ ਜੇਕਰ ਆਪਾਂ ਹੀ ਨਹੀਂ ਬੋਲਦੇ ਤੇ ਆਪਣੇ ਫਿਰ ਬੋਲਣ ਦਾ ਦਮ ਨਹੀਂ ਹੁੰਦਾ, ਨਾ ਹੀ ਅਸਰ ਹੋਣਾ ਨੇ। ਤੁਸੀਂ ਕਹਿਣ ਤੋਂ ਭਾਵ ਜੇ ਟੀਚਰ ਨੂੰ ਆਉਂਦਾ ਹੀ ਨਹੀਂ ਤੇ ਨਿੱਜਰ ਸਾਹਿਬ ਉਹਦੇ ਪੜ੍ਹਾਈ ਦਾ ਕੋਈ ਫਾਇਦਾ ਹੈਗਾ ਨਾ। ਤੇ ਫਿਰ ਏਦਾਂ ਕਿੱਦਾਂ ਸੋਚਦੇ ਕਿ ਆਪਾਂ ਧਾਰਮਿਕ ਹੋਈਏ, ਆਪਾਂ ਧਾਰਮਿਕ ਨਾ ਹੋਈਏ ਤੇ ਆਪਾਂ ਧਰਮ ਦੀਆਂ ਗੱਲਾਂ ਲੋਕਾਂ ਨੂੰ ਸਿਖਾਈਏ ਤੇ ਸਾਡੀਆਂ ਗੱਲਾਂ ਦਾ ਅਸਰ ਕਿੱਥੋਂ ਹੋਣਾ? ਜੇ ਇੱਕ ਟੀਚਰ ਨੂੰ ਨਹੀਂ ਆਉਂਦਾ ਸਬਕ, ਉਹ ਦੂਜੇ ਨੂੰ ਪੜ੍ਹਾਊਗਾ ਤੇ ਕੀ ਉਹਦੀ ਪੜ੍ਹਾਈ ਦਾ ਕੋਈ ਫਾਇਦਾ ਹੈ ਦੂਜੇ ਨੂੰ, ਜਦੋਂ ਉਹਨੂੰ ਆਉਂਦਾ ਹੀ ਨਹੀਂ? ਤੇ ਫਿਰ ਧਰਮ ਚ ਆਪਾਂ ਏਦਾਂ ਕਿੱਦਾਂ ਸੋਚਦੇ ਆ ਕਿ ਜਿਹੜਾ ਬੰਦਾ ਅਧਾਰਮਿਕ ਆ, ਧਾਰਮਿਕ ਨਹੀਂ ਆ, ਉਹ ਧਰਮ ਦੀਆਂ ਗੱਲਾਂ ਕਰੇ, ਰੱਬ ਦੀਆਂ ਗੱਲਾਂ ਕਰੇ, ਉਹ ਫਿਰ ਕਹਿੰਦੇ ਕੱਚੀ ਬਾਣੀ ਆ, ਕਹਿੰਦੇ ਕੱਚੇ ਸੁਣਦੇ, ਕੱਚੇ ਆਖ ਖਾਣੀ, ਫਿਰ ਉਹਦਾ ਫਾਇਦਾ ਕੋਈ ਨਹੀਂ, ਕਿਉਂਕਿ ਅਸਰ ਹੀ ਨਹੀਂ ਕਰਨਾ, ਕਿਉਂਕਿ ਉਹਨੂੰ ਆਉਂਦਾ ਹੀ ਨਹੀਂ। ਅਪਰ ਉਪਦੇਸ਼ੇ, ਉਹ ਦੂਜੇ ਨੂੰ ਉਪਦੇਸ਼ ਕਰ ਰਿਹਾ, ਖੁਦ ਤੇ ਕਰ ਨਹੀਂ ਰਿਹਾ, ਨਾ ਉਹਨੂੰ ਪਤਾ। ਜੇ ਉਹਨੂੰ ਪਤਾ ਹੋਵੇ ਤਾਂ ਖੁਦ ਕਰੇ ਪਹਿਲਾਂ। ਸੋ ਬਾਣੀ ਇਹੋ ਕਹਿੰਦੀ ਆ ਕਿ ਫਿਰ ਤੁਸੀਂ ਏਦਾਂ ਕਰੋ ਕਿ ਸੰਗਤ ਕਰੋ। ਆ ਬਾਣੀ ਦੀ ਸੰਗਤ ਕਰਦੇ ਆ, ਬ੍ਰਹਮ ਗਿਆਨੀ ਦੀ ਸੰਗਤ ਕਰਦੇ ਆ ਆਪਾਂ। ਇਹ ਜਦੋਂ ਸੰਗਤ ਦਾ ਪਹਿਲਾਂ ਤਾਂ ਅਰਦਾਸ ਕਰੋ, ਕੀਤਾ ਲੋੜੀਏ ਕੰਮ 100 ਰੁਪਏ ਆਖੀਏ। ਤੈਨੂੰ ਪਤਾ ਹੋਣਾ ਚਾਹੀਦਾ ਵੀ ਤੂੰ ਜਿਹੜਾ ਹੈਗਾ ਨਿਕਲਣਾ ਚਾਹੁੰਦਾ ਹੈ, ਤੂੰ ਇਹ ਐਪ ਛੱਡਣੇ ਚਾਹੁੰਦਾ ਹੈ, ਤੇ ਅਰਦਾਸ ਕਰ ਫਿਰ ਮਾਲਕ ਪਰਮਾਤਮਾ ਦੇ ਅੱਗੇ। ਹਾਂਜੀ ਵੀਰ ਜੀ। ਹਾਂ ਨਿੱਜਰ ਸਾਹਿਬ, ਅਰਦਾਸ ਵੀ ਪਹਿਲਾਂ ਕਰਨ ਤੋਂ ਪਹਿਲਾਂ ਜਸਟੀਫਾਈ ਕਰ ਕਿ ਕਿਹੜੀ ਚੀਜ਼ ਦੀ ਅਰਦਾਸ ਕਰਨੀ ਆ। ਉਹਨੂੰ ਲਿਖ ਲੈ ਪੇਪਰ ਤੇ। ਬੰਦਾ ਮੰਨਦਾ ਥੋੜੀ ਆ, ਅਰਦਾਸ ਕਿੱਥੋਂ ਕਰ ਲੂਗਾ? ਉਹ ਤਾਂ ਕਹਿੰਦਾ ਲੋਕਾਂ 'ਚ ਨੁਕਸ ਹੈ। ਅਰਦਾਸ ਤੇ ਕਰੂਗਾ ਤਾਂ ਹੀ ਨਾ। ਪਹਿਲਾਂ ਨਿੱਜਰ ਸਾਹਿਬ ਚੀਜ਼ ਨੂੰ ਐਕਸੈਪਟ ਕਰਨਾ ਪਊਗਾ। ਬਿਲਕੁਲ। ਬੰਦਾ ਇਹ ਥੋੜੀ ਕਹਿੰਦਾ ਕਿ ਮੈਂ ਸਹੀ ਹੋ ਜਾ, ਉਹ ਕਹਿੰਦਾ ਕਿ ਰੱਬ ਪਰਮਾਤਮਾ ਤੱਕ ਮੇਰੀ ਸੱਸ ਨੂੰ ਸਹੀ ਕਰ ਦੇ। ਸੱਸ ਕਹਿੰਦੀ ਆ ਕਿ ਮੇਰੀ ਨੂੰਹ ਨੂੰ ਰੱਬ ਸਹੀ ਕਰ ਦੇ। ਵੇਖੋ ਉਲਟਾ ਸਵਾਲ, ਉਲਟਾ ਵਾ। ਉਲਟਾ ਹੈ, ਬਿਲਕੁਲ ਉਲਟਾ ਹੈ। ਹਾਂ, ਉਹ ਫਿਰ ਉੱਥੇ ਹੁਣ ਰੱਬ ਵੀ ਕੀ ਕਰੇ? ਰੱਬ ਤੂੰ ਇਹ ਕਹਿ ਕਿ ਮੈਨੂੰ ਸਹੀ ਕਰ ਦੇ, ਕਿ ਮੇਰੀ ਨੂੰਹ ਮੈਨੂੰ ਚੰਗੀ ਲੱਗੇ, ਤੇ ਨੂੰਹ ਨੂੰ ਕਵੇ ਕਿ ਮੈਨੂੰ ਏਦਾਂ ਦੀ ਕਰ ਦੇ ਮੇਰੇ ਪਿਤਾ ਕਿ ਮੈਨੂੰ ਮੇਰੀ ਸੱਸ ਚੰਗੀ ਲੱਗੇ। ਪਰ ਆਪਾਂ ਅਰਦਾਸ ਜਿਹੜੀ ਕਰਦੇ ਉਹ ਤੇ ਪ੍ਰੈਕਟੀਕਲ ਪੋਸੀਬਲ ਹੀ ਨਹੀਂ ਹੈਗੀ। ਉਹ ਸਹੀ ਹੈ। ਇਸ ਕਰਕੇ ਜਿਹੜੀ ਚੀਜ਼ ਤੁਸੀਂ ਪਰਮਾਤਮਾ ਕੋ ਮੰਗੇਗੇ, ਬਾਣੀ ਤੇ ਕਹਿੰਦੇ ਜੋ ਮਾਂਗੇ ਠਾਕੁਰ ਸੇ ਸੋਈ ਸੋਈ ਦੇ। ਜੇ ਤੂੰ ਮੰਗੇਗਾ ਤੇ ਦੇ ਦਿੰਦਾ ਠਾਕੁਰ। ਠਾਕੁਰ ਕਦੋਂ ਮਨਾ ਕਰਨ ਦੇ? ਠਾਕੁਰ ਤੇ ਕਹਿੰਦਾ ਸੱਚ ਚਾਹੀਦਾ ਤੇ ਸੱਚ ਮਿਲ ਜੂਗਾ। ਤੂੰ ਚਾਹੁੰਦਾ ਸੱਚ ਚ ਜੀਵਨ ਬਤੀਤ ਕਰਨਾ ਨਿੱਜਰ ਸਾਹਿਬ, ਉਹ ਤੇ ਕਹਿੰਦਾ ਲੀਲਾ। ਇਹ ਤੇ ਤੇਰਾ ਜਨਮ ਸਿੱਧ ਅਧਿਕਾਰ ਆ। ਜੰਮਿਆ ਸੱਚ ਨੂੰ ਲੈ ਕੇ ਜੰਮਿਆ। ਮੰਗ ਲੈ ਮੇਰੇ ਤੋਂ ਆ ਕੇ। ਪਰ ਮੰਗਣ ਕਿਹੜਾ ਜਾਂਦਾ? ਕੋਈ ਜਾਂਦਾ ਨਾ। ਉਹ ਕਹਿੰਦਾ ਝੂਠ ਹੀ ਚਾਹੀਦਾ ਸਾਨੂੰ। ਤੇ ਕੋਈ ਨੀ ਮੰਗਣ ਜਾਂਦਾ। ਰੱਬ ਕੋ ਕੌਣ ਜਾਂਦਾ? ਉਹੀ ਸੱਚ। ਉਹ ਕਹਿੰਦਾ ਸੱਚ ਦਾ ਮਤਲਬ ਕਿ ਮੇਰੀ 20,000 ਰੁਪਇਆ ਤਨਖਾਹ, ਮੈਂ ਉਹ ਚ ਹੀ ਫਿਰ ਆਪਣਾ ਮਹੀਨਾ ਕੱਢੂੰਗਾ। ਉਹ ਕਹਿੰਦੇ ਨਹੀਂ, ਰਹਿਣ ਦੋ।
ਫਿਰ ਉਹ ਕਹਿੰਦੇ ਨਹੀਂ ਉਹ ਫਿਰ ਨਹੀਂ, ਇਹ ਨਹੀਂ ਮੰਗਣਾ। ਸੱਚ ਦਾ ਮਤਲਬ ਕੀ ਹੈ? ਸੱਚ ਦਾ ਮਤਲਬ ਇਹੋ ਹੀ ਆ 20,000 ਤੇ 20,000 ਚ ਮਹੀਨਾ ਕੱਢੋ। ਉਹ ਕਹਿੰਦੇ 40,000 ਤਾਂ ਉੱਤੋਂ ਬਣ ਜਾਂਦਾ, ਮੈਨੂੰ ਨਹੀਂ ਚਾਹੀਦਾ ਸੱਚ। ਨਿੱਜਾ ਸਾਹਿਬ ਮੰਗਣ ਕਿਹੜਾ ਜਾਂਦਾ? ਪਰ ਬਾਣੀ ਕਹਿੰਦੀ ਹੈ ਫਾਇਦਾ ਨਹੀਂ ਹੈ, ਨੁਕਸਾਨ ਬਹੁਤ ਹੈ ਤੇਰਾ। ਕਿਉਂਕਿ ਉਹ ਫਿਰ ਉਹਨੇ ਤੇਰੀ ਬੁੱਧੀ ਨੂੰ ਭ੍ਰਿਸ਼ਟ ਕਰ ਦੇਣਾ। ਉਹਨੇ ਸੱਚ ਹੀ ਮੰਗਣਾ ਪਊਗਾ। ਸੱਚ ਤੋਂ ਇਲਾਵਾ ਆਪਣੀ ਗਤੀ ਨਹੀਂ ਹੈਗੀ, ਕੋਈ ਗਤੀ ਨਹੀਂ ਹੈਗੀ। ਅੱਜ ਮੰਗ ਲਓ 2-4 ਲੱਖ ਜਨਮ ਤੋਂ ਬਾਅਦ ਮੰਗ ਲਓ, ਕਰੋੜ ਜਨਮ ਤੋਂ ਬਾਅਦ ਮੰਗ ਲਿਓ। ਐ ਪ੍ਰਕਿਰਤੀ ਚ ਤੁਸੀਂ ਬਾਹਰ ਨਹੀਂ ਨਿਕਲ ਸਕਦੇ। ਬਿਲਕੁਲ ਕੋਈ ਆਪਸ਼ਨ ਨਹੀਂ ਹੈਗਾ। ਐਵੇਂ ਕੁਛ ਨਹੀਂ ਚਾਹੀਦਾ ਭਗਤੀ ਭੁਗਤੀ, ਬਸ ਚੁੱਪ ਕਰਕੇ ਸੱਚ ਬੋਲੋ, ਸੱਚ ਚ ਜੀਵਨ ਬਤੀਤ ਕਰੋ, ਇਹ ਸੰਸਾਰ ਚੋਂ ਬਾਹਰ ਨਿਕਲ ਜਾਓਗੇ। ਨਿੱਜਾ ਸਾਹਿਬ ਉਹਦਾ ਚਿੱਤ ਸ਼ਾਂਤੀ ਨਹੀਂ ਹੋ ਸਕਦਾ ਨਾ। ਬਿਲਕੁਲ ਸਹੀ ਗੱਲ ਹੈ। ਇੱਥੇ ਮੈਂ ਭਗਤੀ ਕਰੀ ਜਾਵਾਂ ਤੇ ਸਾਰਾ ਦਿਨ ਮੈਂ ਟੋਕਾ ਫੇਰੇ ਵਿੱਚ ਝੂਠ, ਤੇ ਮੇਰੇ ਦਇਆ ਨਹੀਂ ਹੈਗੀ, ਮੇਰੇ ਚ ਕ੍ਰੋਧ ਵੀ ਹੈਗਾ ਹੈ, ਤੇ ਫਿਰ ਤੇ ਆਪਣੇ ਆਪ ਨੂੰ ਹੀ ਹੈ, ਫਿਰ ਜੋ ਮਰਜ਼ੀ ਕਰ ਲਓ, ਆਪਣੇ ਆਪ ਨੂੰ ਜੋ ਮਰਜ਼ੀ ਸਮਝ ਲਓ। ਪਰ ਬਾਣੀ ਤੇ ਕਹਿੰਦੀ ਹੈ ਵੀ ਆਹ ਸਰਟੀਫਿਕੇਟ ਹੈ, ਇਹ ਜੇ ਤੇਰੇ ਸਰਟੀਫਿਕੇਟ ਤੇਰੇ ਕੋਲ ਹੈਗੇ ਆ ਤੇ ਬਈ ਤੂੰ ਬੰਦਾ ਠੀਕ ਹੈ। ਜੇ ਆਪਾਂ ਆਪਣੇ ਆਪ ਨੂੰ ਧੋਖਾ ਦਿੰਨੇ ਆ ਗੁਰਕੀ ਸਾਹਿਬ, ਬਸ ਗੱਲ ਤਾਂ ਇੱਥੇ ਹੈ ਨਾ। ਆਪਾਂ ਨਿੱਜਰ ਸਾਹਿਬ ਅਸੀਂ ਇੱਛਾਧਾਰੀਆਂ ਔਰ ਅਸੀਂ ਖੁਦ ਆਪਣੀ ਮਰਜ਼ੀ ਨਹੀਂ ਇੱਥੇ ਫਸੇ। ਕੋਈ ਕਿਸੇ ਦੀ ਕੋਈ ਪਰਮਾਤਮਾ ਨੂੰ ਕੀ ਲੋੜ ਪਈ ਸਾਨੂੰ ਇੱਥੇ ਫਸਾਉਣ ਦੀ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਅੱਜ ਮੈਂ ਅਨਾਉਂਸਮੈਂਟ ਕਰ ਦਿੰਦਾ ਇੱਥੇ ਅੰਮ੍ਰਿਤਸਰ ਚ ਕਿ ਤੁਸੀਂ ਇੱਥੇ ਆ ਜਾਓ ਕਿ ਇੱਕ ਬੰਦਾ ਚਾਹੀਦਾ ਜਿਹੜਾ ਸੱਚ ਤੇ ਜੀਵਨ ਬਤੀਤ ਕਰਨਾ ਚਾਹੁੰਦਾ, ਉਹਨੂੰ ਰੱਬ ਮਿਲ ਜੂਗਾ। ਵੇਖਿਓ ਮੇਰੇ ਘਰ ਕਿੰਨੇ ਕੁ ਆਉਂਦੇ, ਇੱਕ ਵੀ ਨਹੀਂ ਆਉਣਾ, ਆਉਣਾ ਹੀ ਨਹੀਂ ਕਿਸੇ ਨੇ। ਸੱਚ ਦਾ ਨਾਂ ਲੈ ਲਈਏ ਤੇ ਲੋਕੀ ਐ ਉੱਥੋਂ ਨਿਕਲ ਜਾਂਦੇ, 9 ਤੋਂ 11 ਹੋ ਜਾਂਦੇ। ਪਰ ਗੁਰੂ ਨਾਨਕ ਪਾਤਸ਼ਾਹ ਤੇ ਸੱਚ ਤੇ ਜੀਵਨ ਬਤੀਤ ਕੀਤਾ ਉਹਨਾਂ ਨੇ, ਸੱਚ ਨੂੰ ਹੰਡਾਇਆ, ਸੱਚ ਦੇ ਵਿੱਚ ਰਹੇ, ਝੂਠ ਨੂੰ ਕਿਤੇ ਵੀ ਨਾ ਸਪੋਰਟ ਨਹੀਂ ਕੀਤੀ, ਭਾਵੇਂ ਜੋ ਮਰਜ਼ੀ ਹੋ ਗਿਆ। ਤੇ ਬੜੀਆਂ ਵੱਡੀਆਂ ਗੱਲਾਂ ਨੇ, ਇਸੇ ਕਰਕੇ ਕਰੋੜਾਂ ਚੋਂ ਇੱਕ ਅੱਧਾ ਹੀ ਬੰਦਾ ਨਿਕਲਦਾ ਵਾ। ਸੱਚ ਤੇ ਚੱਲਣਾ ਇਹ ਸੰਜਮ ਚਾਹੀਦਾ। ਸੰਜਮ ਦਾ ਮਤਲਬ ਕਿ ਬਸ ਆਪਣੀ ਪੰਗਤ ਚ ਬਹਿ ਜਾਓ, ਬਸ ਇੰਤਜ਼ਾਰ ਕਰੋ। ਵੇਂਦਾ ਪਿਆ ਉਹ ਵੀ ਤੁਹਾਡੇ ਵੱਲ ਕਿ ਤੂੰ ਕਿਤੋਂ ਸ਼ਾਂਤੀ ਸੰਜਮ ਚ ਆ ਕੇ ਬਹਿ ਜਾਏਗਾ ਤੇ ਤੇਰਾ ਤੇ ਰਿਜ਼ਕ ਤੈਨੂੰ ਮਿਲਣਾ ਹੀ ਮਿਲਣਾ। ਤੂੰ ਹੀ ਉੱਠ ਕੇ ਭੱਜਾ ਫਿਰਨੇ ਆ, ਕਿਤੇ ਉੱਥੇ ਬਹਿਣਾ, ਕਿਤੇ ਉੱਥੇ ਬਹਿਣਾ, ਉੱਥੋਂ ਠੱਗੀ, ਉੱਥੋਂ ਟੋਰੀ ਮਾਰੀ ਜਾਂਦਾ। ਤੇ ਫਿਰ ਉਹ ਪਰਮਾਤਮਾ ਨੂੰ ਕਹਿੰਦਾ ਮਾਰੀ ਜਾ ਫਿਰ ਭਰਾ, ਜੇ ਤੂੰ ਤਾਂ ਖੁਸ਼ ਹੈ ਮੈਂ ਹੁਣ ਕੀ ਕਰਾਂ। ਭੰਡਾਰੀ ਵੀ ਕਹਿੰਦਾ ਵਾ ਤੇਰਾ ਰਿਜ਼ਕ ਹੈਗਾ ਪਰ ਤੂੰ ਰਿਜ਼ਕ ਲੈਣਾ ਨਹੀਂ ਚਾਹੁੰਦਾ। ਫਿਰ ਉਹ ਜ਼ਬਰਦਸਤੀ ਥੋੜੀ ਭੰਡਾਰੀ ਕਿਸੇ ਨੂੰ ਸੱਚਾ ਰਿਜ਼ਕ ਕਿੱਥੋਂ ਮਿਲਦਾ, ਉਹ ਡਿਮਾਂਡ ਕਰਨੀ ਪੈਣੀ ਹੈ ਤੁਹਾਨੂੰ ਪਰਮਾਤਮਾ। ਨਿੱਜਾ ਸਾਹਿਬ ਫ੍ਰੀ ਚ ਨਹੀਂ ਜੋ ਮਿਲਦਾ, ਬਿਨਾਂ ਅਰਦਾਸ ਤੇ ਬਿਲਕੁਲ ਨਹੀਂ ਮਿਲੇਗਾ। ਬਾਣੀ ਨੇ ਅੱਜ ਕਹਿਤਾ, ਇਹ ਗਰੰਟੀ ਹੈ। ਬਿਨਾਂ ਅਰਦਾਸ ਦੇ ਨਹੀਂ ਜੋ ਮਿਲਣਾ। ਸੱਚਾ ਜੀਵਨ, ਸੱਚਾ ਆਚਰਣ, ਸੱਚ ਦੇ ਵਿੱਚ ਰਹਿਣਾ, ਸੱਚ ਦੇ ਵਿੱਚ ਖਲੋਣਾ, ਅਰਦਾਸ ਕਰੋਗੇ ਤੁਹਾਨੂੰ ਮਿਲ ਜਾਏਗਾ, ਪੱਕਾ ਮਿਲੇਗਾ ਜੀ। ਅੱਜ ਦਾ ਟਾਈਮ ਕਾਫੀ ਹੋ ਗਿਆ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰ ਦਈਏ। ਹਾਂਜੀ ਵੀਰ ਜੀ, ਇੱਕ ਨਾ ਗੁਰਪ੍ਰਸਾਦ ਇੱਕ ਅਰਦਾਸ ਹੈਗੀ ਆ ਆਪਣੀ ਸੁੱਖੀ ਜੀ ਜਿਹੜੇ ਹੈਗੇ ਹਮੇਸ਼ਾ ਹੁੰਦੇ ਆ ਆਪਣੇ ਨਾਲ। ਇੱਕ ਉਹਨਾਂ ਦੀ ਬੇਟੀ ਦਾ ਕੋਈ ਐਗਜ਼ਾਮ ਹੈਗਾ, ਉਹਦੇ ਸਫਲਤਾ ਦੇ ਉਹਦੀ ਅਰਦਾਸ ਕਰਦੇ। ਇੱਕ ਜਿਹੜਾ ਹੈਗਾ ਉਹ ਜਿਹੜੀ ਹੈਗੀ ਉਹਨਾਂ ਦੀ ਮਾਤਾ ਮਾਈਕ ਬੰਦ ਕਰ ਦੇ। ਹਾਂਜੀ ਅੱਛਾ ਕਰਦਾ। ਇੱਕ ਜਿਹੜੀ ਦੂਸਰੀ ਹੈਗੀ ਆਪਣੇ ਜਿਹੜੇ ਹੈਗੇ ਉਹਨਾਂ ਦਾ ਜਿਹੜਾ ਹੈਗਾ B ਟੀਮ ਜਿਹੜੀ ਹੈ ਕਾਫੀ ਟਾਈਮ ਤੋਂ ਜਿੱਤਦੀ ਆ ਰਹੀ ਆ, ਉਹਦੇ ਵਾਸਤੇ ਸੰਗਤੀ ਰੂਪ 'ਚ ਅਰਦਾਸ ਕਰੀਏ ਕਿ ਬਈ ਮਾਲਕਾ ਹੁਣ ਜਿਹੜਾ ਹੈਗਾ ਇਹ ਜਿਹੜੇ ਹੈਗੇ ਅਸਲੀ ਜਿਹੜਾ ਹੈਗਾ ਉਹ ਅਮਲ ਜਿਹੜਾ ਹੈਗਾ ਅਸਲੀ ਅਮਲ ਦੇ, ਔਰ ਇਹ ਜਿਹੜਾ ਹੈਗਾ ਇਹ ਨਕਲੀ ਅਮਲ ਜਿਹੜਾ ਹੈਗਾ ਇਹਦੇ ਤੋਂ ਛੁਟਕਾਰਾ ਦਵਾ। ਇਹਦੀ ਅਰਦਾਸ ਕਰ ਦਿਓ ਗੁਰਕੀ ਸਾਹਿਬ ਸੰਗਤੀ ਰੂਪ ਦੇ ਵਿੱਚ। ਹਾਂਜੀ ਵੀਰ ਜੀ ਠੀਕ ਹੈ। ਇੱਕ ਤੇ ਉਹਨਾਂ ਨੇ ਗੁੜੀਆ ਦੇ ਲਈ ਠੀਕ ਹੈ ਪੇਪਰ, ਹਾਂਜੀ। ਇੱਕ ਮਾਤਾ ਉਹਦੀ ਕਾਫੀ ਅਰਦਾਸਾਂ ਚ, ਇੱਕ ਉਹਨਾਂ ਦੀ ਆਪਣੀ ਜਿਹੜੀ ਆ B ਟੀਮ ਵਾਲੀ ਅਰਦਾਸ ਇਹ ਜ਼ਰੂਰ ਕਰ ਦਿਓ ਜੀ। B ਟੀਮ ਉਹਨਾਂ ਦੇ ਅੰਦਰ ਜਿਹੜਾ ਆਊਗਾ। ਹਾਂਜੀ ਕੌਣ ਕਹਿੰਦੇ ਨੇ? ਸੁੱਖੀ ਜੀ, ਸੁੱਖ ਆਪਣੇ ਹੁੰਦੇ ਹਮੇਸ਼ਾ ਨਾਲ ਹੀ ਹੈਗੇ। ਠੀਕ ਹੈ ਜੀ ਆਓ ਸੰਗਤ ਚ ਕਹਿਣਾ ਪੈਣਾ ਭਾਜੀ, ਉਦਾਂ ਛੁਟਕਾਰਾ ਨਹੀਂ ਮਿਲਣਾ। ਠੀਕ ਹੈ ਜੀ। ਬਿਲਕੁਲ ਉਹ ਸੈਫਟੀ ਹੁੰਦਾ, ਗੱਲ ਤੇ ਕੁਛ ਨਹੀਂ। એનર્ਜੀ ਸੁਣਨਾ ਚਾਹੁੰਦੀ ਹੈ ਤੁਹਾਡੀ ਅਰਦਾਸ, ਤੁਸੀਂ ਕਹਿਣਾ ਚਾਹੁੰਦੇ ਤੇ ਉਹ ਦੇ ਦਿੰਦੀ। ਠੀਕ ਹੈ ਜੀ, ਅੱਜ ਦੀ
ਵਿਚਾਰ ਇੱਥੇ ਹੀ ਸਮਾਪਤ ਹੋ ਗਈ। ਇਹ ਟੀਮ ਤਾਂ ਸਾਰਿਆਂ ਦੀ ਕਰਦੇ ਇੱਕ ਹਾਂ ਠੀਕ ਹੈ ਠੀਕ ਹੈ ਠੀਕ ਹੈ। ਮਾਈਕ ਬੰਦ ਕਰ ਦਿਓ ਸਾਰੇ। ਹਾਂ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਨਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ ਮੇਰੇ ਮਾਲਿਕ। ਦੁੱਖਾਂ ਕਲੇਸ਼ਾਂ ਤੋਂ ਮੁਕਤੀ ਦਵਾਉਣੀ, ਨਾਮਦਾਨ ਬਖਸ਼ਣਾ, ਦੇਹ ਨਿਰੋਗਤਾ ਬਖਸ਼ਣੀ, ਤੰਦਰੁਸਤੀ ਬਖਸ਼ਣੀ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ ਮੇਰੇ ਮਾਲਿਕ। ਮੇਰੇ ਪਿਤਾ ਇੱਕ ਅਰਦਾਸ ਹੈ ਇੱਕ ਬੱਚੇ ਦੀ। ਕਵੀਰਾਜ ਆਪ ਉਹਨਾਂ ਨੂੰ ਤੰਦਰੁਸਤੀ ਬਖਸ਼ੋ ਮੇਰੇ ਬੱਚੇ। ਉਸ ਬੱਚੇ ਨੂੰ ਤਾਂ ਜੋ ਉਸ ਬੱਚੇ ਨੂੰ ਹੌਸਪੀਟਲ ਚੋਂ ਡਿਸਚਾਰਜ ਮਿਲੇ। ਇੱਕ ਮੇਰੇ ਪਿਤਾ ਅਰਦਾਸ ਹੈ ਇੱਕ ਬਾਪ ਆਪਣੇ ਬੱਚੀ ਦੀ ਅਰਦਾਸ ਕਰਾ ਰਹੇ ਨੇ। ਉਹ ਕਹਿੰਦੇ ਨੇ ਉਹਨਾਂ ਦੀ ਮਨੋਕਾਮਨਾ ਪੂਰੀ ਹੋਵੇ। ਜੋ ਇੱਛਾ ਧਾਰ ਕੇ ਬੈਠੇ ਨੇ ਮਿਹਰ ਕਰੋ ਮੇਰੇ ਮਾਲਿਕ। ਪੇਪਰ ਦੇ ਵਿੱਚੋਂ ਜੋ ਪਾਸ ਹੋ ਜਾਣ। ਇੱਕ ਮੇਰੇ ਪਿਤਾ ਹੋਰ ਅਰਦਾਸ ਹੈ ਇੱਕ ਮਾਤਾ ਦੀ। ਉਹਨਾਂ ਦੇ ਪਤੀ ਨੂੰ ਆਦਤ ਹੈਗੀ ਹੈ ਝੂਠ ਬੋਲਣ ਦੀ। ਉਹ ਸੱਚਾ ਜੀਵਨ ਬਤੀਤ ਕਰਨ ਮੇਰੇ ਮਾਲਿਕ। ਆਪ ਜੀ ਦਾ ਸਾਰੇ ਸਿਰ ਤੇ ਚੱਲਣ, ਸੱਚਾਈ 'ਚ ਚੱਲਣ ਤੇ ਉਹਨਾਂ ਨੂੰ ਬਰਕਤ ਮਿਲੇ ਮੇਰੇ ਮਾਲਿਕ। ਰਿਜ਼ਕ ਆਵੇ ਮੇਰੇ ਮਾਲਿਕ। ਤੰਦਰੁਸਤੀ ਮਿਲੇ ਉਹਨਾਂ ਨੂੰ ਵੀ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਉਹਨਾਂ ਦੀ ਜੀ ਆਪਣੇ ਉਹ ਜਿਹੜੀ ਅਮਲ ਜਿਹੜਾ ਛੱਡਣਾ ਚਾਹੁੰਦੇ ਆ ਉਹਦੀ ਅਰਦਾਸ ਕਰ ਦਿਓ ਸੁਖੀ ਜੀ ਦੀ। ਹਾਂ ਇੱਕ ਅਰਦਾਸ ਪਰ ਇੱਕ ਮੇਰੇ ਪਿਤਾ ਜੀ ਇੱਕ ਸਾਧਕ ਨੇ। ਉਹ ਅਰਦਾਸ ਕਰਾਉਂਦੇ ਨੇ ਕਿ ਉਹ ਚਾਹੁੰਦੇ ਨੇ ਕਿ ਇਸ ਤੋਂ ਉਹਨਾਂ ਨੂੰ ਮੁਕਤੀ ਮਿਲ ਜਾਏ। ਆਪ ਉਹਨਾਂ ਨੂੰ ਬਲ ਬਖਸ਼ੋ, ਸਮੱਤ ਬਖਸ਼ੋ ਤਾਂ ਜੋ ਇਸ ਨੂੰ ਆਪਣੇ ਜੀਵਨ ਤੋਂ ਅਲੱਗ ਕਰ ਦੇਣ। ਆਪ ਦੇ ਆਸ਼ੀਰਵਾਦ ਤੋਂ ਬਿਨਾਂ ਮੇਰੇ ਪਿਤਾ ਕੋਈ ਵੀ ਕਾਰਜ ਨਹੀਂ ਸਫਲ ਹੋ ਸਕਦਾ। ਇਥੀ ਨਾ ਜਾਏ ਜਨ ਕੀ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ। ਸਾਧ ਸੰਗਤ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।